दोस्तों अज आप गलबात कर रही हैं किसानी संघर्ष हुण तक कित्थे पहुंचे ते अज एक बड़ी खुशखबरी जिहड़ी सानू मिली है। रणजीत सिंह नाम का नौजवान जिहड़ा हैगा उहनूं जमानत मिल गई है। रणजीत सिंह रिहा हो गया, एक कौम की बड़ी चढ़दी कला वाली गल आ। पर की असी इन्हां गल्लां वास्ते आके दिल्ली दे विच बैठे सी? ये सवाल बड़ा वड्डा है। हालात इत्थों तक निगार आ चुका भी जिहड़े तुहाडे किसानी बिल ने उन्हां नूं माफ तां की करना सी भई अज पंजाब दे विच जां फिर कहीए कि पूरे भारत दे विच किसानी नूं एक नवां हुक्म चाड़ दिता गया कि जेकर तुसीं कणकां जदों कणकां हुण वाढी चलन लगी है, कणकां दी वाढी चलन लगी है ते जेकर तुसीं अपणीआं कणकां वेच के ਉਹਦਾ पैसा ਲੈਣਾ है ਤੇ ਤੁਹਾਨੂੰ ਮਲਕੀਅਤ ਦਿਖਾਉਣੀ ਪੈਣੀ ਆਪਣੀ ਤੇ ਜੇ ਨਹੀਂ ਨਾ ਹੈਗੀ ਤੇ ਫਿਰ ਤੁਹਾਨੂੰ ਨਾ ਤੁਸੀਂ ਕਣਕ ਵੇਚ ਸਕਦੇ ਹੋ ਨਾ ਪੈਸੇ ਲੈ ਸਕਦੇ ਹੋ। ਫਿਰ ਤੁਹਾਡੇ ਲਈ ਇੱਕੋ ਇੱਕ ਰਾਹ ਰਹਿ ਜਾਣਾ ਵੀ ਤੁਸੀਂ ਪ੍ਰਾਈਵੇਟ ਅਦਾਰੇ ਜਾਨੀ ਕਿ ਅੰਬਾਨੀ, ਅੰਡਾਨੀ ਜਾਂ ਫਿਰ ਹੋਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਆਪਣੀ ਕਣਕ ਵੇਚਣ ਲਈ ਮਜਬੂਰ ਹੋ ਜਾਓਗੇ। ਮਤਲਬ ਕਿ ਏਜੰਡਾ ਚੱਲ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹਦੇ ਵਿੱਚ ਵੱਡੇ ਘਰਾਣੇ ਹੀ ਨਹੀਂ, ਅੰਬਾਨੀ ਅੰਡਾਨੀ ਨਹੀਂ, ਇੱਥੋਂ ਤੱਕ ਕਿ WHO ਤੱਕ ਮਿਲੀ ਹੋਈ ਹੈ। ਪਰ ਅਸੀਂ ਕਿੱਥੋਂ ਤੱਕ ਸੋਚਿਆ ਹੋਇਆ ਕਿ ਇਹ ਖੇਤੀ ਬਿੱਲ ਜਿਹੜੇ ਨੇ ਇਹ ਜੀ ਮੋਦੀ ਸਰਕਾਰ ਲੈ ਕੇ ਆਈ ਆ, ਇਹ ਜੀ ਮੋਦੀ ਸਰਕਾਰ ਲੈ ਕੇ ਆਈ ਆ, ਮੋਦੀ ਸਰਕਾਰ ਤਾਂ ਇਹਨੂੰ ਵੇਚ ਦਊਗੀ, ਸਾਰਾ ਮੁਲਕ ਜਿਹੜਾ ਅੰਬਾਨੀਆਂ ਅੰਡਾਨੀਆਂ ਦੇ ਹਿੱਸੇ ਆ ਜਾਣਾ। ਇਸ ਤਰ੍ਹਾਂ ਆਪਾਂ ਸੋਚਾਂਗੇ ਨਾ ਇਹ ਗੱਲ। ਪਰ ਅਸੀਂ ਇਹਦੇ ਤੋਂ ਥੋੜਾ ਜਿਹਾ ਉੱਪਰ ਹੋ ਕੇ ਸੋਚੀਏ, ਇਹਦੇ ਤੋਂ ਉੱਪਰ ਹੋ ਕੇ ਸੋਚਣਾ ਪੈਣਾ ਕਿ ਜਿਹੜੇ ਖੇਤੀ ਕਾਨੂੰਨ ਨੇ ਗਲੋਬਲਾਈਜੇਸ਼ਨ ਯਾਨੀ ਕਿ ਕੇਂਦਰੀਕਰਨ ਦਾ ਇੱਕ ਹਿੱਸਾ ਆ, ਇੱਕ ਜਿਹੜੇ ਖੇਤੀ ਬਿੱਲ ਨੇ। ਅਸੀਂ ਜਿੱਥੇ ਪੰਜਾਬੀ ਦੁਨੀਆ ਦੇ ਵਿੱਚੋਂ ਇੱਕ ਐਸਾ ਅਵਲ ਯਾਨੀ ਕਿ ਫਸਟ ਰੁਤਬਾ ਰੱਖਦੇ ਹਾਂ, ਪਹਿਲਾ ਰੁਤਬਾ ਰੱਖਦੇ ਹਾਂ ਕਿ ਅਸੀਂ ਹਰ ਇੱਕ ਗੱਲ ਦਾ ਭਾਂਡਾ ਪਹਿਲਾਂ ਭੰਨਦੇ ਹਾਂ, ਅਸੀਂ ਹਰ ਇੱਕ ਜਗ੍ਹਾ ਦੇ ਉੱਤੇ ਪਹਿਲਾਂ ਪਹੁੰਚਦੇ ਹਾਂ, ਅਸੀਂ ਹਰ ਇੱਕ ਚੀਜ਼ ਨੂੰ ਪਹਿਲ ਦੇ ਪੱਧਰ ਤੇ ਲੈਂਦੇ ਹਾਂ। ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ ਸਾਡੀ ਇੱਕ ਬੇਬੇ, ਉਹਦੀ ਵੀਡੀਓ ਵੀ ਵਾਇਰਲ ਹੋਈ ਸੀ, ਤੁਸੀਂ ਸੁਣੀ ਹੋਣੀ ਹੈ। ਉਹਨੇ ਇੱਕ ਗਾਲ ਕੱਢ ਕੇ ਇਹ ਗੱਲ ਕਹੀ ਸੀ ਕਿ ਕਿੱਥੇ ਆ ਕਰੋਨਾ, ਮੈਨੂੰ ਦੱਸੋ ਮਾੜਾ ਜਿਹਾ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ? ਠੀਕ ਠਾਕ ਹੋ? ਆਸ ਕਰਦਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਬੜੇ ਦਿਨਾਂ ਬਾਅਦ ਅੱਜ ਤੁਹਾਡੇ ਨਾਲ ਲਾਈਵ ਹੋਣ ਦਾ ਮੌਕਾ ਮਿਲਿਆ। ਕੁਝ ਨਿੱਜੀ ਰੁਝੇਵਿਆਂ ਦੇ ਕਾਰਨ ਆਪਾਂ ਗੱਲਬਾਤ ਜਿਹੜੀ ਹੈ ਉਹ ਨਹੀਂ ਕਰ ਸਕੇ, ਪਰ ਅੱਜ ਚਲੋ ਕੋਸ਼ਿਸ਼ ਕਰਦੇ ਹਾਂ ਕਿ ਹੁਣ ਤੱਕ ਦੇ ਕਿਸਾਨੀ ਸੰਘਰਸ਼ ਬਾਰੇ ਗੱਲਬਾਤ ਕਰੀਏ। ਦੋਸਤੋ ਅੱਜ ਆਪਾਂ ਗੱਲਬਾਤ ਕਰ ਰਹੀ ਹਾਂ ਕਿਸਾਨੀ ਸੰਘਰਸ਼ ਹੁਣ ਤੱਕ ਕਿੱਥੇ ਪਹੁੰਚਿਆ, ਤਾਂ ਇਹਦੇ ਬਾਰੇ ਆਪਾਂ ਜ਼ਰੂਰੀ ਗੱਲਬਾਤ ਜਿਹੜੀ ਆ ਕਰਾਂਗੇ। ਤੇ ਅੱਜ ਇੱਕ ਬੜੀ ਖੁਸ਼ਖਬਰੀ ਜਿਹੜੀ ਸਾਨੂੰ ਮਿਲੀ ਹੈ, ਰਣਜੀਤ ਸਿੰਘ ਨਾਮ ਦਾ ਨੌਜਵਾਨ ਜਿਹੜਾ ਹੈਗਾ ਉਹਨੂੰ ਜ਼ਮਾਨਤ ਮਿਲ ਗਈ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਰਣਜੀਤ ਸਿੰਘ ਅੱਜ ਰਿਹਾ ਹੋ ਗਿਆ। ਸੋ ਖੁਸ਼ੀ ਦੀ ਗੱਲ ਹੈ, ਪਰ ਹੁਣ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈ ਤੰਦਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਅਸੀਂ ਇਹਨਾਂ ਨੌਜਵਾਨਾਂ ਦੀ ਰਿਹਾਈ ਵਾਸਤੇ ਆ ਕੇ ਬੈਠੇ ਸੀ ਦਿੱਲੀ। ਅੱਜ ਸਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਖੁਸ਼ੀ ਜਿਹੜੀ ਆ ਉਹ ਮਿਲ ਰਹੀ ਹੈ ਕਿ ਰਣਜੀਤ ਸਿੰਘ ਰਿਹਾ ਹੋ ਗਿਆ। ਬਹੁਤ ਖੁਸ਼ੀ ਦੀ ਗੱਲ ਹੈ। ਬਿੱਲੂ ਸਿੰਘ ਖਾਲਸਾ ਜੀ ਸਤਿ ਸ਼੍ਰੀ ਅਕਾਲ, ਆ ਜਾਓ। ਤੇ ਸਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਅੱਜ ਖੁਸ਼ੀ ਲੱਭਣ ਲੱਗ ਪਈ ਆ ਵੀ ਭਾਈ ਰਣਜੀਤ ਸਿੰਘ ਰਿਹਾ ਹੋ ਗਿਆ, ਇਹ ਕੌਮ ਦੀ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ। ਪਰ ਕੀ ਅਸੀਂ ਇਹਨਾਂ ਗੱਲਾਂ ਵਾਸਤੇ ਆ ਕੇ ਦਿੱਲੀ ਦੇ ਵਿੱਚ ਬੈਠੇ ਸੀ? ਇਹ ਸਵਾਲ ਬੜਾ ਵੱਡਾ ਹੈ। ਅਸਲ ਦੇ ਵਿੱਚ ਹੁੰਦਾ ਸਾਡੇ ਨਾਲ ਸ਼ੁਰੂ ਤੋਂ ਇਸੇ ਤਰ੍ਹਾਂ ਆਇਆ ਕਿ ਬਹੁਤ ਸਾਰੇ ਅਸੀਂ ਸੰਘਰਸ਼ ਲੜੇ, ਬੜੇ ਮੋਰਚੇ ਲਾਏ, ਉਸ ਤੋਂ ਬਾਅਦ ਪ੍ਰਾਪਤੀਆਂ ਤਾਂ ਚਲੋ ਕੀ ਹੋਣੀਆਂ ਸੀ। ਜੇ ਹੁਣ ਬਰਗਾੜੀ ਮੋਰਚੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ 2 ਨੌਜਵਾਨ ਸ਼ਹੀਦ ਕਰਵਾ ਲਏ ਤੇ ਉਹ ਸ਼ਹੀਦ ਹੋਏ ਨੌਜਵਾਨਾਂ ਦੇ ਜਦੋਂ ਇਨਵੈਸਟੀਗੇਸ਼ਨ ਖੁੱਲ ਗਈ ਪੰਜਾਬ ਸਰਕਾਰ ਵੱਲੋਂ, SIT ਬਣ ਗਈ, ਤਾਂ ਸਾਨੂੰ ਉਹਦੇ ਵਿੱਚ ਖੁਸ਼ੀ ਮਹਿਸੂਸ ਹੋਈ ਕਿ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਪੰਜਾਬ ਸਰਕਾਰ ਨੇ SIT ਬਣਾ ਦਿੱਤੀ ਹੈ। ਅਸਲ ਦੇ ਵਿੱਚ ਮਸਲਾ ਸੀ ਬੇਅਦਬੀ ਦਾ। ਮਤਲਬ ਕਿ ਸਾਨੂੰ ਇੱਕ ਚੀਜ਼ ਤੋਂ ਲੈ ਕੇ ਜਿਹੜੀ ਜਿਸ ਚੀਜ਼ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹੁੰਨੇ ਆ ਉਹਨੂੰ ਵਿਸਾਰ ਦਿੱਤਾ ਜਾਂਦਾ ਹੈ। ਉਹਦੇ ਤੋਂ ਅੱਗੇ ਜਿਹੜੇ ਆ ਹੋਰ ਕਹਿ ਲਈਏ ਵੀ ਸਾਨੂੰ ਨਵੇਂ ਰਾਹ ਤੋਰ ਦਿੱਤਾ ਜਾਂਦਾ। ਮਤਲਬ ਕਿ ਬੈਠੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਸੀ
ਜਾਂ ਕਹੀਏ ਕਿ ਕਾਨੂੰਨ ਨੂੰ ਕਹਿਣ ਵਾਸਤੇ, ਸਰਕਾਰ ਨੂੰ ਕਹਿਣ ਵਾਸਤੇ ਕਿ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ, ਤੇ ਆਪਾਂ ਨੂੰ ਕੀ ਚਾਹੀਦਾ ਕਿ ਆਪਾਂ ਸਰਕਾਰ ਨੂੰ ਇਹ ਕਹੀਏ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਪਰ ਅਸੀਂ ਕੀ ਕਹਿ ਕੇ ਉੱਠੇ ਉਤੋਂ, ਉਹਨਾਂ ਰਸਤਿਆਂ ਦੇ ਵਿੱਚੋਂ, ਉਹਨਾਂ ਗਰਾਊਂਡਾਂ ਦੇ ਵਿੱਚੋਂ ਅਸੀਂ ਕੀ ਕਹਿ ਕੇ ਵਾਪਸ ਆਏ ਕਿ ਜਿਨ੍ਹਾਂ ਨੇ ਸਾਡੇ ਨੌਜਵਾਨ ਸ਼ਹੀਦ ਕੀਤੇ ਸੀ ਉਹਨਾਂ ਦੇ ਵਿਰੁੱਧ SIT ਬਣ ਚੁੱਕੀ ਹੈ, ਜਾਂਚ ਖੁੱਲ ਚੁੱਕੀ ਹੈ। ਹੁਣ ਵੀ ਕਿਸਾਨੀ ਸੰਘਰਸ਼ ਨੂੰ ਲੈ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਕਰਨ ਕੁਝ ਹੋਰ ਉੱਥੇ ਗਏ ਸੀ, ਪਰ ਅੱਜ ਅਸੀਂ ਖੁਸ਼ੀਆਂ ਕਿਸ ਗੱਲ ਦੀਆਂ ਮਨਾ ਰਹੇ ਹਾਂ ਕਿ ਸਾਡਾ ਨੌਜਵਾਨ ਰਣਜੀਤ ਸਿੰਘ ਜਿਹੜਾ ਹੈ ਉਹ ਰਿਹਾ ਹੋ ਗਿਆ, ਨੌਦੀਪ ਕੌਰ ਰਿਹਾ ਹੋ ਗਈ ਹੈ। ਇਹ ਬੜੀ ਵੱਡੀ ਪ੍ਰਾਪਤੀ ਹੈ ਸਾਡੀ। ਇਹ ਪ੍ਰਾਪਤੀਆਂ ਨਹੀਂ ਹੈਗੀਆਂ, ਇਹਦਾ ਇਹ ਨਹੀਂ ਮਤਲਬ ਆਪਾਂ ਨੂੰ ਸਮਝਣਾ ਚਾਹੀਦਾ ਵੀ ਭਾਈ ਅਸੀਂ ਰਣਜੀਤ ਸਿੰਘ ਦੇ ਰਿਹਾ ਹੋਣ ਦੇ ਨਾਲ ਖੁਸ਼ ਨਹੀਂ ਹੈਗੇ, ਨੌਦੀਪ ਕੌਰ ਦੇ ਰਿਹਾ ਹੋਣ ਦੇ ਨਾਲ ਖੁਸ਼ ਨਹੀਂ ਹੈਗੇ। ਆਪਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ, ਪਰ ਸਾਨੂੰ ਉਲਝਾਇਆ ਕਿਵੇਂ ਜਾਂਦਾ ਹੈ ਇਸ ਗੱਲ ਨੂੰ ਸਮਝਣ ਦੀ ਬੜੀ ਲੋੜ ਹੈ ਕਿ ਅਸੀਂ ਕਰਨ ਕੀ ਜਾਂਦੇ ਆ, ਸਾਨੂੰ ਅੱਗੋਂ ਕੀ ਤੋਹਫੇ ਦੇ ਦਿੱਤੇ ਜਾਂਦੇ ਨੇ। ਤੁਹਾਨੂੰ ਗਿਫਟ ਦੇ ਦਿੱਤਾ ਜਾਂਦਾ, ਆਹ ਲੋ ਚੱਕੋ ਭਾਈ, ਆਹ ਗਿਫਟ ਹੈ ਤੁਹਾਡੇ ਵਾਸਤੇ ਕਿ ਤੁਸੀਂ ਨਵੇਂ ਰਾਹ ਪੈ ਜਾਓ, ਨਵੇਂ ਰਾਹ ਪੈ ਜਾਓ, ਕਿ ਤੁਹਾਡੇ ਹੁਣ ਤੁਸੀਂ ਕਿਸਾਨੀ ਬਿੱਲਾਂ ਨੂੰ ਛੱਡ ਕੇ ਹੁਣ ਨੌਜਵਾਨਾਂ ਦੀਆਂ ਰਿਹਾਈਆਂ ਦੇ ਵਾਸਤੇ ਪੈ ਜਾਓ। ਮਤਲਬ ਆਪਾਂ ਜੇ ਕਹੀਏ ਕਿ ਕਿਸਾਨੀ ਮੋਰਚਾ ਜਿਹੜਾ ਹੈ ਉਹ ਲੱਗਾ 3 ਬਿੱਲਾਂ ਨੂੰ ਲੈ ਕੇ, ਪਰ ਅੱਜ ਅਸੀਂ ਕਿਸ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਰਣਜੀਤ ਸਿੰਘ ਰਿਹਾ ਹੋ ਗਿਆ, ਇਹ ਬੜੀ ਖੁਸ਼ੀ ਦੀ ਗੱਲ ਆ। ਨੌਦੀਪ ਕੌਰ ਰਿਹਾ ਹੋ ਗਈ, ਬੜੀ ਖੁਸ਼ੀ ਦੀ ਗੱਲ ਆ। ਦੀਪ ਸਿੱਧੂ ਅੰਦਰ ਚਲਾ ਗਿਆ, ਉਹਦੇ ਕੇਸ ਲੜ ਰਹੇ ਹਾਂ ਅਸੀਂ, ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਰਿਹਾ ਹੋ ਜਾਊਗਾ ਜਾਂ ਜ਼ਮਾਨਤ ਦੇ ਉੱਤੇ ਬਾਹਰ ਆ ਜਾਊਗਾ। ਇਹ ਬੜੀ ਖੁਸ਼ੀ ਦੀ ਗੱਲ ਆ ਸਾਡੇ ਵਾਸਤੇ। ਕੀ ਅਸੀਂ ਇਸੇ ਤਰ੍ਹਾਂ ਉਲਝੇ ਰਹਿਣਾ? ਕਿਉਂਕਿ ਇਹ ਜਿਹੜਾ ਇੱਕ ਤਾਣਾ ਬਣਾ ਜਿਹੜਾ ਬਣਿਆ ਜਾਂ ਬਣਾਇਆ ਗਿਆ, ਇਹ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। ਜੇਕਰ ਇਹਦੀਆਂ ਆਪਾਂ ਤੰਦਾਂ ਵੇਖੀਏ ਤਾਂ 1947 ਦੇ ਨਾਲ ਜੁੜ ਜਾਂਦੀਆਂ ਜਾ ਕੇ। 1947 ਤੋਂ ਉਹ ਤੰਦਾਂ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਆ ਰਹੀਆਂ, ਕੋਈ ਬਦਲਾਅ ਨਹੀਂ ਹੋਇਆ ਉਹਦੇ ਵਿੱਚ। ਜੇ ਆਪਾਂ ਗੱਲ ਕਰਦੇ ਹਾਂ ਪੰਜਾਬੀ ਦੀ, ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ, ਤਾਂ ਉਹ ਵੀ ਮਸਲਾ ਜਿਹੜਾ ਹੈ ਜਾ ਕੇ 1947 ਦੇ ਉੱਤੇ ਡਿੱਗਦਾ। ਪੰਜਾਬੀ ਬੋਲੀ ਦੀ ਜੇਕਰ ਗੱਲ ਕਰਦੇ ਹਾਂ, ਪੰਜਾਬੀ ਸੂਬੇ ਦੀ ਗੱਲ ਕਰਦੇ ਹਾਂ, ਤਾਂ 1947 ਤੇ ਉਹ ਮਸਲਾ ਜਾ ਕੇ ਡਿੱਗਦਾ। 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਦਾ, ਉਹਦੇ ਵਿੱਚ ਫਿਰ ਜਿਹੜੇ ਇਲਾਕੇ ਬਾਹਰ ਕਰ ਦਿੱਤੇ ਜਾਂਦੇ ਨੇ, ਜਿਹੜੇ ਇਲਾਕੇ ਪੰਜਾਬ ਦੇ ਸੀ ਪਰ ਬਾਹਰ ਕਰ ਦਿੱਤੇ ਗਏ, ਉਹ ਵੀ ਇੱਕ ਮਸਲਾ ਬਣਾ ਦਿੱਤਾ ਗਿਆ। ਉਹੀ ਤੰਦ ਅੱਗੇ ਆ ਕੇ ਜੁੜਦੀ ਹੈ 1978 ਦੇ ਵਿੱਚ ਤੇ 1984 ਦੇ ਵਿੱਚ, ਜਿਹਦੇ ਕਰਕੇ ਸਾਕਾ ਵਾਪਰਦਾ, ਜਿਹਦੇ ਕਰਕੇ ਸਾਕਾ ਵਾਪਰਿਆ। 1984 ਦਾ ਬਲੂ ਸਟਾਰ ਆਪਰੇਸ਼ਨ ਹੋਇਆ, ਜਿਹਦੇ ਵਿੱਚ ਸੰਤਾਂ ਦੀ ਸ਼ਹੀਦੀ ਹੋਈ, ਬਹੁਤ ਸਾਰੇ ਨੌਜਵਾਨ ਸ਼ਹੀਦ ਕਰ ਦਿੱਤੇ ਗਏ। ਉਹੀ ਤਾਣਾ ਬੁਣਾ ਜਿਹੜਾ ਹੈਗਾ 92 ਤੱਕ ਚੱਲਦਾ, ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ ਜਾਂਦੇ ਆ। ਇਸੇ ਦੇ ਵਿੱਚ ਇੱਕ 1986 ਦੇ ਵਿੱਚ ਇੱਕ ਸਾਕਾ ਹੁੰਦਾ, ਸਾਕਾ ਨਕੋਦਰ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹੋਈ ਤੇ ਉਹਦੇ ਵਿੱਚ 4 ਨੌਜਵਾਨ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ ਗਏ। ਸੋ ਉਹ ਵੀ ਕਿਤੇ ਨਾ ਕਿਤੇ ਅੱਜ ਤੱਕ ਚੱਲਦਾ ਆਉਂਦਾ ਮਸਲਾ। ਜਿਨ੍ਹਾਂ ਨੇ ਉਹ ਨੌਜਵਾਨ ਸ਼ਹੀਦ ਕੀਤੇ ਸੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ, ਮਤਲਬ ਕਿ ਉਹਨਾਂ ਨੂੰ ਕੋਈ ਸਜ਼ਾਵਾਂ ਨਹੀਂ, ਕੋਈ ਕੁਝ ਨਹੀਂ, ਨਾ ਕੋਈ ਗੱਲਬਾਤ ਹੋਈ, ਨਾ ਕੋਈ ਸੁਣਵਾਈ ਹੋਈ, ਕੁਝ ਵੀ ਨਹੀਂ ਹੋਇਆ ਉਹਦੇ ਬਾਰੇ। ਸੋ ਉਹ ਇਸੇ ਤਰ੍ਹਾਂ ਚੱਲਦੇ ਚੱਲਦੇ ਆਪਾਂ ਕਹਿੰਦੇ ਆ ਵੀ ਜੇ ਹੁਣ ਸਿੱਧੀ ਆਪਾਂ ਆ ਜਾਈਏ 2015 ਦੇ ਵਿੱਚ, ਜਦੋਂ 2015 ਦੇ ਵਿੱਚ ਕੀ ਹੁੰਦਾ ਕਿ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਜਿਹੜਾ ਅੱਗੋਂ ਇੱਕ ਦੌਰ ਚੱਲਦਾ, ਧਰਨਿਆਂ ਦਾ ਦੌਰ ਚੱਲਦਾ, ਮੋਰਚਿਆਂ ਦਾ ਦੌਰ ਚੱਲਦਾ ਵੀ ਭਾਈ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਉਹਦੇ ਵਿੱਚੋਂ ਫਿਰ ਨਵੀਂ ਗੱਲ ਨਿਕਲਦੀ ਹੈ ਕਿ 2 ਨੌਜਵਾਨ ਹੋਰ ਸ਼ਹੀਦ ਕਰ ਦਿੱਤੇ ਜਾਂਦੇ ਆ ਵੀ ਭਾਈ ਹੁਣ ਤੁਸੀਂ ਇਹਨਾਂ ਦਾ ਬਦਲਾ ਲਓ, ਮਤਲਬ ਹੁਣ ਇਹਨਾਂ ਬਾਰੇ ਤੁਸੀਂ ਮੋਰਚੇ ਲਾਓ। ਇਹ ਤਾਂ ਇੱਥੋਂ ਤੱਕ ਤਾਂ ਠੀਕ ਸੀ ਕਿ ਪੰਜਾਬ ਦੇ ਮੋਰਚੇ ਹੈਗੇ ਆ, ਪੰਜਾਬ ਦੀ ਸਿੱਖੀ ਦੀ ਗੱਲ ਹੈ, ਪਰ ਅੱਜ ਜੋ ਹਾਲਾਤ ਬਣੇ ਹੋਏ ਨੇ, ਹਾਲਾਤ ਇੱਥੋਂ ਤੱਕ ਨਿਗਾਰ ਆ ਚੁੱਕਾ ਵੀ ਜਿਹੜੇ ਤੁਹਾਡੇ ਕਿਸਾਨੀ ਬਿੱਲ ਨੇ ਉਹਨਾਂ ਨੂੰ ਮਾਫ ਤਾਂ ਕੀ ਕਰਨਾ ਸੀ ਭਈ ਅੱਜ ਪੰਜਾਬ ਦੇ ਵਿੱਚ ਜਾਂ ਫਿਰ ਕਹੀਏ ਕਿ ਪੂਰੇ ਭਾਰਤ ਦੇ ਵਿੱਚ ਕਿਸਾਨੀ ਨੂੰ ਇੱਕ ਨਵਾਂ ਹੁਕਮ ਚਾੜ ਦਿੱਤਾ ਗਿਆ ਵੀ ਜੇਕਰ ਤੁਸੀਂ ਕਣਕਾਂ, ਜਦੋਂ ਕਣਕਾਂ ਹੁਣ ਵਾਢੀ ਚੱਲਣ ਲੱਗੀ ਹੈ, ਕਣਕਾਂ ਦੀ ਵਾਢੀ ਚੱਲਣ ਲੱਗੀ ਹੈ, ਤੇ ਜੇਕਰ ਤੁਸੀਂ ਆਪਣੀਆਂ ਕਣਕਾਂ ਵੇਚ ਕੇ ਉਹਦਾ ਪੈਸਾ ਲੈਣਾ ਤੇ ਤੁਹਾਨੂੰ ਮਲਕੀਅਤ ਦਿਖਾਉਣੀ ਪੈਣੀ ਆਪਣੀ, ਮਤਲਬ ਕਿ ਤੁਸੀਂ ਇਸ ਜ਼ਮੀਨ ਦੇ ਮਾਲਕ ਹੋ, ਇਹ ਤੁਹਾਨੂੰ ਦਿਖਾਣਾ ਪੈਣਾ। ਇਹ ਨਵਾਂ ਇੱਕ ਰੂਲ ਚਾੜ ਦਿੱਤਾ ਉਹਨਾਂ ਨੇ, ਮਤਲਬ ਤੁਹਾਨੂੰ ਹਰ ਪਾਸਿਓਂ ਉਲਝਾ ਲਿਆ ਜਾਣਾ, ਹਰ ਪਾਸਿਓਂ ਉਲਝਾ ਲਿਆ ਜਾਣਾ। ਤੁਹਾਨੂੰ ਕਿਤੋਂ ਵੀ ਆਰਾਮ ਆਉਣਾ, ਜਾਂ ਕਹਿ ਲਈਏ ਵੀ ਤੁਸੀਂ ਆਹ 3 ਬਿੱਲ ਜਿਹੜੇ ਨੇ ਇਹਨਾਂ ਨੂੰ ਮਾਫ ਕਰਾ ਕੇ ਸੁਖਾਲੇ ਹੋ ਜਾਓਗੇ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਕਿਉਂਕਿ
ਜੇਕਰ ਤੁਸੀਂ ਹੁਣ ਮਲਕੀਅਤ ਦੀ ਗੱਲ ਕਰਦੇ ਹੋ ਤਾਂ ਮਲਕੀਅਤ ਹਰ ਇੱਕ ਕਿਸਾਨ ਦੇ ਨਾਮ ਤੇ ਨਹੀਂ ਹੈਗੀ। ਬਹੁਤ ਸਾਰੇ ਪੰਜਾਬ ਦੇ ਕਿਸਾਨਾਂ ਨੇ ਜਿਹੜੀਆਂ ਜ਼ਮੀਨਾਂ ਨੇ ਉਹ ਠੇਕੇ ਤੇ ਲਈਆਂ ਹੋਈਆਂ, ਤੇ ਇੱਕ ਵੱਡੀ ਤਾਦਾਦ ਉਹਨਾਂ ਲੋਕਾਂ ਦੀ ਹੈਗੀ ਹੈ ਜਿਨ੍ਹਾਂ ਨੇ ਆਪਣੇ ਪਰਦਾਦਿਆਂ ਤੋਂ ਚੱਲਦੀਆਂ ਆਉਂਦੀਆਂ ਜ਼ਮੀਨਾਂ ਉਸੇ ਤਰ੍ਹਾਂ ਚੱਲਦੀਆਂ ਆ ਰਹੀਆਂ ਨੇ, ਉਹਨਾਂ ਨੇ ਆਪਣੇ ਨਾਂ ਤੇ ਨਹੀਂ ਕਰਾਈਆਂ। ਹੁਣ ਜੇਕਰ ਤੁਹਾਨੂੰ ਕਹਿਣਗੇ ਵੀ ਕਣਕ ਦੇ ਪੈਸੇ ਤੁਹਾਨੂੰ ਉਸ ਵੇਲੇ ਮਿਲਣੇ ਆ ਜਦੋਂ ਤੁਸੀਂ ਆਪਣੇ ਮਲਕੀਅਤ ਦੇ ਕਾਗਜ਼ ਜਿਹੜੇ ਹੈ ਉਹ ਦਿਖਾਓਗੇ, ਤਾਂ ਫਿਰ ਤੁਸੀਂ ਉੱਥੇ ਉਲਝ ਗਏ। ਤੁਸੀਂ ਉਸ ਜਗ੍ਹਾ ਦੇ ਉੱਤੇ ਜਾ ਕੇ ਉਲਝ ਜਾਣਾ ਵੀ ਭਾਈ ਸਾਡੇ ਤੋਂ ਤਾਂ ਹੈ ਨਹੀਂ, ਤੁਹਾਨੂੰ ਕਰਤਾ ਪਰੇਸ਼ਾਨ। ਉੱਥੇ ਤੁਸੀਂ ਕਣਕਾਂ ਵੀ ਬੀਜੀਆਂ, ਤੁਸੀਂ ਸਾਰਾ ਕੁਝ ਕੀਤਾ ਹੈ। ਮਤਲਬ ਕਹਿਣ ਦਾ ਵੀ ਜਿੰਨੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਇੱਥੇ ਉਲਝਾ ਰਿਹਾ। ਹੁਣ ਇਹ ਉਲਝਾਇਆ ਕਿਉਂ ਗਿਆ? ਵੀ ਇੱਕ ਤਾਂ ਤੁਸੀਂ ਇੱਕ ਪਾਸੇ ਦਿੱਲੀ ਦੇ ਵਿੱਚ ਬੈਠੇ ਹੋਏ ਹੋ ਜਾ ਕੇ, ਤੁਹਾਡੇ ਸਾਖ ਸੰਬੰਧੀ, ਤੁਹਾਡੇ ਇੱਥੋਂ ਤੱਕ ਇਹ ਵੀ ਕਹਿ ਸਕਦੇ ਹਾਂ ਮਜ਼ਦੂਰ ਜਾਂ ਤੁਹਾਡੇ ਥੱਲੇ ਕੰਮ ਕਰਨ ਵਾਲੇ ਲੋਕ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਉਹ ਫਸਲਾਂ ਦੀ ਰਾਖੀ ਵੀ ਕਰ ਰਹੇ ਨੇ, ਮਤਲਬ ਕਿ ਉਹ ਵਾਢੀ ਵੀ ਹੁਣ ਕਰਨਗੇ, ਤੇ ਤੁਸੀਂ ਜਿਹੜੇ ਮਾਲਕੋਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਆ। ਹੁਣ ਜਦੋਂ ਤੁਹਾਨੂੰ ਦਿੱਲੀ ਦੇ ਵਿੱਚ ਬੈਠਿਆਂ ਨੂੰ ਇਹ ਫਰਮਾਨ ਮਿਲਣਾ ਹੈ ਕਿ ਤੁਹਾਡੀ ਮਲਕੀਅਤ ਹੋਏਗੀ ਤੇ ਭਾਈ ਤੁਹਾਨੂੰ ਕਣਕਾਂ ਦੇ ਭਾਅ ਮਿਲਣੇ ਆ, ਤੇ ਤੁਹਾਨੂੰ ਦਿੱਲੀ ਦਾ ਮੋਰਚਾ ਛੱਡ ਕੇ ਪੰਜਾਬ ਵਾਪਸ ਪਰਤਣਾ ਪੈਣਾ। ਪੰਜਾਬ ਵਾਪਸ ਪਰਤਣਾ ਪਊਗਾ ਵੀ ਜਾ ਕੇ ਉੱਥੇ ਦੇਖੀਏ ਆਪਾਂ ਕਣਕਾਂ ਵੇਚਣੀਆਂ ਨੇ, ਇੰਨੀ ਕਣਕ ਖਰਾਬ ਥੋੜਾ ਕਰਨੀ ਹੈ, ਤੇ ਉਹਨੂੰ ਸੰਭਾਂਗੇ ਵੀ ਕਿੱਥੇ? ਆਪਾਂ ਸਟੋਰ ਵੀ ਨਹੀਂ ਕਰ ਸਕਦੇ। ਤੁਹਾਡੇ ਦਿਮਾਗਾਂ ਦੇ ਵਿੱਚ ਇਹ ਗੱਲ ਜਿਹੜੀ ਆ ਪਾ ਦਿੱਤੀ ਗਈ ਹੈ ਜਾਂ ਪਾ ਦੇਣੀ ਹੈ ਉਹਨਾਂ ਨੇ ਕਿ ਮਲਕੀਅਤ ਦਿਖਾਓਗੇ ਤਾਂ ਕਣਕ ਦੇ ਪੈਸੇ ਮਿਲਣਗੇ, ਮਲਕੀਅਤ ਨਹੀਂ ਹੈਗੀ ਤਾਂ ਨਹੀਂ ਮਿਲਣਗੇ। ਫਿਰ ਤੁਸੀਂ ਕੀ ਕਰੋਗੇ? ਜਿਹੜੇ ਦਿੱਲੀ ਦੇ ਵਿੱਚ ਬੈਠੇ ਹੋਏ ਕਿਸਾਨ ਨੇ, ਮੋਰਚੇ ਲਾ ਕੇ ਬੈਠੇ ਹੋਏ ਹੋ, ਤੁਸੀਂ ਵਾਪਸ ਆਓਗੇ ਪੰਜਾਬ ਵਾਪਸ ਆਓਗੇ, ਆ ਕੇ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰੋਗੇ। ਹੱਲ ਲੱਭੋਗੇ ਵੀ ਭਾਈ ਕਿੱਦਾਂ ਕਣਕ ਜਿਹੜੀ ਆ ਵੇਚੀਏ, ਕਣਕ ਕਿੱਦਾਂ ਵੇਚੀਏ ਕਿ ਸਾਡੀ ਖਰਾਬ ਵੀ ਨਾ ਹੋਵੇ, ਟਾਈਮ ਨਾਲ ਵਿਕ ਵੀ ਜਾਵੇ ਤੇ ਸਾਨੂੰ ਪੈਸੇ ਵੀ ਮਿਲ ਜਾਣ, ਕਿਉਂਕਿ 6 ਮਹੀਨੇ ਲਾਏ ਹੋਏ ਆਪਾਂ। ਫਿਰ ਤੁਸੀਂ ਕੀ ਕਰਨਾ ਹੈ? ਪ੍ਰਾਈਵੇਟ ਜਿਹੜੇ ਅਦਾਰੇ ਨੇ ਉਹਦੇ ਵਿੱਚ ਅਡਾਨੀ ਵੀ ਹੈ, ਅੰਬਾਨੀ ਵੀ ਹੈ। ਮੋਗੇ ਦੇ ਵਿੱਚ ਜਿਹੜੇ ਇਹਨਾਂ ਦੇ ਸਟੋਰ ਬਣ ਚੁੱਕੇ ਨੇ, ਅੰਬਾਨੀ ਅਡਾਨੀ ਦੇ ਸਟੋਰ ਇਹਨਾਂ ਦੀ ਆਈ ਸੀ ਨਾ, ਆਪਣੇ ਕੋਲ ਵੀਡੀਓ ਵੀ ਪਹੁੰਚੀ ਆ ਕਿ ਮੋਗੇ ਦੇ ਵਿੱਚ ਬਣ ਚੁੱਕੇ ਆ। ਫਿਰ ਤੁਹਾਡੇ ਕੋਲ ਇੱਕੋ ਇੱਕ ਰਾਹ ਹੋਣਾ ਵੀ ਭਾਈ ਜਿਹੜਾ ਸਰਕਾਰੀ ਰਾਹ ਆ, ਉਹਦੇ ਤੇ ਤਾਂ ਮੰਗੀ ਜਾ ਰਹੀ ਹੈ ਮਲਕੀਅਤ। ਜਿਹੜਾ ਸਰਕਾਰੀ ਰਸਤਾ ਹੈ ਉਹਦੇ ਤੇ ਮਲਕੀਅਤ ਮੰਗੀ ਜਾ ਰਹੀ ਹੈ ਵੀ ਜ਼ਮੀਨ ਤੁਹਾਡੇ ਨਾਂ ਤੇ ਹੈ ਤੇ ਤੁਹਾਨੂੰ ਅਸੀਂ ਪੈਸੇ ਦੇ ਦਿੰਨੇ ਆ, ਤੇ ਜੇ ਨਹੀਂ ਨਾ ਹੈਗੀ ਤੇ ਫਿਰ ਤੁਹਾਨੂੰ ਨਾ ਤੁਸੀਂ ਕਣਕ ਵੇਚ ਸਕਦੇ ਹੋ, ਨਾ ਪੈਸੇ ਲੈ ਸਕਦੇ ਹੋ। ਫਿਰ ਤੁਹਾਡੇ ਲਈ ਇੱਕੋ ਇੱਕ ਰਾਹ ਰਹਿ ਜਾਣਾ ਵੀ ਤੁਸੀਂ ਪ੍ਰਾਈਵੇਟ ਅਦਾਰੇ ਜਾਣੀ ਕਿ ਅੰਬਾਨੀ, ਅਡਾਨੀ ਜਾਂ ਫਿਰ ਹੋਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਆਪਣੀ ਕਣਕ ਵੇਚਣ ਲਈ ਮਜਬੂਰ ਹੋ ਜਾਓਗੇ। ਇੱਕ ਪਾਸੇ ਤੁਸੀਂ ਇੱਥੇ ਬੈਠੇ ਹੋਏ ਹੋ ਵੀ ਆਹ ਬਿੱਲ ਰੱਦ ਕਰੋ, ਪਰ ਤੁਹਾਡੀ ਮਜਬੂਰੀ ਦੂਜੇ ਪਾਸੇ ਕਿਵੇਂ ਬਣਾ ਦਿੱਤੀ ਗਈ ਹੈ? ਮੈਂ ਹਮੇਸ਼ਾ ਆਪਣੀ ਵੀਡੀਓ ਦੇ ਵਿੱਚ ਇੱਕ ਗੱਲ ਬਾਰ-ਬਾਰ ਦੁਹਰਾਉਣਾ ਹੁੰਦਾ ਹੈ ਵੀ ਇੱਕ ਪਾਸੇ ਅਸੀਂ ਭੋਲੇ ਲੋਕ ਆ, ਅਸੀਂ ਪੰਜਾਬ ਦੇ ਭੋਲੇ ਲੋਕ ਆ। ਮੈਂ ਇਹ ਨਹੀਂ ਕਹਿੰਦਾ ਵੀ ਇੰਨੇ ਵੀ ਭੋਲੇ ਆ, ਸਾਡੇ ਵਿੱਚ ਬਹੁਤ ਤੇਜ਼ ਤਰਾਰ ਦਿਮਾਗ ਵੀ ਹੈਗੇ ਆ, ਪਰ ਅਸੀਂ ਸਾਰੇ ਇੱਕੋ ਜਿਹੇ ਨਹੀਂ ਆ ਕਿ ਸਾਰੇ ਆਪਾਂ ਕਹੀਏ ਵੀ ਏਡੇ ਚੰਟ ਹੈਗੇ ਆ, ਆਪਾਂ ਬਹੁਤ ਸਾਨੂੰ ਇੰਟੈਲੈਕਚੁਅਲ, ਅਸੀਂ ਬੜੀ ਨੌਲੇਜ ਸਾਨੂੰ ਹੈਗੀ, ਇਦਾਂ ਦਾ ਨਹੀਂ ਹੈਗਾ। ਅਸੀਂ ਬਹੁਤ ਪੱਖੋਂ ਮਾਰ ਖਾ ਰਹੇ ਆ, ਖਾਦੀ ਵੀ ਹੈ, ਖਾ ਵੀ ਰਹੇ ਤੇ ਖਾਵਾਂਗੇ ਵੀ ਜੇ ਅਸੀਂ ਹੁਸ਼ਿਆਰ ਨਹੀਂ ਹੁੰਦੇ। ਤੇ ਦੂਜੇ ਪਾਸੇ ਉਹ ਸਰਕਾਰ ਹੈ ਜਿਹਦੇ ਕੋਲ ਲੱਖਾਂ ਦਿਮਾਗ ਨੇ, ਲੱਖਾਂ ਦਿਮਾਗ। ਮੈਂ ਹਰ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ। ਸੋ ਤੁਹਾਡੇ ਜਿਹੜੇ ਅੰਦੋਲਨ ਨੇ, ਤੁਹਾਡੇ ਜਿਹੜੇ ਮੋਰਚੇ ਨੇ, ਉਹਨਾਂ ਨੂੰ ਆਪਾਂ ਕਹਿ ਲਈਏ ਵੀ ਖਤਮ ਕਰਨ ਕਰਕੇ ਉਹਨਾਂ ਦੇ ਕੋਲ ਬਹੁਤ ਸਾਰੇ ਆਈਡੀਏ ਨੇ, ਬੜੇ ਦਿਮਾਗ ਨੇ ਉਹਨਾਂ ਦੇ ਕੋਲ। ਹਰ ਤਰੀਕੇ ਦੇ ਨਾਲ ਉਹ ਕਿਵੇਂ ਤੁਹਾਨੂੰ ਜਿਹੜਾ ਹੈ ਤੁਹਾਡਾ ਅੰਦੋਲਨ ਖਤਮ ਕਰਨਾ ਚਾਹੁੰਦੇ ਹੁੰਦੇ ਆ ਜਾਂ ਉਹ ਕਰ ਵੀ ਸਕਦੇ ਹੁੰਦੇ ਆ। ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਕਿ ਉਹਨਾਂ ਦੇ ਕੋਲ ਬੜੀ ਵੱਡੀ ਪਾਵਰ ਹੈ। ਜਿੱਥੇ ਮੈਨ ਪਾਵਰ ਹੈ ਉੱਥੇ ਉਹਨਾਂ ਦੇ ਕੋਲ ਬਹੁਤ ਸਾਰੇ ਦਿਮਾਗੀ ਐਸੀਆਂ ਲੋਕ ਨੇ ਜਿਹੜੇ ਉਹਨਾਂ ਨੂੰ ਪੈਰ ਦੇ ਉੱਤੇ ਆਈਡੀਆ ਦਿੰਦੇ ਨੇ ਕਿ ਕੀ ਕਰਨਾ ਕੀ ਨਹੀਂ ਕਰਨਾ। ਹੁਣ ਜਦੋਂ ਅਸੀਂ ਕਿਸਾਨੀ ਬਿੱਲਾਂ ਦੀ ਗੱਲ ਕਰਦੇ, ਮੈਂ ਥੋੜਾ ਜਿਹਾ ਇੱਥੇ ਜ਼ਿਕਰ ਕਰ ਦੇਵਾਂ। ਅਸੀਂ ਬੜਾ ਸੋਚ ਲੈਂਦੇ ਆ ਵੀ ਜਿਹੜੀ ਮੋਦੀ ਸਰਕਾਰ ਹੈ ਇਹ ਜੀ ਇਹਨਾਂ ਨੇ ਬਿੱਲ ਲੈਂਦੇ ਆ, ਇਹਨਾਂ ਨੇ ਅੰਬਾਨੀ ਅਡਾਨੀ ਨੂੰ ਸਾਰਾ ਜਿਹੜਾ ਦੇਸ਼ ਹੈਗਾ ਗਿਰਵੀ ਕਰ ਦਿੱਤਾ। ਅਸੀਂ ਸਿੰਪਲ ਇਹ ਗੱਲ ਕਹਿ ਦਿੰਦੇ ਆ ਨਾ, ਮਤਲਬ ਕਿ ਇਹਦੇ ਵਿੱਚ ਅਸੀਂ ਕੁਝ ਵੀ ਬਹੁਤਾ ਸੋਚਦੇ ਨਹੀਂ, ਕਿਉਂਕਿ ਵੱਡੇ ਸਾਡੇ ਵਿਦਵਾਨ ਇਹ ਗੱਲ ਕਹਿ ਰਹੇ ਆ। ਸਾਡੇ ਵਿਦਵਾਨ ਇਹ ਗੱਲ ਕਹਿ ਰਿਹਾ ਵੀ ਮੋਦੀ ਸਰਕਾਰ ਜਿਹੜੀ ਆ ਉਹ ਅੰਬਾਨੀ ਅਡਾਨੀ ਨੂੰ ਸਾਰਾ ਜਿਹੜਾ ਹੈਗਾ ਦੇਸ਼ ਦਾ ਬਿਜ਼ਨਸ, ਦੇਸ਼ ਦੀਆਂ ਜ਼ਮੀਨਾਂ ਜਾਂ ਜਿੰਨੀ ਵੀ ਅਰਥ ਵਿਵਸਥਾ ਹੈਗੀ ਆ ਉਹਨਾਂ ਦੀ ਝੋਲੀ ਪਾ ਦਿੱਤੀਆਂ। ਆਪਾਂ ਇਹੀ ਕਹਿੰਦੇ ਆ, ਪਰ ਅਸੀਂ ਇਹਦੇ ਤੋਂ ਉੱਤੇ ਵੱਧ ਕੇ ਸੋਚਦੇ ਨੇ ਕਿ ਜਿਹੜਾ ਏਜੰਡਾ ਚੱਲ ਰਿਹਾ ਗਲੋਬਲਿਜ਼ਮ ਦਾ, ਇਹਦੇ ਵਿੱਚ ਸਿਰਫ ਭਾਰਤੀ ਨਹੀਂ, ਮਤਲਬ ਕਿ ਇੰਟਰਨੈਸ਼ਨਲ ਲੈਵਲ ਦਾ ਇੱਕ ਏਜੰਡਾ ਚੱਲ ਰਿਹਾ, ਬੜਾ ਵੱਡਾ ਏਜੰਡਾ ਹੈ, ਤੇ ਜਿਹਦਾ ਇੱਕ ਹਿੱਸਾ ਹੈਗਾ ਖੇਤੀ ਬਿੱਲ। ਮਤਲਬ ਕਿ
ਏਜੰਡਾ ਚੱਲ ਰਿਹਾ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜਿਹਦੇ ਵਿੱਚ ਵੱਡੇ ਘਰਾਣੇ ਹੀ ਨਹੀਂ, ਅੰਬਾਨੀ ਅੰਡਾਨੀ ਨਹੀਂ, ਇੱਥੋਂ ਤੱਕ ਕਿ WHO ਤੱਕ ਮਿਲੀ ਹੋਈ ਹੈ। ਬਿਲ ਗੇਟਸ ਇਹਦਾ ਹਿੱਸਾ ਹੈ। 13 ਐਸੇ ਘਰਾਣੇ ਨੇ ਜਿਹੜੇ ਦੁਨੀਆ ਦੇ ਉੱਤੇ ਰਾਜ ਕਰਦੇ ਆ, ਸਾਨੂੰ ਕੱਖ ਵੀ ਪਤਾ ਨਹੀਂ। 70% ਜਾਇਦਾਦ ਜਿਹੜੀ ਹੈ ਉਹ ਪੂਰੀ ਦੁਨੀਆ ਦੀ 70% ਜਾਇਦਾਦ ਜਿਹੜੀ ਹੈ, ਪ੍ਰਾਪਰਟੀ ਜਾਂ ਮਾਇਆ ਕਹਿ ਲਈਏ, ਉਹ 13 ਘਰਾਣਿਆਂ ਦੇ ਕੋਲ ਹੈ ਤੇ 30% ਬਾਕੀ ਵਰਲਡ ਦੇ ਕੋਲ ਹੈ, ਜਿਨ੍ਹਾਂ ਨੂੰ ਇਲੂਮੀਨਾਟੀ ਦਾ ਨਾਮ ਦਿੱਤਾ ਜਾਂਦਾ। ਇਲੂਮੀਨਾਟੀ ਦਾ ਨਾਮ ਆਪਾਂ ਸੁਣਿਆ ਹੋਣਾ, ਤਰਸੇਮ ਜੱਸੜ ਦੇ ਗੀਤ ਦੇ ਵਿੱਚ ਵੀ ਸੁਣਿਆ ਆਪਾਂ ਕਿ ਇਲੂਮੀਨਾਟੀ ਹੈ ਜੀ, ਆ ਉਹ ਆਪਾਂ ਬਹੁਤ ਸਾਰੇ ਕਹਿ ਦਿੰਦੇ ਆ। ਉਹ ਗਾਣਾ ਗਾ ਦਿੱਤਾ ਉਹਨੇ ਬੜਾ ਵਧੀਆ, ਤੇ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਵੀ ਇਹ ਕੀ ਹੈ, ਕੀ ਆ ਇਲੂਮੀਨਾਟੀ, ਕੀ ਆ ਇਹ। 13 ਘਰਾਣੇ ਦੁਨੀਆ ਦੇ ਉੱਤੇ ਐਸੇ ਨੇ। ਸ਼ੇਅਰ ਕਰ ਦਿਓ ਵੀਰੋ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਗੱਲਬਾਤ ਕਰਨ ਦਾ ਮਜ਼ਾ ਵੀ ਆਵੇ ਤੇ ਸਾਡੀ ਗੱਲਬਾਤ ਜਿਹੜੀ ਹੈ ਉਹ ਦੂਰ ਤੱਕ ਜਾ ਸਕੇ। ਐਸੀਆਂ ਵੀਡੀਓਜ਼ ਜਦੋਂ ਆਪਾਂ ਐਸੀਆਂ ਗੱਲਾਂ ਕਰਦੇ ਆਂ, ਗਲੋਬਲਾਈਜੇਸ਼ਨ ਦੀਆਂ ਗੱਲਾਂ ਕਰਦੇ ਆਂ, ਜਦੋਂ ਨਿਊ ਵਰਲਡ ਆਰਡਰ ਦੀਆਂ ਗੱਲਾਂ ਕਰਦੇ ਆਂ, ਤਾਂ ਇਹੋ ਜਿਹੀਆਂ ਵੀਡੀਓਜ਼ ਡਿਲੀਟ ਹੋ ਜਾਂਦੀਆਂ। ਖੈਰ ਫਿਰ ਵੀ ਕੋਸ਼ਿਸ਼ ਕਰਦੇ ਆਂ ਆਪਾਂ, ਤੇ ਤੁਸੀਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਜਿਹੜੇ ਵੀ ਸਾਡੇ ਨਾਲ ਸੱਜਣ ਜੁੜੇ ਹੋਏ ਨੇ। ਪਤਾ ਹੈ ਕਿ ਟਾਈਮ ਲੇਟ ਦਾ, ਪਰ ਫਿਰ ਵੀ ਆਪਾਂ ਗੱਲਬਾਤ ਕਰਾਂਗੇ। ਸੋ ਐਸੇ 13 ਘਰਾਣੇ ਨੇ ਜਿਹੜੇ ਦੁਨੀਆ ਨੂੰ ਚਲਾਉਂਦੇ ਨੇ। ਆਪਾਂ ਟੀਵੀ ਦਾ ਰਿਮੋਟ ਦੇਖਿਆ ਹੋਣਾ ਜਾਂ ਵੀਡੀਓ ਗੇਮ ਦਾ ਰਿਮੋਟ ਦੇਖਿਆ ਹੋਣਾ। ਜੇ ਰਿਮੋਟ ਸਾਡੇ ਹੱਥ ਦੇ ਵਿੱਚ ਹੁੰਦਾ ਤੇ ਸਕਰੀਨ ਦੇ ਉੱਤੇ, ਟੀਵੀ ਸਕਰੀਨ ਜਾਂ ਜਿਹੜੀ ਸਕਰੀਨ ਹੁੰਦੀ ਹੈ, ਉਹਦੇ ਤੇ ਅਸੀਂ ਉਹ ਬਹੁਤ ਸਾਰੇ ਜਿਹੜੇ ਵੀਡੀਓ ਗੇਮ ਦੇ ਵਿੱਚ ਜਿਹੜੇ ਕਰੈਕਟਰ ਹੁੰਦੇ ਨੇ ਉਹਨਾਂ ਨੂੰ ਨਚਾਉਂਦੇ ਆ, ਬਟਨਾਂ ਦੇ ਨਾਲ ਨਚਾਉਂਦੇ ਆ। ਇਸ ਤਰ੍ਹਾਂ ਹੀ ਹੁੰਦਾ ਨਾ ਇੱਕ ਵੀਡੀਓ ਗੇਮ, ਜਾਂ ਫਿਰ ਆਪਾਂ ਵੀਡੀਓ ਜਦੋਂ ਕੋਈ ਟੀਵੀ ਵੀ ਹੈਂਡਲ, ਕੋਈ ਵੀ ਐਸਾ ਇਲੈਕਟ੍ਰੋਨਿਕ ਜਿਹੜਾ ਹੈਗਾ ਰਿਮੋਟ ਦੇ ਨਾਲ ਹੈਂਡਲ ਹੁੰਦਾ ਹੋਵੇ, ਰੋਬੋਟ ਹੀ ਕਹਿ ਲਈਏ। ਸੋ ਸਾਨੂੰ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਬਣਾ ਦਿੱਤਾ ਗਿਆ। ਅੱਜ ਸਾਨੂੰ ਇੱਕ ਕਮਾਂਡ ਦਿੱਤੀ ਜਾ ਰਹੀ ਹੈ ਰਿਮੋਟਸ ਦੇ ਰਾਹੀਂ, ਸਾਨੂੰ ਅੱਜ ਕਮਾਂਡ ਕੀਤੀ ਜਾ ਰਹੀ ਹੈ ਪੂਰੀ ਦੁਨੀਆ ਨੂੰ। ਇਹ ਗੱਲਾਂ ਕਈਆਂ ਦੇ ਉੱਪਰੋਂ ਲੱਗ ਜਾਣੀਆਂ, ਮੈਂ ਦਾਅਵੇ ਨਾਲ ਇਹ ਗੱਲ ਕਹਿਣਾ, ਇਹ ਗੱਲਾਂ ਕਈਆਂ ਦੇ ਉੱਪਰੋਂ ਲੱਗ ਜਾਣੀਆਂ। ਇਹ ਕੁਛ ਇਹ ਵੀ ਕਹਿ ਸਕਦੇ ਵੀ ਜਵਲੀਆਂ ਮਾਰੀ ਜਾਂਦੇ ਆਪਾਂ, ਪਰ ਅਸੀਂ ਕਿੱਥੋਂ ਤੱਕ ਸੋਚਿਆ ਹੋਇਆ ਕਿ ਇਹ ਖੇਤੀ ਬਿੱਲ ਜਿਹੜੇ ਨੇ ਇਹ ਜੀ ਮੋਦੀ ਸਰਕਾਰ ਲੈ ਕੇ ਆਈ ਆ, ਇਹ ਜੀ ਮੋਦੀ ਸਰਕਾਰ ਲੈ ਕੇ ਆਈ ਆ, ਮੋਦੀ ਸਰਕਾਰ ਤਾਂ ਇਹਨੂੰ ਵੇਚ ਦਊਗੀ, ਸਾਰਾ ਮੁਲਕ ਜਿਹੜਾ ਅੰਬਾਨੀਆਂ ਅੰਡਾਨੀਆਂ ਦੇ ਹਿੱਸੇ ਆ ਜਾਣਾ। ਇਸ ਤਰ੍ਹਾਂ ਆਪਾਂ ਸੋਚਾਂਗੇ ਨਾ ਇਹ ਗੱਲ, ਪਰ ਅਸੀਂ ਇਹਦੇ ਤੋਂ ਥੋੜਾ ਜਿਹਾ ਉੱਪਰ ਹੋ ਕੇ ਸੋਚੀਏ। ਇਹਦੇ ਤੋਂ ਉੱਪਰ ਹੋ ਕੇ ਸੋਚਣਾ ਪੈਣਾ ਕਿ ਜਿਹੜੇ ਖੇਤੀ ਕਾਨੂੰਨ ਨੇ, ਗਲੋਬਲਾਈਜੇਸ਼ਨ ਯਾਨੀ ਕਿ ਕੇਂਦਰੀਕਰਨ ਦਾ ਇੱਕ ਹਿੱਸਾ ਆ। ਇੱਕ ਜਿਹੜੇ ਖੇਤੀ ਬਿੱਲ ਨੇ, ਇਹਦੇ ਵਿੱਚ ਜਦੋਂ ਆਪਾਂ ਕਹਿੰਦੇ ਆ ਕਿ ਜਿਹੜੀ ਜ਼ਮੀਨ ਸਾਡੀ ਹੈ ਉਹ ਅੰਬਾਨੀਆਂ ਅੰਡਾਨੀਆਂ ਨੂੰ ਦੇ ਦਿੱਤੀ ਜਾਣੀ ਆ, ਆਪਾਂ ਇਹ ਕਹਿੰਦੇ ਆ ਨਾ, ਆਪਾਂ ਇਹੀ ਗੱਲ ਕਹਿੰਦੇ ਨਾ, ਅੰਬਾਨੀਆਂ ਅੰਡਾਨੀਆਂ ਨੂੰ ਦੇ ਦਿੱਤੀ ਜਾਣੀ ਹੈ। ਤੇ ਮੈਂ ਵੀ ਉਹੀ ਗੱਲ ਕਹਿ ਰਿਹਾ ਕਿ ਦੁਨੀਆ ਦੇ 13 ਘਰਾਣੇ ਨੇ ਜਿਨ੍ਹਾਂ ਨੂੰ ਇਲੂਮੀਨਾਟੀ ਦਾ ਨਾਮ ਦਿੱਤਾ ਗਿਆ, ਜਿਹੜੇ ਇਸ ਦੁਨੀਆ ਨੂੰ ਚਲਾ ਰਹੇ ਨੇ, ਜਿਨ੍ਹਾਂ ਦੀ ਘਰ ਦੀ ਜ਼ਗੀਰ ਹੈਗੀ ਹੈ ਵਰਲਡ ਬੈਂਕ। ਵਰਲਡ ਬੈਂਕ ਉਹਨਾਂ ਦਾ ਬਣਾਇਆ ਹੋਇਆ, ਉਹ 13 ਘਰਾਣਿਆਂ ਦਾ ਬਣਾਇਆ ਹੋਇਆ ਵਰਲਡ ਬੈਂਕ ਹੈ। ਤੇ ਵਰਲਡ ਬੈਂਕ ਜਿਹੜਾ, ਜਿੱਦਾਂ ਮੈਂ ਪਹਿਲਾਂ ਗੱਲ ਕਹੀ ਆ ਵੀ ਉਹ 13 ਘਰਾਣਿਆਂ ਦੇ ਕੋਲ ਦੁਨੀਆ ਦੀ, ਵਿਸ਼ਵ ਦੀ 70% ਜਿਹੜੀ ਮਾਇਆ ਹੈ ਉਹਨਾਂ 13 ਘਰਾਣਿਆਂ ਦੇ ਕੋਲ ਆ, ਤੇ 30% ਜਿਹੜੀ ਆ ਉਹ ਬਾਕੀ ਦੁਨੀਆ ਦੇ ਕੋਲ ਆ। ਸਾਡੇ ਤੁਹਾਡੇ ਵਰਗੇ ਜਿਹੜੇ ਰੇਂਜ ਰੋਵਰ ਲੈ ਕੇ ਤੇ ਐ ਸੜਕ ਦੇ ਉੱਤੇ ਰੇਸਾਂ ਦੇ ਕੇ ਲੰਘਦੇ ਆ, ਤਾਂ ਵੱਡਾ ਡੀਜੇ ਲਾ ਕੇ ਵਿੱਚ ਕਹਿੰਦੇ ਐਂਪ ਰਖਾਇਆ ਹੋਇਆ ਆਪਾਂ ਵੀ ਅਸੀਂ ਇਹ ਦੁਨੀਆ ਚਲਾ ਰਹੇ ਆ। ਇਹ ਉਹ ਵੀ ਸੁਣ ਲੈਣ ਜਿਹੜੇ ਹੈਗੇ ਆ, ਜਿਹੜੇ ਕਹਿੰਦੇ ਵੀ ਮੇਰੇ ਕੋਲ ਫਰਾਰੀ ਗੱਡੀ ਆ, ਜਿਹੜੇ ਮੇਰੇ ਕੋਲ ਫਰਾਰੀ ਆ ਤੇ ਮੈਂ ਦੁਨੀਆ ਦਾ ਅਮੀਰ ਆ। ਉਹ ਭੁਲੇਖੇ ਦੇ ਵਿੱਚ ਨੇ। ਅਸਲ ਦੇ ਵਿੱਚ 13 ਘਰਾਣੇ ਇਹੋ ਜਿਹੇ ਆ ਜਿਨ੍ਹਾਂ ਕੋਲ 70% ਜਾਇਦਾਦ ਹੈ, 30% ਬਾਕੀ ਦੁਨੀਆ ਦੇ ਕੋਲ ਆ, ਤੁਹਾਡੇ ਮੇਰੇ ਵਰਗਿਆਂ ਦੇ ਕੋਲ। ਹੁਣ ਉਹ ਜਿਹੜੀ 70% ਜਾਇਦਾਦ ਉਹ 13 ਘਰਾਣੇ ਹੈਗੇ ਆ, ਉਹਨਾਂ ਵੱਲੋਂ ਬਣਾਇਆ ਗਿਆ ਅੱਗੇ ਵਰਲਡ ਬੈਂਕ। ਵਰਲਡ ਬੈਂਕ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਵਰਲਡ ਬੈਂਕ ਬਣਾ ਦਿੱਤਾ, ਉਹਨੂੰ ਆਪਾਂ ਸਾਰੇ ਜਾਣਦੇ ਹਾਂ। ਹੁਣ ਉਹ ਵਰਲਡ ਬੈਂਕ ਕੀ ਕਰਦਾ ਹੈ? ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਕਰਜ਼ਾ ਦਿੰਦਾ ਹੈ। ਕਰਜ਼ਾ ਦਿੰਦਾ ਬਿਨਾਂ ਮਤਲਬ ਤੋਂ, ਕਿਸੇ ਨੂੰ ਗ੍ਰਾਂਟ ਦੇ ਦਿੱਤੀ, ਕਿਸੇ ਨੂੰ ਵੈਸੇ ਕਹਿ ਦਿੱਤਾ ਵੀ ਆਲਾ ਭਾਈ ਇੰਨੇ ਅਰਬ ਚੱਕ, ਇੰਨੇ ਅਰਬ ਡਾਲਰ ਜਿਹੜੇ ਆ ਤੈਨੂੰ ਦਿੱਤੇ ਜਾਂਦੇ ਆ ਵੀ ਤੂੰ ਆ ਫਲਾਣਾ ਕੰਮ ਕਰ ਲਾ। ਉਹ ਹੁੰਦੀ ਹੈ ਰਿਸ਼ਵਤ। ਉਹ ਰਿਸ਼ਵਤ ਦਿੱਤੀ ਜਾਂਦੀ ਹੈ। ਇੰਡੀਆ ਨੂੰ ਦੇ ਦਿੱਤੀ, ਪਾਕਿਸਤਾਨ ਨੂੰ ਦੇ ਦਿੱਤੀ, ਬੰਗਲਾਦੇਸ਼ ਨੂੰ ਜਾਂ ਫਿਰ ਅਫਗਾਨਿਸਤਾਨ ਨੂੰ ਜਾਂ ਕਿਤੇ ਵੀ ਹੋਰ ਦੇ ਦੇਣੀ। ਸੋ ਉਹ ਵਰਲਡ ਬੈਂਕ ਕਿਵੇਂ ਲਿਖਤੀ ਰੂਪ ਦੇ ਵਿੱਚ ਉਹ ਜਿਹੜਾ ਕਰਜ਼ਾ ਹੈਗਾ ਦਿੰਦਾ,
ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਦੇਸ਼ ਨੂੰ ਤੁਹਾਡੀਆਂ ਸਰਕਾਰਾਂ ਜਿਹੜੀਆਂ ਜਿਨ੍ਹਾਂ ਨੇ ਲਿਆ ਹੁੰਦਾ ਕਰਜ਼ਾ ਉਹਨਾਂ ਨੂੰ ਆਪਣੇ ਗੁਲਾਮ ਬਣਾ ਲੈਂਦਾ ਹੈ ਵਰਲਡ ਬੈਂਕ ਜਿਹੜਾ ਹੈ। ਸੋ ਜਦੋਂ ਉਹ ਦੇਸ਼ ਜਿਹੜੇ ਆ ਕਰਜ਼ੇ ਦੇ ਵਿੱਚ ਡੁੱਬ ਜਾਂਦੇ ਆ, ਫਿਰ ਉਹਨਾਂ ਦੇ ਕੋਲੋਂ ਆਪਣੀ ਮਨਚਾਹੀਆਂ ਜਿਹੜੀਆਂ ਹੈਗੀਆਂ ਗੱਲਾਂ ਉਹਨਾਂ ਕੋਲੋਂ ਮਨਵਾਈਆਂ ਜਾਂਦੀਆਂ। ਇਹ ਇੱਕ ਰੂਲ ਹੈਗਾ, ਆਪਾਂ ਕਹਿ ਲਈਏ ਵੀ ਅੰਤਰਰਾਜੀ ਪੱਧਰ ਦੇ ਉੱਤੇ ਇੱਕ ਟੈਕਟ ਜਿਹੜਾ ਹੈਗਾ ਉਹਨਾਂ ਵੱਲੋਂ ਚਲਾਇਆ ਗਿਆ ਵੀ ਦੁਨੀਆ ਨੂੰ ਕੰਟਰੋਲ ਕਰਨਾ ਕਿਵੇਂ ਕਰਨਾ, ਆਹ ਕੰਟਰੋਲ ਹੈਗਾ ਉਹਨਾਂ ਦਾ। ਇਸ ਤਰ੍ਹਾਂ ਉਹਨਾਂ ਨੇ ਦੁਨੀਆ ਕੰਟਰੋਲ ਕੀਤੀ ਹੈ। ਤੇ ਭਾਵੇਂ ਬ੍ਰਿਟੇਨ ਹੋਵੇ, ਇੰਗਲੈਂਡ ਹੋਵੇ, ਭਾਵੇਂ ਇੰਡੀਆ ਹੋਵੇ ਜਾਂ ਫਿਰ ਹੋਵੇ ਪਾਕਿਸਤਾਨ, ਉਹਨਾਂ ਨੇ ਇਸ ਤਰ੍ਹਾਂ ਸਾਰਿਆਂ ਨੂੰ ਹੈਂਡਲ ਕੀਤਾ ਹੋਇਆ ਕਿ ਇਹਨਾਂ ਨੂੰ ਆਪਣੇ ਏਜੰਡੇ ਦੇ ਵਿੱਚ ਲਿਆ ਕੇ ਤੇ ਇਹਨਾਂ ਦੇ ਕੋਲ ਐਦਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾਉਣੀਆਂ। ਸੋ ਹੁਣ ਆ ਜਾਂਦੀ ਹੈ ਗੱਲ ਗਲੋਬਲਾਈਜੇਸ਼ਨ ਦੀ, ਕੇਂਦਰੀਕਰਨ ਕਰਨ ਦੀ। ਕੇਂਦਰੀਕਰਨ ਕੀ ਹੈ, ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਵਾਂ। ਕੇਂਦਰੀਕਰਨ ਇਹ ਹੁੰਦਾ ਇਹਦੇ ਹੁਣ ਮੈਂ ਉਲਟ ਵੀ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਭਿੰਡਰਾਂ ਵਾਲੇ ਸੰਤਾਂ ਨੇ 1984 ਤੋਂ ਪਹਿਲਾਂ ਇੱਕ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ ਉਹ ਪਾਸ ਕੀਤਾ ਤੇ ਉਹਦੇ ਤੇ ਕਿਹਾ ਸਰਕਾਰ ਨੂੰ ਕਿ ਤੁਸੀਂ ਇਹ ਮੰਗਾਂ ਸਾਡੀਆਂ ਮੰਨੋ। ਉਹ ਸੀ ਕਿ ਸਟੇਟਾਂ ਨੂੰ ਜਿਹੜਾ ਹੈ ਵੱਧ ਅਧਿਕਾਰ ਦਿੱਤੇ ਜਾਣ, ਮਤਲਬ ਕਿ ਕੇਂਦਰ ਕੋਲ ਵੱਧ ਅਧਿਕਾਰ ਨਾ ਹੋਣ ਬਲਕਿ ਸਟੇਟਾਂ ਦੇ ਕੋਲ ਅਧਿਕਾਰ ਹੋਣ। ਯਾਨੀ ਕਿ ਪੰਜਾਬ ਕੋਲ ਅਧਿਕਾਰ ਹੋਣ, ਮਹਾਰਾਸ਼ਟਰ ਕੋਲ ਅਧਿਕਾਰ ਹੋਣ, ਬੰਗਾਲ ਕੋਲ ਆਪਣੇ ਅਧਿਕਾਰ ਹੋਣ। ਸੋ ਇਹ ਸੀ ਆਨੰਦਪੁਰ ਸਾਹਿਬ ਦਾ ਮਤਾ ਜਿਹਦੇ ਵਾਸਤੇ ਸੰਤ ਜਰਨੈਲ ਸਿੰਘ ਉਹਨਾਂ ਦੇ ਸਾਥੀਆਂ ਨੇ ਸ਼ਹੀਦੀ ਦਿੱਤੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ। ਇੰਦਰਾ ਗਾਂਧੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਵੀ ਇਹ ਆਨੰਦਪੁਰ ਸਾਹਿਬ ਦਾ ਮਤਾ ਜਿਹੜੀਆਂ ਮੰਗਾਂ ਮੰਨ ਰਹੇ ਆ, ਇਹਦੇ ਵਿੱਚ ਕੀ ਹੋਣਾ ਕਿ ਇੰਦਰਾ ਗਾਂਧੀ ਜਿਹੜੀ ਚਾਹੁੰਦੀ ਸੀ ਵੀ ਮੇਰੇ ਹੱਥ ਸਾਰੀ ਕਮਾਂਡ ਹੋਵੇ, ਇਹ ਆਨੰਦਪੁਰ ਸਾਹਿਬ ਦਾ ਮਤਾ ਤੇ ਸਟੇਟਾਂ ਨੂੰ ਵੱਧ ਅਧਿਕਾਰ ਦਿੰਦਾ ਹੈ ਤੇ ਜੇਕਰ ਸਟੇਟਾਂ ਨੂੰ ਵੱਧ ਅਧਿਕਾਰ ਦਿੰਦਾ ਇਹ ਮਤਾ ਤਾਂ ਮੇਰੇ ਹੱਥ ਤਾਂ ਕੁਝ ਵੀ ਨਹੀਂ ਰਹੂਗਾ। ਹਰ ਇੱਕ ਸਟੇਟ ਦਾ ਮੁੱਖ ਮੰਤਰੀ ਜਿਹੜਾ ਉਹ ਆਪਣੀ ਗੱਲ ਕਰੂਗਾ ਕਿ ਇਦਾਂ ਆਹ ਗੱਲਬਾਤ ਜਿਹੜੀ ਹੈ ਇਹ ਸਾਨੂੰ ਮੰਨਣੀ ਪਊਗੀ ਹਰ ਇੱਕ ਸਟੇਟ ਦੀ। ਸੋ ਇੰਦਰਾ ਗਾਂਧੀ ਨੇ ਉਹ ਚੀਜ਼ ਜਿਹੜੀ ਆ ਉਸ ਵੇਲੇ ਭਾਂਪ ਲਈ, ਮਤਲਬ ਕਿ ਉਹਨੂੰ ਪਤਾ ਲੱਗ ਗਈ, ਉਹਨੇ ਫੀਲ ਕਰ ਲਈ ਕਿ ਆਹ ਸਟੇਟਾਂ ਨੂੰ ਵੱਧ ਅਧਿਕਾਰ ਦੇਣ ਵਾਲਾ ਜਿਹੜਾ ਹੈਗਾ ਮਤਾ ਇਹ ਮੇਰੀ ਜਿਹੜੀ ਪਾਵਰ ਹੈ ਉਹਨੂੰ ਘਟਾਉਂਦਾ ਤੇ ਸਟੇਟਾਂ ਦੀ ਜਿਹੜੀ ਪਾਵਰ ਹੈਗੀ ਹੈ ਉਹਨੂੰ ਵਧਾਉਂਦਾ। ਇਸ ਚੱਕਰ ਦੇ ਵਿੱਚ ਫਿਰ ਇੰਦਰਾ ਗਾਂਧੀ ਵੱਲੋਂ ਅਟੈਕ ਕੀਤਾ ਗਿਆ, ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਸੰਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਆਨੰਦਪੁਰ ਸਾਹਿਬ ਦੇ ਮਤੇ ਦਾ ਭੋਗ ਪਾ ਦਿੱਤਾ ਗਿਆ ਵੀ ਨਹੀਂ ਗਲੋਬਲਾਈਜੇਸ਼ਨ। ਉਹ ਗਲੋਬਲਾਈਜੇਸ਼ਨ ਤਾਂ ਆਪਾਂ ਇਹਦਾ ਕਹਿੰਦੇ ਨਾ ਵੱਡੇ ਪੱਧਰ ਦੇ ਉੱਤੇ, ਆਪਾਂ ਇਹ ਕਹਿ ਦਈਏ ਕੇਂਦਰੀਕਰਨ ਨੂੰ ਉਸਨੇ ਕਿਵੇਂ ਬਰਕਰਾਰ ਰੱਖਿਆ, ਮਤਲਬ ਕਿ ਕੇਂਦਰ ਦੇ ਹੱਥ, ਦਿੱਲੀ ਦੇ ਹੱਥ ਪਾਵਰ ਹੋਊਗੀ, ਦਿੱਲੀ ਦੇ ਹੱਥ ਪਾਵਰ ਹੋਊਗੀ, ਕੋਈ ਵੀ ਸਟੇਟ ਆਪਣੇ ਹਿਸਾਬ ਦੇ ਨਾਲ ਨਹੀਂ ਚੱਲ ਸਕੂਗੀ। ਇਸ ਗੱਲ ਨੂੰ ਲੈ ਕੇ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਤੇ ਉਹ ਜੋ ਵੀ ਹੋਇਆ ਵਰਤਾਰਾ ਸਾਨੂੰ ਸਾਰਾ ਪਤਾ ਹੈ। ਉਹ ਜਿਹੜਾ ਕੇਂਦਰੀਕਰਨ ਹੈਗਾ, ਉਹ ਕੇਂਦਰੀਕਰਨ ਕਿਵੇਂ, ਆਪਾਂ ਬਹੁਤ ਵਾਰ ਕਹਿ ਦਿੰਦੇ ਆ ਵੀ ਉਹ ਭਾਈ ਕਾਂਗਰਸ ਸੀ, ਅੱਜ ਮੋਦੀ ਆ ਚੁੱਕਿਆ, ਮੋਦੀ ਬੜਾ ਮਾੜਾ ਹੈ, ਮੋਦੀ ਤਾਂ ਐਂ ਕਰਨਾ ਚਾਹੁੰਦਾ ਹੈ। ਆਪਾਂ ਕਾਂਗਰਸ ਦਾ ਵੀ ਰਾਜ ਦੇਖਿਆ ਹੋਇਆ, ਮਤਲਬ ਕਿ ਇਹ ਸਾਰੇ ਜਿਹੜੇ ਲੋਕ ਨੇ ਇਹ ਚਾਹੁੰਦੇ ਆ ਕਿ ਆਪਾਂ ਸਟੇਟਾਂ ਦੇ ਜਿਹੜੇ ਵੱਧ ਅਧਿਕਾਰ ਹੈਗੇ ਆ ਉਹਨਾਂ ਨੂੰ ਖਤਮ ਕਰਕੇ ਆਪਣੇ ਹੱਥ ਦੇ ਵਿੱਚ ਲੈ ਲਈਏ। ਆਪਾਂ ਪਿੰਡਾਂ ਦੇ ਵਿੱਚ ਦੇਖਿਆ ਹੋਣਾ ਪਿਛਲੇ ਸਮੇਂ 'ਚ ਕਠਪੁਤਲੀਆਂ ਨਚਾਉਂਦੇ ਆ। ਕਠਪੁਤਲੀਆਂ ਦੀਆਂ ਡੋਰਾਂ ਜਿਹੜੀਆਂ ਹੁੰਦੀਆਂ ਆਪਣੇ ਹੱਥ ਦੇ ਵਿੱਚ ਹੁੰਦੀਆਂ, ਜਿਹੜਾ ਮਦਾਰੀ ਹੁੰਦਾ ਉੱਪਰ, ਉਹ ਕੀ ਕਰਦਾ ਹੁੰਦਾ, ਉਹਨੂੰ ਆਪਣੇ ਹਿਸਾਬ ਨਾਲ ਤੁਣਕਾ ਲਾਉਂਦਾ ਤੇ ਉਹ ਕਠਪੁਤਲੀ ਜਿਹੜੀ ਨੱਚਦੀ ਆ। ਇਸੇ ਤਰ੍ਹਾਂ ਕੇਂਦਰੀਕਰਨ ਦੀ ਜਿਹੜੀ ਨੀਤੀ ਹੈਗੀ ਆ, ਕੇਂਦਰੀਕਰਨ ਦੀ ਨੀਤੀ ਜਿਹੜੀ ਉਹ ਇਸੇ ਤਰ੍ਹਾਂ ਦੀ ਆ ਵੀ ਇੱਕ ਬੰਦਾ ਰਾਜ ਕਰੂਗਾ, ਉਹਦੇ ਅਧੀਨ ਸਾਰੀਆਂ ਪਾਵਰਾਂ, ਸਾਰੀਆਂ ਸਟੇਟਾਂ ਜਿਹੜੀਆਂ ਹੋਣਗੀਆਂ। ਜੇਕਰ ਕੇਂਦਰੀਕਰਨ ਹੁੰਦਾ ਤਾਂ ਫਿਰ ਉਹਦੇ ਨੁਕਸਾਨ ਕੀ ਨੇ? ਉਹਦੇ ਨੁਕਸਾਨ ਇਹ ਆ ਕਿ ਜਿਹੜਾ ਧਰਮ, ਜਿਹੜੀ ਪਾਵਰ ਕੇਂਦਰ ਦੇ ਵਿੱਚ ਬੈਠੀ ਹੋਊਗੀ ਉਹ ਚਾਹੂਗੀ ਵੀ ਬਾਕੀ ਸਟੇਟਾਂ ਦੇ ਵਿੱਚ ਸਾਡਾ ਰਾਜ ਚੱਲੇ। ਜੋ ਅਸੀਂ ਕਹਿੰਦੇ ਆ ਉਹ ਰਾਜ ਜਿਹੜਾ ਹੈਗਾ ਉਹ ਚੱਲਣਾ ਚਾਹੀਦਾ। ਜੇ ਮੇਰਾ ਧਰਮ ਹਿੰਦੂ ਹੈ ਤਾਂ ਸਟੇਟਾਂ ਦੇ ਵਿੱਚ ਵੀ ਉਹੀ ਲਾਅ ਜਿਹੜੇ ਨੇ, ਉਹੀ ਕਾਨੂੰਨ ਸਾਡੇ ਧਰਮ ਦੇ ਮੁਤਾਬਕ ਜਿਹੜੇ ਉਹ ਚੱਲਣੇ ਚਾਹੀਦੇ ਆ। ਜਿਵੇਂ ਹੁਣ ਇਹ ਕਹਿ ਦਿੱਤਾ ਗਿਆ ਵੀ ਮੂਤ ਪੀਣ ਦੇ ਨਾਲ ਆ ਬਿਮਾਰੀਆਂ ਠੀਕ ਹੁੰਦੀਆਂ, ਜਦ ਕਿ ਪੰਜਾਬ ਦੇ ਵਿੱਚ ਜੇਕਰ ਤੁਸੀਂ ਇਹ ਕਹਿ ਕੇ ਵੇਖੋ ਵੀ ਮੂਤ ਪੀਣਾ ਜਾਂ ਪੀਓ, ਜਾਂ ਸਰਕਾਰੀ ਤੌਰ ਤੇ ਆਪਾਂ ਕਹੀਏ ਵੀ ਹਦਾਇਤਾਂ ਨੇ ਤੁਹਾਨੂੰ ਟੀਵੀ ਦੇ ਉੱਤੇ ਐਡਵਰਟਾਈਜ਼ ਦਿਖਾਈਆਂ ਜਾਣ ਤਾਂ ਤੁਸੀਂ ਨਹੀਂ ਮੰਨੋਗੇ। ਪਰ ਅੱਜ ਤੁਹਾਨੂੰ ਕੇਂਦਰ ਦੀ ਸ਼ਹਿ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਅੱਗੇ ਲਿਆਂਦੀਆਂ ਜਾਂਦੀਆਂ।
ਤੁਹਾਨੂੰ ਐਡਵਰਟ ਦੇ ਰੂਪ ਦੇ ਵਿੱਚ ਦਿਖਾਈਆਂ ਜਾਂਦੀਆਂ। ਤੁਹਾਨੂੰ ਕਾਣੇ ਬਾਬੇ ਆ ਕੇ ਕਹਿੰਦੇ ਨੇ, ਕਾਣੇ ਜਿਹੜੇ ਲੋਕ ਨੇ ਉਹ ਆ ਕੇ ਤੁਹਾਨੂੰ ਕਹਿੰਦੇ ਆ ਵੀ ਆ ਪੀਓ। ਉਹ ਤੁਹਾਨੂੰ ਇਦਾਂ ਦੇ ਕੈਨ ਤਿਆਰ ਕਰ ਦਿੰਦੇ ਜਿਵੇਂ ਕੋਕ ਦੇ ਜਾਂ ਫਿਰ ਫੈਂਟੇ ਦੇ ਕੈਨ ਹੁੰਦੇ ਆ, ਜਾਂ ਜਿਵੇਂ ਨਾਰੀਅਲ ਦੇ ਪਾਣੀ ਦੇ ਕੈਨ ਹੁੰਦੇ ਨੇ। ਇਸੇ ਤਰ੍ਹਾਂ ਤੁਹਾਨੂੰ ਮੂਤ ਦੇ ਕੈਨ ਦੇ ਦਿੱਤੇ ਉਹਨਾਂ ਨੇ। ਗੋਆ ਜਿਹੜਾ ਹੈਗਾ, ਗਾਈ ਦਾ ਗੋਆ ਹੋ ਗਿਆ ਜਾਂ ਮੱਝ ਦਾ ਗੋਆ ਹੋ ਗਿਆ, ਤੁਹਾਨੂੰ ਉਹਦੇ ਫਾਇਦੇ ਦਿਖਾਉਣ ਲੱਗ ਪਏ। ਤੁਹਾਨੂੰ ਇੱਥੋਂ ਤੱਕ ਐਸੇ ਗੀਤ ਜਿਹੜੇ ਕਰ ਦਿੱਤੇ ਵੀ ਜੋ ਨਾ ਬੋਲੇ ਜੈ ਸ਼੍ਰੀ ਰਾਮ ਭੇਜ ਦੋ ਉਸਕੋ ਕਬਰਸਤਾਨ। ਇਹ ਹੁੰਦੀ ਹੈ ਕੇਂਦਰੀਕਰਨ ਦੀ ਨੀਤੀ, ਜਾਂ ਫਿਰ ਉਹ ਪਾਵਰ ਕਿਵੇਂ ਉਹ ਇਸਤੇਮਾਲ ਕਰਦੇ ਨੇ। ਹੁਣ ਅੱਜ ਉਹਨਾਂ ਦੇ ਕੋਲ ਪਾਵਰ ਹੈਗੀ ਆ, ਅੱਜ ਉਹਨਾਂ ਕੋਲ ਪਾਵਰ ਹੈ। ਜੇਕਰ ਸਟੇਟਾਂ ਕੋਲ ਪਾਵਰ ਹੁੰਦੀ ਤਾਂ ਫਿਰ ਆ ਚੀਜ਼ਾਂ ਨਹੀਂ ਸੀ ਆਉਣੀਆਂ, ਪਰ ਅੱਜ ਉਹ ਪਾਵਰ ਵਿੱਚ ਬੈਠ ਕੇ। ਤੇ ਜਿਹੜੀ ਬੀਜੇਪੀ ਆ ਉਹ ਆਰਐਸਐਸ ਦੀ ਨੀਤੀ ਦਾ ਇੱਕ ਰਾਜਨੀਤਿਕ ਵਿੰਗ ਹੈਗਾ। ਆਰਐਸਐਸ ਇੱਕ ਐਸੀ ਜਥੇਬੰਦੀ ਆ, ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਇਦਾਂ ਚੱਲ ਰਹੀ ਹੈ ਉਦਾਂ ਚੱਲ ਰਹੀ ਹੈ। ਉਹ ਆਪਣੇ ਧਰਮ ਦੇ ਮੁਤਾਬਕ ਸਾਰਾ ਕੁਝ ਕਰਨ ਦੇ ਵਿੱਚ ਜਿਹੜਾ ਹੈ ਅੱਗੇ ਵਧ ਰਹੀ ਹੈ ਵੀ ਭਾਈ ਅਸੀਂ ਤਾਂ ਐਂ ਹੀ ਕਰਾਂਗੇ। ਮਤਲਬ ਉਹਨਾਂ ਦਾ ਧਰਮ ਜਾਂ ਫਿਰ ਉਹਨਾਂ ਦੀ ਨੀਤੀ ਉਹ ਕਹਿੰਦੀ ਆ ਵੀ ਉਹ ਕਰ ਰਹੇ ਨੇ, ਉਹਦੇ ਵਿੱਚ ਉਹ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਆ। ਅਸੀਂ ਜੇ ਕਹੀਏ ਉਹ ਗਲਤ ਕਰ ਰਹੇ ਸਹੀ ਕਰ ਰਹੇ, ਇਹ ਮੈਟਰ ਨਹੀਂ ਕਰਦਾ। ਹੁਣ ਆਰਐਸਐਸ ਦਾ ਇੱਕ ਰਾਜਨੀਤਿਕ ਵਿੰਗ ਅੱਗੇ ਹੈਗਾ ਬੀਜੇਪੀ, ਤੇ ਬੀਜੇਪੀ ਨੇ ਜੋ ਪੂਰੇ ਦੇਸ਼ ਦੇ ਵਿੱਚ ਜੋ ਕਰਨਾ ਸ਼ੁਰੂ ਕੀਤਾ, ਜੋ ਬੀਜੇਪੀ ਨੇ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਕਰਨਾ ਸ਼ੁਰੂ ਕੀਤਾ ਹੋਇਆ, ਉਹਨੂੰ ਆਪਾਂ ਦੇਖ ਕੇ ਸਮਝ ਸਕਦੇ ਹਾਂ ਵੀ ਜਿਹੜੀ ਕੇਂਦਰੀਕਰਨ ਦੀ ਨੀਤੀ ਸੀਗੀ ਉਹਨੂੰ ਕਿੱਡੇ ਵੱਡੇ ਪੱਧਰ ਤੇ ਉਭਾਰਿਆ ਗਿਆ। ਤੇ ਜਿਹੜਾ ਸਟੇਟਾਂ ਨੂੰ ਵੱਧ ਅਧਿਕਾਰ ਦੇਣ ਦਾ ਜਿਹੜਾ ਉਸ ਵੇਲੇ ਮਤਾ ਪਾਇਆ ਗਿਆ ਸੀਗਾ, ਉਸ ਨੂੰ ਅੱਤਵਾਦ ਦੇ ਨਾਲ ਜੋੜ ਦਿੱਤਾ ਗਿਆ, ਜਿਹਦੇ ਕਰਕੇ ਸਾਡੇ ਦਰਬਾਰ ਸਾਹਿਬ ਤੇ ਵੀ ਅਟੈਕ ਕੀਤਾ ਗਿਆ। ਹੁਣ ਅੱਜ ਆਪਾਂ ਦੁਬਾਰਾ ਮੁੜ ਕੇ ਜੇਕਰ ਕਿਸਾਨੀ ਮੋਰਚੇ ਦੇ ਉੱਤੇ ਆ ਜਾਂਦੇ ਆ, ਕਿਸਾਨੀ ਮੋਰਚੇ ਬਾਰੇ ਜਿਹੜੀ ਖਾਸ ਤੌਰ ਦੇ ਉੱਤੇ ਸਾਫ਼ ਸਿੱਧੇ ਸ਼ਬਦਾਂ ਦੇ ਵਿੱਚ ਇੱਕ ਗੱਲ ਕਹਿਣੀ। ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਤੁਸੀਂ ਸ਼ਾਇਦ ਦੇਖੀ ਹੋਊਗੀ, ਜੇਕਰ ਨਹੀਂ ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦਿਖਾ ਦਿਆਂਗੇ ਕਿ ਨਰਿੰਦਰ ਮੋਦੀ ਹੋਰੀ ਖੁਦ ਆਪਣੀ ਸਪੀਚ ਦੇ ਵਿੱਚ ਇਹ ਕਹਿ ਰਿਹਾ ਕਿ ਨਿਊ ਵਰਲਡ ਆਰਡਰ ਜਿਹਨੂੰ ਕਿ ਭਾਰਤ ਅਡਾਪਟ ਕਰ ਰਿਹਾ। ਨਿਊ ਵਰਲਡ ਆਰਡਰ ਕੀ ਹੈਗਾ? ਨਿਊ ਵਰਲਡ ਆਰਡਰ ਸ਼ਬਦ ਇੱਕ ਐਸਾ ਸ਼ਬਦ ਹੈ, ਇਹਨੂੰ ਇਸ ਤਰ੍ਹਾਂ ਟਰੇਸ ਕੀਤਾ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਨੇ, YouTube ਨੇ। ਜਿਹੜਾ ਇਹ ਸ਼ਬਦ ਬੋਲਦਾ ਉਹ ਵੀਡੀਓ ਡਿਲੀਟ ਕਰ ਦਿੱਤੀ ਜਾਂਦੀ ਹੈ। ਨਿਊ ਵਰਲਡ ਆਰਡਰ ਜਦੋਂ ਆਪਾਂ ਬੋਲਦੇ ਆ ਨਾ, ਆ ਵੀ ਸ਼ਾਇਦ ਹੋ ਜਾਵੇ, ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿਉਂਕਿ ਤੁਸੀਂ ਜਿੰਨੇ ਕੁ ਜੁੜੇ ਹੋਏ ਹੋ ਮੇਰੇ ਨਾਲ, ਤੁਹਾਨੂੰ ਤਾਂ ਚਲੋ ਘੱਟੋ ਘੱਟ ਪਤਾ ਲੱਗੂਗਾ। ਨਿਊ ਵਰਲਡ ਆਰਡਰ ਸ਼ਬਦ ਜਦੋਂ ਤੁਸੀਂ ਬੋਲਦੇ ਹੋ ਤਾਂ ਉਹਨੂੰ ਖਾਸ ਤਰੀਕੇ ਦੇ ਨਾਲ ਉਹਨੂੰ ਟਰੇਸ ਕੀਤਾ ਜਾਂਦਾ, ਉਹਨੂੰ ਦੇਖਿਆ ਜਾਂਦਾ, ਇਨਵੈਸਟੀਗੇਟ ਕੀਤਾ ਜਾਂਦਾ ਵੀ ਭਾਈ ਇਹ ਸ਼ਬਦ ਕਿਉਂ ਬੋਲਿਆ ਗਿਆ, ਇਹਦੇ ਬਾਰੇ ਕੀ ਬੋਲਿਆ ਇਹ ਬੰਦਾ। ਸੋ ਜਿਹੜਾ ਨਿਊ ਵਰਲਡ ਆਰਡਰ ਹੈਗਾ, ਉਹਦੇ ਮੇਨ ਜਿਹੜੇ ਏਜੰਡੇ ਆ, ਨਿਊ ਵਰਲਡ ਆਰਡਰ ਦੇ ਮੇਨ ਏਜੰਡੇ ਇਹ ਆ ਕਿ ਇੱਕ ਆਪਾਂ ਡੀਪਾਪੂਲੇਸ਼ਨ ਕਰਨੀ ਆ। ਡੀਪਾਪੂਲੇਸ਼ਨ ਦਾ ਮਤਲਬ ਇਹ ਹੋ ਗਿਆ ਵੀ ਅਸੀਂ ਦੁਨੀਆ ਦੇ ਵਿੱਚੋਂ ਜਨਸੰਖਿਆ ਘਟਾਉਣੀ ਹੈ, ਮਤਲਬ ਕਿ ਬੰਦੇ ਮਾਰਨੇ ਆ। ਠੀਕ ਹੈ ਜੀ, ਇਹਨੂੰ ਆਪਾਂ ਸਮਝ ਲਈਏ। ਨਿਊ ਵਰਲਡ ਆਰਡਰ ਦਾ ਹਿੱਸਾ ਹੈ ਜਨਸੰਖਿਆ ਘਟਾਉਣੀ, ਜਿਹਦੇ ਵਿੱਚ ਇਹ ਆ ਕਿ ਆਪਾਂ ਬੰਦੇ ਮਾਰਨੇ ਆ। ਬੰਦੇ ਕਿਵੇਂ ਮਾਰਨੇ ਆ? ਵੱਖ-ਵੱਖ ਵਾਇਰਸ ਦਾ ਨਾਮ ਦੇ ਕੇ, ਵੱਖ-ਵੱਖ ਤਰ੍ਹਾਂ ਦੇ ਟੀਕੇ ਲਾ ਕੇ, ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਨੂੰ ਕੈਂਸਰ ਦੇ ਰੋਗੀ ਦੂਜੇ ਤੀਜੇ ਬਣਾ ਕੇ, ਜਾਂ ਫਿਰ ਦੰਗਿਆਂ ਦੇ ਵਿੱਚ ਮਾਰ ਦੇਣੇ, ਕਿਤੇ ਵਾਰ ਕਰਾ ਦੇਣੀ, ਵਰਲਡ ਵਾਰ ਕਰਾ ਦੇਣੀ, ਜਾਂ ਫਿਰ ਦੋ ਦੇਸ਼ਾਂ ਦੇ ਵਿੱਚ ਵਾਰ ਕਰਾ ਦੇਣੀ, ਜਾਂ ਕਿਤੇ ਬੰਬ ਧਮਾਕੇ ਕਰ ਦੇਣੇ। ਆਹ ਹੈ ਉਹਦਾ ਹਿੱਸਾ। ਸੋ ਇੱਕ ਤਾਂ ਡੀਪਾਪੂਲੇਸ਼ਨ ਹੋ ਗਈ, ਦੂਸਰਾ ਹੈਗਾ ਕੇਂਦਰੀਕਰਨ। ਜਿਵੇਂ ਗਲੋਬਲਾਈਜੇਸ਼ਨ ਦੀ ਮੈਂ ਜਦੋਂ ਗੱਲ ਕੀਤੀ ਹੈ ਕਿ ਇੱਕ ਤਾਂ ਦੇਸ਼ ਦੀ ਪੂਰੇ ਸਟੇਟਾਂ ਦੀ ਪਾਵਰ ਕੇਂਦਰ ਦੇ ਵਿੱਚ, ਜਿਵੇਂ ਇੰਦਰਾ ਗਾਂਧੀ ਲੈਣਾ ਚਾਹੁੰਦੀ ਸੀ ਜਾਂ ਅੱਜ ਫਿਰ ਮੋਦੀ ਲੈਣਾ ਚਾਹੁੰਦਾ ਹੈ। ਤੇ ਗਲੋਬਲਾਈਜੇਸ਼ਨ ਦਾ ਜਿਹੜਾ ਡੀਪਾਪੂਲੇਸ਼ਨ ਦਾ ਜਾਂ ਫਿਰ ਨਿਊ ਵਰਲਡ ਆਰਡਰ ਦਾ ਜਿਹੜਾ ਆਪਾਂ ਕਹਿ ਲਈਏ ਵੀ ਦੂਸਰਾ ਪੱਖ ਇਹ ਹੈਗਾ ਵੀ ਉਹ ਵੀ ਗਲੋਬਲਾਈਜੇਸ਼ਨ ਇਸ ਤਰ੍ਹਾਂ ਕਰਨਾ ਚਾਹੁੰਦੇ ਆ ਵੀ ਪੂਰੇ ਦੇਸ਼ ਉਹਨਾਂ ਦੀ ਕਮਾਂਡ ਖਿੱਚ ਕੇ ਇੱਕ ਜਗ੍ਹਾ ਲਿਆਉਣੀ ਚਾਹੁੰਦੇ ਆ, ਉਹ ਵੀ ਆਹ ਬੰਦਾ ਹੈਂਡਲ ਕਰੂਗਾ ਤੇ ਬਾਕੀ ਜਿਹੜੀ ਦੁਨੀਆ ਹੈ ਉਸ ਤਰ੍ਹਾਂ ਚੱਲੂਗੀ। ਕੋਈ ਵੀ ਦੇਸ਼ ਹੋਵੇ, ਉਹਦੀ ਆਪਣੀ ਸੰਸਕ੍ਰਿਤੀ, ਉਹਦਾ ਆਪਣਾ ਕਲਚਰ, ਉਹਦੀ ਆਪਣੀ ਬੋਲੀ ਜਿਹੜੀ ਹੈ, ਸਾਰਾ ਕੁਝ ਖਤਮ ਕਰਕੇ ਇੱਕ ਜਿਹੜੀ ਹੈ ਰੱਸੀ ਦੇ ਨਾਲ ਇੱਕ ਮਦਾਰੀ ਜਿਹੜਾ ਹੈ ਉੱਪਰੋਂ ਤੁਣਕ ਕਰੂਗਾ ਤੇ ਬਾਕੀ ਜਿਹੜੀਆਂ ਪੁਤਲੀਆਂ ਨੱਚਣਗੀਆਂ। ਇਹ ਇੱਕ ਵੱਡਾ ਹਿੱਸਾ ਹੈਗਾ। ਤੀਸਰੀ ਜਿਹੜੀ ਵੱਡੀ ਗੱਲ ਹੈਗੀ ਆ ਕਿ ਇਹ ਫਾਰਮਾ ਕੰਪਨੀਆਂ ਜਿਹੜੀਆਂ ਵੱਡੇ ਰੋਗਾਂ ਦੇ ਨਾਮ ਤੇ, ਕੈਂਸਰ ਵਰਗੇ ਰੋਗਾਂ ਦੇ ਨਾਮ ਦੇ ਉੱਤੇ ਤੁਹਾਨੂੰ ਲੁੱਟਣਗੀਆਂ, ਉਹ ਆਪਣਾ ਬਿਜ਼ਨਸ ਚਲਾਉਣਗੀਆਂ।
ਉਹ ਤੁਹਾਨੂੰ ਖਤਮ ਕਰਨਗੀਆਂ ਦਵਾਈਆਂ ਦੇ ਨਾਂ ਦੇ ਉੱਤੇ। ਤੁਹਾਨੂੰ ਕਹਿ ਦਿੱਤਾ ਜਾਊਗਾ ਵੀ ਭਾਈ ਕੈਂਸਰ ਹੋ ਗਿਆ, ਖਤਮ ਆ ਇਦਾਂ ਉਦਾਂ, ਤੁਹਾਨੂੰ ਮਾਰ ਦਿੱਤਾ ਜਾਊਗਾ। ਕੈਂਸਰ ਕਿਤੇ ਤੁਹਾਨੂੰ ਮੈਂ ਇੱਕ ਹੋਰ ਉਦਾਹਰਨ ਦੇਣੀ ਚਾਹੂੰਗਾ। ਉਦਾਹਰਨ ਕੀ, ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ। ਜੇਕਰ ਤੁਸੀਂ ਜਾ ਕੇ ਇੰਟਰਨੈਟ ਦੇ ਉੱਤੇ ਕਦੇ ਸਰਚ ਕਰੋ ਕਿ ਅਮਰੀਕਾ ਦੇ ਵਿੱਚ ਐਸੇ ਸਾਇੰਟਿਸਟ ਸੀ ਜਿਹੜੇ ਰਾਤੋਂ ਰਾਤ ਗਾਇਬ ਹੋ ਗਏ, ਉਹ ਅੱਜ ਤੱਕ ਉਹ ਲੱਭੇ ਨਹੀਂ ਕਦੀ ਵੀ। ਅਮਰੀਕਾ ਦੇ ਵਿੱਚ ਐਸੇ ਸਾਇੰਟਿਸਟ ਸੀ ਜਿਹੜੇ ਗਾਇਬ ਹੋ ਗਏ, ਰਾਤੋਂ ਰਾਤ ਮੁੜ ਕੇ ਕਦੇ ਲੱਭੇ ਨਹੀਂ। ਉਹ ਕੌਣ ਸੀ? ਉਹ ਸਾਇੰਟਿਸਟ ਕੌਣ ਸੀ? ਉਹ ਡਾਕਟਰ ਕੌਣ ਸੀਗੇ ਪਤਾ ਤੁਹਾਨੂੰ? ਉਹ ਲੋਕ ਸੀ ਜਿਨ੍ਹਾਂ ਨੇ ਕੈਂਸਰ ਦਾ ਇਲਾਜ ਲੱਭ ਲਿਆ ਸੀ। ਉਹਨਾਂ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਲੱਭ ਲਿਆ ਸੀ ਉਹਨਾਂ ਨੇ। ਤੇ ਜਦੋਂ ਉਹਨਾਂ ਨੇ ਆਪਣੀ ਇਹ ਖੋਜ ਉੱਪਰ ਦੱਸੀ, ਆਪਣੇ ਹਾਈ ਕਮਾਂਡ ਨੂੰ, ਜਾਂ ਫਿਰ ਸਰਕਾਰਾਂ ਤੱਕ ਪਹੁੰਚਾਈ, ਜਾਂ ਫਿਰ ਉਹਨਾਂ ਲੋਕਾਂ ਤੱਕ ਪਹੁੰਚਾਈ ਜਿਹੜੇ ਇਸ ਏਜੰਡੇ ਦੇ ਵਿੱਚ ਨਿਊ ਵਰਲਡ ਆਰਡਰ ਦੇ ਏਜੰਡੇ ਦੇ ਨਾਲ ਸੰਬੰਧਿਤ ਸੀ, ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਤਾਂ ਰਾਤੋਂ ਰਾਤ ਉਹ ਡਾਕਟਰ ਜਿਹੜੇ ਨੇ ਉਹ ਗਾਇਬ ਹੋ ਗਏ, ਉਹ ਸਾਇੰਟਿਸਟ ਗਾਇਬ ਹੋ ਗਏ। ਤੁਸੀਂ ਗੂਗਲ ਦੇ ਉੱਤੇ ਜਾ ਕੇ ਸਰਚ ਕਰਿਓ, ਮੇਰੀਆਂ ਗੱਲਾਂ ਤੇ ਵਿਸ਼ਵਾਸ ਨਾ ਕਰਿਓ। ਉਹ ਲੋਕ ਗਾਇਬ ਹੋ ਗਏ। ਮਤਲਬ ਕਿ ਲੋਕ ਉਹ ਜਿਹੜੇ ਆਪਾਂ ਨੂੰ ਬਿਲ ਗੇਟਸ ਵਰਗੇ ਨਾਮ ਜਿਹੜੇ ਹੈਗੇ ਆ ਉਹ ਬਾਹਰ ਆਉਂਦੇ ਆ। ਬਿਲ ਗੇਟਸ ਜਾਂ ਫਿਰ ਉਹ 13 ਘਰਾਣੇ ਜਿਨ੍ਹਾਂ ਦੀ ਮੈਂ ਗੱਲ ਸ਼ੁਰੂ ਦੇ ਵਿੱਚ ਕੀਤੀ ਆ, ਉਹ ਨਾਮ ਬਾਹਰ ਆਉਂਦੇ ਆ। ਉਹ ਲੋਕ ਨਹੀਂ ਚਾਹੁੰਦੇ ਵੀ ਕੈਂਸਰ ਦਾ ਇਲਾਜ ਆਵੇ। ਜੇਕਰ ਕੈਂਸਰ ਦਾ ਇਲਾਜ ਆ ਜਾਂਦਾ ਹੈ ਤਾਂ ਸਾਡੀਆਂ ਮਹਿੰਗੀਆਂ ਦਵਾਈਆਂ ਜਿਹੜੀਆਂ ਨੇ ਉਹ ਨਹੀਂ ਵਿਕਣਗੀਆਂ। ਉਹ ਮਹਿੰਗੀਆਂ ਦਵਾਈਆਂ ਨਹੀਂ ਵਿਕਣੀਆਂ। ਉਸ ਤੋਂ ਬਾਅਦ ਕੀਮੋਥੈਰੇਪੀ ਜਿਹੜੀ ਹੈਗੀ ਆ, ਕੀਮੋਥੈਰੇਪੀ ਜਦੋਂ ਕਿਸੇ ਨੂੰ ਕੈਂਸਰ ਹੋ ਜਾਂਦਾ ਤਾਂ ਉਹਨੂੰ ਉਹਦੀ ਕੀਮੋਥੈਰੇਪੀ ਤੇ ਲੈ ਆਉਂਦੇ ਆ ਵੀ ਭਾਈ ਤੈਨੂੰ ਆ ਕਰਾਉਣੀ ਪੈਣੀ ਹੈ ਜੇ ਬਚਣਾ। ਬੰਦਾ ਜਿਹਨੂੰ ਕੈਂਸਰ ਹੋ ਗਿਆ ਉਹ ਵਿਚਾਰਾ ਜਾ ਕੇ ਕਰਾ ਲੈਂਦਾ, ਤੇ ਜਿਹਦੀ ਕੀਮੋਥੈਰੇਪੀ ਹੋ ਗਈ ਉਹਦੇ ਅੱਗੇ ਮੌਤ ਖੜੀ ਹੋਈ ਹੈ। ਉਹ ਸਾਰਾ ਕੁਝ ਜਿਹੜਾ ਹੈ ਵੱਡੀ ਭੇਡ ਚਾਲ ਹੈ ਕਿ ਇਹ ਆਪਣਾ ਜਿਹੜਾ ਬਿਜ਼ਨਸ ਹੈ ਉਹਨੂੰ ਰਨ ਕਰਨਾ ਚਾਹੁੰਦੇ ਨੇ, ਉਹਨੂੰ ਰਨ ਕਰਨਾ ਚਾਹੁੰਦੇ ਆ ਇਹ ਤੁਹਾਨੂੰ ਦਵਾਈਆਂ ਦੇ ਜ਼ਰੀਏ। ਜੇਕਰ ਕੈਂਸਰ ਦਾ, ਸ਼ੂਗਰ ਦਾ ਇਲਾਜ ਆ ਜਾਂਦਾ ਹੈ, ਜਾਂ ਫਿਰ ਜਿਹੜੇ ਬਲੱਡ ਪ੍ਰੈਸ਼ਰ ਜਾਂ ਜਿੰਨੇ ਵੀ ਇਲਾਜ ਹੈਗੇ ਆ, ਥਾਇਰਾਇਡ ਦਾ ਇਲਾਜ, ਤੁਹਾਨੂੰ ਪੱਕੀਆਂ ਗੋਲੀਆਂ ਲਾ ਦਿੱਤੀਆਂ ਜਾਂਦੀਆਂ ਵੀ ਜੇਕਰ ਤੁਸੀਂ ਆ ਲਾਓਗੇ ਤਾਂ ਬਚੋਗੇ, ਅਦਰਵਾਈਜ਼ ਖਤਮ। ਪਰ ਇਹ ਨਹੀਂ ਪਤਾ ਵੀ ਤੁਹਾਡੀ ਸ਼ੂਗਰ ਦੀਆਂ ਦਵਾਈਆਂ, ਤੁਹਾਡੀਆਂ ਕੈਂਸਰ ਦੀਆਂ ਦਵਾਈਆਂ, ਤੁਹਾਨੂੰ ਪਰਮਾਨੈਂਟ ਜਿਹੜੀਆਂ ਡੇਲੀ ਰੂਟੀਨ ਦੇ ਵਿੱਚ ਟੈਬਲੇਟਸ ਮਿਲਦੀਆਂ ਖਾਣ ਨਾਲ, ਉਹ ਤੁਹਾਡੀਆਂ ਕਿਡਨੀਆਂ ਖਤਮ ਕਰਦੀਆਂ। ਤੁਹਾਡੀਆਂ ਕਿਡਨੀਆਂ ਜਦੋਂ ਖਤਮ ਹੁੰਦੀਆਂ ਫਿਰ ਤੁਹਾਨੂੰ ਡਾਇਲਸਿਸ ਤੇ ਲਾ ਦਿੱਤਾ ਜਾਂਦਾ ਹੈ। ਡਾਇਲਸਿਸ ਕਿੰਨੀ ਦੇਰ ਬੰਦਾ ਕੱਢਦਾ ਡਾਇਲਸਿਸ ਦੇ ਉੱਤੇ? 6 ਮਹੀਨੇ ਕੱਢ ਜੂਗਾ। ਡਾਇਲਸਿਸ ਕਰਾਓਗੇ ਰੋਜ਼, ਹਫਤੇ 'ਚ ਇੱਕ ਵਾਰੀ ਕਰਾਓਗੇ, 1500-2500 ਲੱਗਦਾ ਤੁਹਾਡਾ। 6 ਮਹੀਨੇ ਕਰਾਓਗੇ, ਉਸ ਤੋਂ ਬਾਅਦ ਤੁਹਾਡੀ ਮੌਤ ਹੈਗੀ ਆ, ਯਕੀਨਨ ਮੌਤ ਹੈ ਤੁਹਾਡੀ। ਮੌਤ ਹੋ ਗਈ ਤੇ ਉਹੀ ਉਹਨਾਂ ਦਾ ਏਜੰਡਾ ਜਿਹੜਾ ਡੀਪਾਪੂਲੇਸ਼ਨ ਦਾ ਉਹ ਸਹਾਈ ਹੋ ਰਿਹਾ। ਇਸ ਕਰਕੇ ਸਾਨੂੰ ਅਸੀਂ ਇਹ ਭੋਲੇਪਨ ਦੇ ਵਿੱਚ ਨਾ ਰਹੀਏ ਵੀ ਬਾਦਲ ਨੇ ਕੀ ਕਰਤਾ, ਕੈਪਟਨ ਨੇ ਕੀ ਕਰ ਦਿੱਤਾ, ਮੋਦੀ ਨੇ ਕੀ ਕਰ ਦਿੱਤਾ। ਇਸ ਵਰਲਡ ਦੇ ਜਿਹੜਾ ਇੱਕ ਨਿਊ ਵਰਲਡ ਆਰਡਰ ਹੈਗਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਇਹ ਸਾਰਾ ਕੁਝ ਚੱਲ ਰਿਹਾ ਹੈ। ਖੇਤੀ ਬਿੱਲ ਜਿਹੜੇ ਨੇ ਤਾਂ ਇਹ ਮੋਦੀ ਨੂੰ ਕਿਹਾ ਗਿਆ ਵੀ ਇਹ ਕਰ, ਮੋਦੀ ਨੂੰ ਉੱਪਰੋਂ ਹੁਕਮ ਹੋਏ ਆ ਤਾਂ ਨਹੀਂ ਉਹ ਵਾਪਸ ਕਰ ਰਿਹਾ, ਕਿਉਂਕਿ ਉਹ 13 ਘਰਾਣਿਆਂ ਨੇ ਕਿਹਾ ਹੋਇਆ। ਬਿਲ ਗੇਟਸ ਦੀ ਜਾਇਦਾਦ ਦਾ ਕੱਲ ਨੂੰ ਗੂਗਲ ਦੇ ਉੱਤੇ ਜਾ ਕੇ ਸਰਚ ਕਰ ਲਿਓ। ਹਜੇ ਤਾਜ਼ਾ ਨਿਊਜ਼ ਹੈ, ਕਿਸੇ ਚੈਨਲ ਨੇ ਪਾਈ ਹੋਈ, ਮੈਂ ਭੁੱਲ ਗਿਆ ਉਹਦੇ ਬਾਰੇ। ਬਿਲ ਗੇਟਸ ਦੀ ਅਮਰੀਕਾ ਦੇ ਵਿੱਚ ਕਿੰਨੀ ਜਿਹੜੀ ਹੈ ਖੇਤੀ ਵਾਲੀ ਜਿਹੜੀ ਜ਼ਮੀਨ ਹੈਗੀ ਆ, ਕਿੰਨੇ ਹਜ਼ਾਰ ਏਕੜ ਜਿਹੜੀ ਉਹਦੀ ਜ਼ਮੀਨ ਉਹ ਅਮਰੀਕਾ ਦੇ ਵਿੱਚ ਹੈਗੀ ਆ। ਉੱਥੇ ਉਹ ਅਮਰੀਕਾ ਦੇ ਵਿੱਚ ਬਿਲ ਗੇਟ, ਭਾਰਤ ਦੇ ਵਿੱਚ ਅੰਬਾਨੀ ਅੰਡਾਨੀ ਤੁਹਾਨੂੰ ਬਣਾਉਣਗੇ ਗੁਲਾਮ। ਤੇ ਇਹ ਡੀਪਾਪੂਲੇਸ਼ਨ ਜਾਂ ਨਿਊ ਵਰਲਡ ਆਰਡਰ ਦਾ ਇੱਕ ਹੋਰ ਹਿੱਸਾ ਹੈਗਾ। ਇੱਕ ਹੋਰ ਇਹਦੇ ਵਿੱਚ ਉਹਨਾਂ ਨੇ ਇੱਕ ਨਵੀਂ ਟਰਮ ਪਾਈ ਆ, ਨਵੀਂ ਨਹੀਂ ਪਾਈ, ਮਤਲਬ ਕਿ ਇਹਦਾ ਹਿੱਸਾ ਆ ਕਿ ਹਰ ਇੱਕ ਦੀ ਮਿਨੀਮਮ ਵੇਜਸ ਹੋਵੇ। ਮਿਨੀਮਮ ਵੇਜਸ ਦਾ ਪਤਾ ਕੀ ਹੁੰਦਾ? ਵੀ ਅੱਜ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨੀ ਮਿਹਨਤ ਕਰਕੇ ਅਮੀਰ ਹੋ ਸਕਦੇ ਹੋ, ਵੀ ਮੈਂ ਤਾਂ ਬੜੀ ਮਿਹਨਤ ਕੀਤੀ ਹੈ ਮੈਂ ਅਮੀਰ ਹੋ ਜਾਣਾ। ਉਹ ਜਿਹੜੀ ਮਿਨੀਮਮ ਵੇਜਸ ਵਾਲੀ ਟਰਮ ਹੈ ਨਾ ਜਿਹੜੀ ਨਿਊ ਵਰਲਡ ਆਰਡਰ ਦੀ, ਉਹ 'ਚ ਇਹ ਆ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ, ਜਿੰਨੀ ਮਰਜ਼ੀ ਮਿਹਨਤ ਕਰ ਲਓ, ਤੁਸੀਂ ਰਹਿਣਾ ਗੁਲਾਮ ਹੀ ਆ, ਤੁਹਾਨੂੰ ਮਿਨੀਮਮ ਵੇਜਸ ਦੇ ਹਿਸਾਬ ਨਾਲ ਨਹੀਂ ਮਿਲਣਾ। ਅੱਜ ਭਾਵੇਂ ਇਹ ਹੁਣ ਜਿਹੜਾ ਜਦੋਂ ਆਪਾਂ ਗੱਲ ਕਰਦੇ ਆ ਖੇਤੀ ਬਿੱਲਾਂ ਦੀ, ਆ ਕਾਨੂੰਨ ਜਿਹੜੇ ਆ ਗਏ,
ਇਹ ਕਾਨੂੰਨ ਆ ਗਏ, ਇਹਦਾ ਨੁਕਸਾਨ ਕੀ ਆ ਵੀ ਸਾਡੇ ਕੋਲ ਕਿਸੇ ਮੰਨ ਲਓ ਪੰਜਾਬ ਦੇ ਕਿਸੇ ਕਿਸਾਨ ਦੇ ਕੋਲ 100 ਕਿੱਲਾ ਹੈ, ਉਹਦਾ ਵੀ ਉਹੀ ਹਾਲ ਹੋਣਾ ਜਿਹੜਾ 1 ਕਿੱਲੇ ਵਾਲੇ ਦਾ। ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਮਿਨੀਮਮ ਵੇਜਸ ਵਾਲੀ ਜਿਹੜੀ ਹੈ ਟਰਮ ਉਹ ਇੱਥੇ ਆ ਕੇ ਢੁਕਦੀ ਹੈ। ਤੁਹਾਨੂੰ ਗੁਲਾਮ ਬਣਾ ਲਿਆ ਜਾਣਾ ਹੈ ਇਸ ਤਰੀਕੇ ਦੇ ਨਾਲ ਕਿ ਤੁਸੀਂ ਕਿਸੇ ਕੰਮ ਦੇ ਨਹੀਂ, ਤੁਹਾਡਾ 100 ਕਿੱਲਾ ਵੀ ਜਿਹੜਾ ਹੈ ਤੁਹਾਡੇ ਵਾਸਤੇ ਕੱਖ ਨਹੀਂ ਰਹਿਣਾ। ਐਡੀਆਂ ਵੱਡੀਆਂ ਚਾਲਾਂ ਨੇ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ। ਇਹਨੂੰ ਆਪਾਂ ਨੂੰ ਸੋਚਣਾ ਪੈਣਾ। ਆ ਲਓ ਜੀ, ਸਤਿੰਦਰਜੀਤ ਸਿੰਘ ਢਾਲੀਵਾਲ ਹੋਰਾਂ ਨੇ ਲਿਖ ਦਿੱਤਾ 2,42,000 ਏਕੜ ਆਫ ਫਾਰਮਲੈਂਡ। ਇਹ ਮੈਨੂੰ ਲੱਗਦਾ ਬਿਲ ਗੇਟਸ ਦੀ ਗੱਲ ਕੀਤੀ ਉਹਨਾਂ ਨੇ, ਆ ਲਿਖ ਦਿੱਤੀ, ਜਿਹੜੀ ਅਸਲ ਦੇ ਵਿੱਚ ਹੈਗੀ ਆ। ਤੁਸੀਂ ਕਮੈਂਟ ਚੈੱਕ ਕਰ ਲਿਓ। ਦੀਪ ਸਿੱਧੂ ਆਲਸੋ ਐਕਸਪਲੇਨਿੰਗ। ਬਿਲਕੁਲ ਹਾਂ, ਹੁਣ ਆਪਾਂ ਆ ਜਾਈਏ ਪੰਜਾਬ ਦੇ ਉੱਤੇ। ਇਹ ਤਾਂ ਵੱਡੇ ਲੈਵਲ ਦੇ ਉੱਤੇ ਆਪਾਂ ਗੱਲ ਕਰ ਲਈ। ਹੁਣ ਆਪਾਂ ਦੀਪ ਸਿੱਧੂ ਦੀ ਗੱਲ ਕਰ ਲਈਏ। ਆ ਮੇਰੇ ਵੀਰ ਨੇ ਨਾ ਇੱਕ ਕਮੈਂਟ ਲਿਖਿਆ ਆ, ਸਤਿੰਦਰਜੀਤ ਸਿੰਘ ਹੋਰਾਂ ਨੇ ਲਿਖ ਦਿੱਤਾ ਕਮੈਂਟ, ਤੇ ਤੁਸੀਂ ਪੜ੍ਹ ਵੀ ਸਕਦੇ ਹੋ। ਦੀਪ ਸਿੱਧੂ ਉਹ ਗੱਲ ਕਰਦਾ ਸੀ ਇਹ ਨਿਊ ਵਰਲਡ ਆਰਡਰ ਦੀ। ਹੁਣ ਸਾਰੇ ਕਹਿਣਗੇ ਵੀ ਨਹੀਂ, ਉਹ ਤਾਂ ਇਸ ਕਰਕੇ ਪਾਤਾ, ਏਦਾਂ ਕਰਤਾ, ਉਹ ਕਰਤਾ। ਜਿਹੜਾ ਦੀਪ ਸਿੱਧੂ ਆ ਉਹ ਗ੍ਰਿਫਤਾਰ ਹੋਣ ਤੋਂ ਪਹਿਲਾਂ 26 ਜਨਵਰੀ ਦੀਆਂ ਘਟਨਾਵਾਂ ਤੋਂ ਪਹਿਲਾਂ ਗੱਲ ਕਰਦਾ ਹੁੰਦਾ ਸੀ ਨਿਊ ਵਰਲਡ ਆਰਡਰ ਦੀ। ਠੀਕ ਹੈ ਜੀ, ਨਿਊ ਵਰਲਡ ਆਰਡਰ ਜਿਹੜਾ ਹੈ, ਜਿਹਦੇ ਬਾਰੇ ਕੋਈ ਵੀ ਗੱਲ ਕਰਦਾ ਉਹਦੇ ਅੱਗੇ ਔਂਕੜਾਂ ਖੜੀਆਂ ਹੋਈਆਂ। ਭਾਈ। ਉਹ ਇਹ ਨਹੀਂ ਵੀ ਮੋਦੀ ਸਰਕਾਰ ਦਾ ਵਿਰੋਧੀ ਆ, ਉਹ ਤਾਂ ਦੁਨੀਆ ਦੇ ਵਿੱਚ ਇੱਕ ਵੱਡੀ ਪਾਵਰ ਜਿਹੜੀ ਹੈ ਉਹਦਾ ਵਿਰੋਧੀ ਹੋ ਗਿਆ ਉਹ। ਤੇ ਦੀਪ ਸਿੱਧੂ ਨੇ ਆਪਣੀਆਂ ਉਹ ਗੱਲਾਂ ਕੀਤੀਆਂ ਸੀ ਪਿਛਲੇ ਦਿਨਾਂ ਦੇ ਵਿੱਚ। ਆਪਾਂ ਬਹੁਤ ਵਾਰੀ ਇਹ ਗੱਲ ਕਹਿ ਦਿੰਦੇ ਵੀ ਉਹ ਜੀ ਝੰਡਾ ਚੜਾਤਾ, ਉਹਨੂੰ ਤਾਂ ਗ੍ਰਿਫਤਾਰ ਕਰ ਲਿਆ, ਉਹ ਜੀ ਰਾਜੇਵਾਲ ਨੇ ਐ ਕਹਿ ਦਿੱਤਾ, ਪਰ ਸਾਨੂੰ ਨਹੀਂ ਪਤਾ ਵੀ ਪਿੱਛੇ ਕੀ ਚੱਲ ਰਿਹਾ। ਸੋ ਆ ਗੱਲਾਂ ਆਪਾਂ ਨੂੰ ਸਮਝਣੀਆਂ ਪੈਣੀਆਂ। ਨਿਊ ਵਰਲਡ ਆਰਡਰ ਕੀ ਹੈ, ਇਹਦੇ ਬਾਰੇ ਸਰਚ ਕਰੋ। ਮੇਰੀਆਂ ਗੱਲਾਂ ਤੇ ਨਾ ਜਾਇਓ, ਮੈਂ ਕੀ ਕਹਿ ਰਿਹਾ ਆਪ ਆਪਣੀ ਸਰਚ ਕਰੋ। ਤੁਹਾਡੇ ਵੀ ਆਪਣੇ ਜਿਹੜਾ ਹੈ ਬ੍ਰੇਨ ਹੈ, ਪ੍ਰਮਾਤਮਾ ਨੇ ਦਿੱਤਾ ਹੋਇਆ, ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣੀ ਸਰਚ ਕਰੋ ਕਿ ਆਖਰ ਬਣ ਕੀ ਰਿਹਾ। ਹੁਣ ਆਪਾਂ ਆਉਣਾ ਮੇਨ ਗੱਲ ਦੇ ਉੱਤੇ। ਮੇਨ ਗੱਲ ਕੀ ਹੈਗੀ ਹੈ ਕਿ ਪੰਜਾਬ 'ਚ ਫਿਰ ਕਰੋਨਾ ਵਾਇਰਸ ਜਿਹੜਾ ਹੈ ਉਹ ਪੈਦਾ ਕਰ ਦਿੱਤਾ ਗਿਆ। ਕਰੋਨਾ ਵਾਇਰਸ ਜਿਹੜਾ ਦੁਬਾਰਾ ਪੈਦਾ ਕਰ ਦਿੱਤਾ ਗਿਆ। ਹੁਣ ਆਪਾਂ ਜਦੋਂ ਗੱਲ ਕਰਦੇ ਹਾਂ, ਬਹੁਤ ਵਾਰ ਅਸੀਂ ਕਹਿੰਦੇ ਗੋਦੀ ਮੀਡੀਆ ਵਿਕ ਗਿਆ, ਉਹ ਤਾਂ ਸਰਕਾਰਾਂ ਦੀ ਗੱਲ ਕਰਦਾ ਹੈ, ਉਹ ਤਾਂ ਇਦਾਂ ਗੱਲ ਕਰਦਾ, ਉਦਾਂ ਗੱਲ ਕਰਦਾ। ਇਹਦਾ ਹੁਣ ਅਗਲਾ ਰੂਪ ਤੁਹਾਨੂੰ ਮੈਂ ਦੱਸਦਾ। ਆਪਾਂ ਨੂੰ ਸਾਲ ਕੁ ਹੋ ਗਿਆ ਕਰੋਨਾ ਵਾਇਰਸ ਦੇ ਝੰਜਟ ਦੇ ਵਿੱਚ ਪਿਆ ਨੂੰ। ਪੂਰੀ ਦੁਨੀਆ ਦੇ ਵਿੱਚ ਝੰਜਟ ਪਿਆ ਹੋਇਆ, ਤੇ ਇਹ ਗੱਲ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ, ਹੁਣ ਮੈਂ ਦੁਬਾਰਾ ਨਹੀਂ ਕਰਨੀ ਕਿ ਨਿਊ ਵਰਲਡ ਆਰਡਰ ਦਾ ਇਹ ਹਿੱਸਾ ਹੈ ਕਰੋਨਾ ਵਾਇਰਸ ਦਾ ਫਰਾਡ। ਕਰੋਨਾ ਵਾਇਰਸ ਜਿਹੜਾ ਫਰਾਡ ਹੈਗਾ ਉਹ ਨਿਊ ਵਰਲਡ ਆਰਡਰ ਦਾ ਹਿੱਸਾ ਹੈ। ਮਤਲਬ ਕਿ ਜਿੱਥੇ ਖੇਤੀ ਬਿੱਲਾਂ ਦੀ ਗੱਲ ਕਰਦੇ ਆ, ਡੀਪਾਪੂਲੇਸ਼ਨ ਦੀ ਗੱਲ ਕਰਦੇ ਆ, ਉੱਥੇ ਇਹ ਵਾਇਰਸ ਜਿਹੜਾ ਹੈਗਾ ਉਹਦਾ ਹਿੱਸਾ ਹੈ ਇੱਕ, ਕਿ ਕਿਵੇਂ ਤੁਹਾਨੂੰ ਆਪਣਿਆਂ ਨੂੰ ਦੂਰ ਕਰਨਾ। ਮਤਲਬ ਕਿ ਤੁਹਾਨੂੰ ਲੋਕਡਾਊਨ ਕਰ ਦੇਣਾ। ਲੋਕਡਾਊਨ ਦਾ ਮਤਲਬ ਕੀ ਆ ਕਿ ਤੁਹਾਨੂੰ ਨਖੇੜ ਦੇਣਾ, ਤੁਹਾਨੂੰ ਆਪਣੇ ਘਰਾਂ ਦੇ ਵਿੱਚ ਕੈਦ ਕਰ ਦੇਣਾ, ਤੁਹਾਨੂੰ ਸਰਕਾਰਾਂ ਦੇ ਟੁਕੜਿਆਂ ਤੇ ਪਲਣ ਵਾਲੇ ਹੋ ਜਾਣਾ। ਮਤਲਬ ਕਿ ਉਹ ਤੁਹਾਨੂੰ ਪੈਸੇ ਦੇਣਗੇ, ਤੁਸੀਂ ਘਰਾਂ 'ਚ ਬਹਿ ਕੇ ਆਪਣਾ ਜਿਹੜਾ ਗੁਜ਼ਾਰਾ ਕਰੋਗੇ। ਤੁਹਾਨੂੰ ਮਿਨੀਮਮ ਵੇਜਸ ਉਹ ਦੇਣਗੇ ਘਰਾਂ ਦੇ ਵਿੱਚ ਬੈਠਿਆਂ ਨੂੰ, ਤੁਸੀਂ ਉੱਥੇ ਬਹਿ ਕੇ ਆਰਾਮ ਦੇ ਨਾਲ ਗੁਜ਼ਾਰਾ ਕਰੋਗੇ। ਆਪਣੇ ਮੂੰਹ ਢੱਕ ਕੇ ਰੱਖੋਗੇ, ਆਪਣੇ ਸਾਕ ਸੰਬੰਧੀਆਂ ਦੇ ਨਾਲ ਨਾ ਮਿਲੋਗੇ, ਦੂਰ ਰਹੋਗੇ, ਕੋਈ ਇੰਜੋਇਮੈਂਟ ਨਹੀਂ, ਕੋਈ ਕੁਛ ਨਹੀਂ, ਕੁਛ ਵੀ ਤੁਹਾਡਾ ਕੁਛ ਨਹੀਂ ਹੈਗਾ। ਸੋ ਇਹ ਇੱਕ ਚੀਜ਼ ਹੈਗੀ ਆ ਬੜੀ ਵੱਡੀ ਕਿ ਤੁਹਾਨੂੰ ਕਿਵੇਂ ਇੱਕ ਇਸ ਤਰ੍ਹਾਂ ਦਾ ਹਾਲਾਤਾਂ ਦੇ ਵਿੱਚ ਜਿਹੜਾ ਬਣਾ ਕੇ ਰੱਖ ਦੇਣਾ ਕਿ ਤੁਸੀਂ ਕਿਸੇ ਨੂੰ ਮਿਲ ਨਹੀਂ ਸਕਦੇ। ਤੇ ਜੇਕਰ ਅਸੀਂ ਇਸ ਚੀਜ਼ ਨੂੰ ਨਹੀਂ ਸਮਝਦੇ ਤਾਂ ਜਿਹੜਾ ਨਿਊ ਵਰਲਡ ਆਰਡਰ ਕੀ ਕਹਿੰਦਾ ਹੈ ਵੀ ਤੁਹਾਡਾ ਦੁਨੀਆ ਭਰ, ਮਤਲਬ ਕਿ ਦੁਨੀਆ ਭਰ ਦੇ ਵਿੱਚ ਫੋਰਐਵਰ ਦੇ ਲਈ ਲਾਕਡਾਊਨ ਵਰਗੇ ਹਾਲਾਤ ਜਿਹੜੇ ਉਹ ਪੈਦਾ ਕਰ ਦੇਣੇ। ਮਤਲਬ ਕਿ ਉਹ ਚਾਹੁੰਦੇ ਆ ਕਿ ਦੁਨੀਆ ਨੂੰ ਇਸ ਤਰ੍ਹਾਂ ਕਰ ਦਈਏ ਮੁਕੰਮਲ ਤੌਰ ਦੇ ਉੱਤੇ। ਇਹ ਤੁਹਾਨੂੰ ਹੌਲੀ-ਹੌਲੀ ਆਦਤ ਪਾਈ ਜਾ ਰਹੀ ਹੈ, ਹੌਲੀ-ਹੌਲੀ ਲਾਕਡਾਊਨ ਦੀ। ਕਈਆਂ ਨੂੰ ਅੱਜ ਇਹ ਗੱਲਾਂ ਹਾਸੋਹੀਣੀਆਂ ਲੱਗਦੀਆਂ ਹੋਣਗੀਆਂ। ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਸ਼ਾਇਦ ਇਦਾਂ ਹੋਵੇ, ਮੇਰੇ ਨਾਲ ਹੋ ਗਿਆ। ਆਪਾਂ ਪਿਛਲੇ ਦਿਨੀ ਆਪਣੇ ਜਿਹੜਾ ਸਾਡਾ ਚੈਨਲ ਹੈਗਾ ਪ੍ਰਾਈਡ ਪੰਜਾਬ ਟੀਵੀ, ਉਹਦੇ ਉੱਤੇ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਖਿਆ ਕਰੋਨਾ ਵਾਇਰਸ ਦੇ ਬਾਰੇ, ਕਿ ਕਰੋਨਾ ਵਾਇਰਸ ਕਿਵੇਂ ਫਰਾਡ ਹੈ। ਤੇ ਉਹਦੇ ਪ੍ਰਤੀਕਰਮ ਵਜੋਂ ਮੈਂ ਦੱਸਦਾ ਕੀ ਹੋਇਆ।
ਉਹ ਕਰੋਨਾ ਵਾਇਰਸ ਦੇ ਬਾਰੇ ਕਿਵੇਂ ਇਹ ਫਰਾਡ ਹੈਗਾ ਆਪਾਂ ਇੱਕ ਪ੍ਰੋਗਰਾਮ ਕਰ ਦਿੱਤਾ 1 ਘੰਟੇ ਦਾ। ਤੇ ਸਾਡੇ ਬਹੁਤ ਹੀ ਖਾਸ ਯੂਕੇ ਦੇ ਵਿੱਚ ਮੇਰੇ ਬੜੇ ਸਤਿਕਾਰਯੋਗ ਬਜ਼ੁਰਗ ਰਹਿੰਦੇ ਆ, ਤੇ ਉਹਨਾਂ ਨੇ ਉਸ ਗੱਲ ਦੀ ਬੜੀ ਵਿਰੋਧਤਾ ਕੀਤੀ। ਉਹਨਾਂ ਨੇ ਕਿਹਾ ਕਿ ਦਲਜੀਤ ਮੈਂ ਤੈਨੂੰ ਏਦਾਂ ਨਹੀਂ ਸੀ ਸਮਝਦਾ, ਤੂੰ ਤਾਂ ਏਦਾਂ ਬੜਾ ਬੁਰਾ ਨਿਕਲਿਆ, ਬਹੁਤ ਬੁਰਾ ਨਿਕਲਿਆ ਤੂੰ ਤੇ ਏਦਾਂ ਕਹਿਣ ਲੱਗ ਪਿਆ ਕਰੋਨਾ ਵਾਇਰਸ ਹੈ ਨਹੀਂ, ਉਹ ਨਹੀਂ, ਤੂੰ ਤਾਂ ਬੜੀ ਮਾੜੀ ਗੱਲ ਕਰ ਦਿੱਤੀ ਆ। ਅੱਜ ਇਸ ਬੰਦੇ ਦੇ ਨਾਲ ਤੂੰ ਪ੍ਰੋਗਰਾਮ ਕਰ ਰਿਹਾ, ਇਹ ਵੀ ਗਲਤ ਆ, ਤੂੰ ਵੀ ਗਲਤ ਹੋ ਗਿਆ, ਤੂੰ ਏਦਾਂ ਹੋ ਗਿਆ। ਖੈਰ ਇਹ ਤਕਰੀਬਨ 3 ਮਹੀਨੇ ਪੁਰਾਣੀ ਗੱਲ ਹੈ ਤੇ ਮੈਂ ਉਸ ਗੱਲ ਨੂੰ ਇਗਨੋਰ ਕਰ ਦਿੱਤਾ, ਕਿਉਂਕਿ ਮੈਂ ਇਸ ਗੱਲ ਨੂੰ ਮੰਨ ਕੇ ਚੱਲਦਾ ਭਈ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੈ। ਜੇਕਰ ਉਹ ਲੋਕਾਂ ਦਾ ਪੱਖ ਵੀ ਹੈਗਾ ਕਿ ਕਰੋਨਾ ਵਾਇਰਸ ਵਾਕਿਆ ਹੈਗਾ, ਤਾਂ ਉਹਨਾਂ ਲੋਕਾਂ ਦੀ ਵੀ ਗੱਲ ਆਪਾਂ ਨੂੰ ਸੁਣਨੀ ਚਾਹੀਦੀ ਜਿਹੜੇ ਕਹਿੰਦੇ ਵੀ ਇਹ ਫਰਾਡ ਆ। ਮਤਲਬ ਕਿ ਉਹਨਾਂ ਨੂੰ ਵੀ ਆਜ਼ਾਦੀ ਹੈ। ਜੇਕਰ ਇਹ ਇੱਕ ਪੱਖ ਇਹ ਕਹਿ ਰਿਹਾ ਵੀ ਵਾਇਰਸ ਬੜਾ ਖਤਰਨਾਕ ਹੈ, ਦੂਜਾ ਪੱਖ ਇਹ ਕਹਿ ਰਿਹਾ ਵੀ ਨਹੀਂ ਖਤਰਨਾਕ, ਇਹ ਫਰਾਡ ਆ, ਤਾਂ ਆਪਾਂ ਇਹ ਕਿਵੇਂ ਕਹਿ ਸਕਦੇ ਵੀ ਤੁਸੀਂ ਚੁੱਪ ਕਰ ਜਾਓ? ਉਹਨਾਂ ਦੀ ਵੀ ਆਵਾਜ਼ ਸੁਣਨੀ ਚਾਹੀਦੀ ਹੈ। ਜੇਕਰ ਅਸੀਂ ਉਹਨਾਂ ਦੀ ਆਵਾਜ਼ ਨਹੀਂ ਸੁਣਦੇ, ਉਹਨਾਂ ਨੂੰ ਦਬਾਉਂਦੇ ਆ, ਤਾਂ ਫਿਰ ਅਸੀਂ ਸਿੱਖ ਨਹੀਂ ਹੋ ਸਕਦੇ, ਅਸੀਂ ਪੰਜਾਬੀ ਨਹੀਂ ਹੋ ਸਕਦੇ, ਕਿਉਂਕਿ ਅਸੀਂ ਉਹਨਾਂ ਨੂੰ ਦਬਾ ਰਹੇ ਹਾਂ। ਉਹਨਾਂ ਦੀ ਵੀ ਤਾਂ ਕੋਈ ਗੱਲਬਾਤ ਹੈਗੀ ਹੈ ਨਾ, ਉਹ ਵੀ ਕੋਈ ਤੱਥ ਪੇਸ਼ ਕਰਨਾ ਚਾਹੁੰਦੇ ਆ, ਤੇ ਫਿਰ ਆਪਾਂ ਕਿਵੇਂ ਕਹਾਂਗੇ ਵੀ ਨਹੀਂ ਵੀ ਤੁਸੀਂ ਗਲਤ ਹੋ? ਜੇਕਰ ਆਪਾਂ ਕਹਿੰਦੇ ਆ ਤੇ ਫਿਰ ਆਪਣੇ ਅੰਦਰ ਝਾਤੀ ਮਾਰੀਏ ਵੀ ਅਸੀਂ ਕਹਿੰਦੇ ਆ ਵੀ ਉਹ ਸਰਕਾਰ ਸਾਡੀ ਆਵਾਜ਼ ਦਬਾਉਂਦੀ ਹੈ, ਉਹ ਸਾਨੂੰ ਸੱਚ ਨਹੀਂ ਬੋਲਣ ਦਿੰਦੀ, ਫਿਰ ਅਸੀਂ ਕਿੰਨਾ ਕੁ ਬੋਲਣ ਦਿੰਦੇ ਆ? ਫਿਰ ਤਾਂ ਅਸੀਂ ਵੀ ਉਹਨਾਂ ਵਰਗੇ ਹੋ ਗਏ ਨਾ ਜਿਹੜੀ ਕਹਿੰਦੇ ਮੋਦੀ ਸਰਕਾਰ ਕਿਤਾਬਾਂ ਰੱਖਣ ਦੇ ਉੱਤੇ ਉਮਰ ਕੈਦਾਂ ਕਰ ਦਿੰਦੀ ਹੈ, ਤੇ ਤੁਹਾਡੇ ਸਾਹਮਣੇ ਇੱਕ ਬੰਦਾ ਬੋਲ ਰਿਹਾ ਵੀ ਨਹੀਂ ਜੀ ਇਹ ਫਰਾਡ ਆ, ਤੇ ਤੁਸੀਂ ਵੀ ਕਹਿ ਰਹੇ ਹੋ ਤੂੰ ਚੁੱਪ ਕਰ, ਤੂੰ ਬੇਵਕੂਫ ਆ। ਫਿਰ ਤਾਂ ਆਪਾਂ ਵੀ ਹੱਕ ਖੋ ਰਹੇ ਆ, ਉਹਦੀ ਗੱਲ ਤਾਂ ਸੁਣੀਏ ਆਪਾਂ। ਹਰ ਇੱਕ ਦਾ ਆਪਣਾ ਪੱਖ ਹੈ, ਉਹ ਬੋਲ ਸਕਦਾ ਹੈ, ਉਹ ਗੱਲ ਕਰ ਸਕਦਾ। ਤੁਹਾਨੂੰ ਚੰਗੀ ਲੱਗਦੀ ਹੈ, ਤੁਹਾਨੂੰ ਉਹਦੇ ਵਿੱਚ ਕੁਝ ਚੰਗਾ ਲੱਗਦਾ ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਚੁੱਕਣਾ ਚੁੱਕ ਲਓ, ਨਹੀਂ ਤਾਂ ਉਹਨੂੰ ਛੱਡ ਦਿਓ। ਇੱਥੇ ਜੇ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਚੱਕ ਲਓ, ਨਹੀਂ ਤੇ ਛੱਡ ਦਿਓ। ਸੋ ਉਹ ਕੀ ਹੋਇਆ, 3 ਮਹੀਨੇ ਪਹਿਲਾਂ ਉਹ ਗੱਲਾਂ ਮੈਂ ਇਗਨੋਰ ਕਰ ਦਿੱਤੀਆਂ, ਤੇ ਪਿਛਲੇ ਦਿਨੀ ਕੀ ਹੋਇਆ, ਉਹ ਉਹੀ ਗੱਲ ਦੇ ਨਾਲ ਰਿਲੇਟ ਸਿਮਰਨਜੀਤ ਸਿੰਘ ਮਾਨ ਨੇ ਇੱਕ ਆਪਣੀ ਤਸਵੀਰ ਸੋਸ਼ਲ ਮੀਡੀਆ ਤੇ ਆਪਣੇ ਅਫੀਸ਼ੀਅਲ ਪੇਜ ਤੋਂ ਸਾਂਝੀ ਕੀਤੀ। ਉਹਦੇ ਵਿੱਚ ਕੀ ਸੀ ਕਿ ਸਿਮਰਨਜੀਤ ਸਿੰਘ ਮਾਨ ਵੈਕਸੀਨ ਲਵਾ ਰਹੇ ਆਪਣੇ ਮੋਢੇ ਦੇ ਉੱਤੇ, ਤੇ ਜਿਸ ਸੱਜਣ ਦੇ ਨਾਲ ਜਿਹੜੇ ਨਿਊਟ੍ਰੀਸ਼ਨ ਨੇ, ਜਿਹੜੇ ਐਕਸਪਰਟ ਨੇ, ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਫਰਾਡ ਦੱਸਿਆ ਸੀ, ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਦੀ ਤਸਵੀਰ ਉਹ ਪੋਸਟ ਦੇ ਥੱਲੇ ਕਮੈਂਟ ਕਰ ਦਿੱਤਾ। ਕਮੈਂਟ ਕੀਤਾ ਵੀ ਭਾਈ ਤੁਹਾਨੂੰ ਤਾਂ ਘੱਟੋ ਘੱਟ ਸੱਚ ਦੱਸਣਾ ਚਾਹੀਦਾ ਸੀਗਾ ਵੀ ਇਹ ਚੀਜ਼ਾਂ ਜਿਹੜੀਆਂ ਹੈ ਬੜਾ ਫਰਾਡ ਹੈ, ਬੜਾ ਵੱਡਾ ਇੱਕ ਬਣਿਆ ਹੋਇਆ ਤਾਣਾ ਬੁਣਾ ਜਿਹਦੇ ਵਿੱਚ ਤੁਸੀਂ ਵੀ ਵਹਿ ਗਏ ਹੋ, ਤੁਸੀਂ ਤਾਂ ਸਿੱਖਾਂ ਦੀ ਗੱਲ ਕਰਨ ਵਾਲੇ ਸੀ। ਮਤਲਬ ਕਿ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਦੀ ਫੋਟੋ ਦੇ ਥੱਲੇ ਉਹ ਕਮੈਂਟ ਕਰ ਦਿੱਤਾ, ਤੇ ਉਹ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਅੰਕਲ, ਠੀਕ ਹੈ ਜੀ, ਜਿਹੜੇ ਸਾਨੂੰ ਪਸੰਦ ਕਰਦੇ ਸੀ ਸਾਡੀਆਂ ਗੱਲਾਂ ਨੂੰ, ਉਹਨਾਂ ਨੇ ਫਿਰ ਥੱਲੇ ਆ ਕੇ ਗੱਲ ਸ਼ੁਰੂ ਕੀਤੀ, ਦਲਜੀਤ ਸਿੰਘ ਹੋਰਾਂ ਨੂੰ ਮੈਂਸ਼ਨ ਕੀਤਾ, ਮਤਲਬ ਕਿ ਮੈਨੂੰ ਮੈਂਸ਼ਨ ਕੀਤਾ, ਜਦਕਿ ਉਸ ਪੋਸਟ ਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਸੀਗਾ। ਉੱਥੇ ਮੈਨੂੰ ਮੈਂਸ਼ਨ ਕੀਤਾ ਥੱਲੇ ਕਿ ਦਲਜੀਤ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ, ਆ ਸਾਰੀ ਗੱਲਾਂ ਬਾਤਾਂ ਜਿਹੜਾ ਸ਼ਖਸ ਹੈਗਾ ਜਿਹਨਾਂ ਤੂੰ ਪ੍ਰੋਗਰਾਮ ਕੀਤਾ ਉਹ ਵੀ ਸਹੀ ਨਹੀਂ ਹੈ ਮੈਂਟਲੀ ਤੌਰ ਦੇ ਉੱਤੇ, ਤੇ ਤੂੰ ਵੀ ਜਿਹੜਾ ਹੈ ਗਲਤ ਵੈਣ ਦੇ ਵਿੱਚ ਵਹਿ ਚੁੱਕਿਆ ਹੈ। ਸੋ ਮੇਰੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਉਹਨਾਂ ਵਾਸਤੇ ਜਵਾਬ ਸੀ ਕਿ ਭਾਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਗਲਤ ਹੈਗੇ ਆ ਇਸ ਵਿਸ਼ੇ ਦੇ ਉੱਤੇ, ਤੁਸੀਂ ਜੇਕਰ ਸਾਡੀ ਬੋਲਣ ਦੀ ਆਜ਼ਾਦੀ ਨਹੀਂ ਸਮਝਦੇ ਕਿ ਵੀ ਇਹ ਜ਼ਰੂਰੀ ਨਹੀਂ ਹੈ, ਤੇ ਤੁਸੀਂ ਸਾਡੇ ਤੋਂ ਦੂਰ ਹੋ ਸਕਦੇ ਹੋ, ਤੁਸੀਂ ਸਾਡੇ ਤੋਂ ਦੂਰ ਹੋ ਜਾਓ ਜੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਗੱਲਾਂ। ਪਰ ਅਸੀਂ ਹਰ ਇੱਕ ਗੱਲ ਜਿਹੜੀ ਆ ਬੋਲਾਂਗੇ, ਕਿਉਂਕਿ ਕਰੋਨਾ ਵਾਇਰਸ ਦਾ ਫਰਾਡ ਜਿਹੜਾ ਹੈ ਉਹ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਨਸ਼ਰ ਕਰ ਦਿੱਤਾ, ਇਹਦਾ ਭਾਂਡਾ ਭੰਨ ਦਿੱਤਾ। ਜਦੋਂ ਅਸੀਂ 40 ਲੱਖ ਦੇ ਕਰੀਬ ਇੱਕ ਗਿਣਤੀ ਮੰਨੀ ਜਾਂਦੀ ਹੈ ਨਾ ਵੀ ਆਪਾਂ ਜਦੋਂ ਦਿੱਲੀ ਪਹੁੰਚ ਗਏ, ਦਿੱਲੀ ਦੇ ਵਿੱਚ ਅਸੀਂ ਪੰਜਾਬੀ 40 ਲੱਖ ਦੇ ਕਰੀਬ ਪਹੁੰਚ ਗਏ ਨਾ, ਉੱਥੇ ਅਸੀਂ ਭਾਂਡਾ ਭੰਨ ਦਿੱਤਾ ਕਰੋਨਾ ਵਾਇਰਸ ਦਾ। ਕਿਸੇ ਦੀ ਮੌਤ ਨਹੀਂ ਹੋਈ ਕਰੋਨਾ ਵਾਇਰਸ ਦੇ ਨਾਲ। ਜੇਕਰ ਮੌਤਾਂ ਹੋਈਆਂ 300 ਕਿਸਾਨਾਂ ਦੀਆਂ, ਉਹ ਕਿਸੇ ਦੀ ਐਕਸੀਡੈਂਟ ਦੇ ਨਾਲ, ਕਿਸੇ ਦੀ ਹਾਰਟ ਅਟੈਕ ਦੇ ਨਾਲ, ਕਿਸੇ ਦੀ ਠੰਡ ਨਾਲ ਹੋਈ ਹੈ। 40 ਲੱਖ ਦੇ ਵਿੱਚੋਂ ਕਰੋਨਾ ਵਾਇਰਸ ਦੇ ਨਾਲ ਕਿਸੇ ਦੀ ਮੌਤ ਨਹੀਂ ਹੋਈ। ਅਸੀਂ ਜਿੱਥੇ ਪੰਜਾਬੀ ਦੁਨੀਆ ਦੇ ਵਿੱਚੋਂ ਇੱਕ ਐਸਾ ਅਵਲ ਯਾਨੀ ਕਿ ਫਸਟ ਰੁਤਬਾ ਰੱਖਦੇ ਹਾਂ, ਪਹਿਲਾ ਰੁਤਬਾ ਰੱਖਦੇ ਹਾਂ ਕਿ ਅਸੀਂ ਹਰ ਇੱਕ ਗੱਲ ਦਾ ਭਾਂਡਾ ਪਹਿਲਾਂ ਭੰਨਦੇ ਹਾਂ, ਅਸੀਂ ਹਰ ਇੱਕ ਜਗ੍ਹਾ ਦੇ ਉੱਤੇ ਪਹਿਲਾਂ ਪਹੁੰਚਦੇ ਹਾਂ, ਅਸੀਂ ਹਰ ਇੱਕ ਚੀਜ਼ ਨੂੰ ਪਹਿਲ ਦੇ ਪੱਧਰ ਤੇ ਲੈਂਦੇ ਹਾਂ। ਤੇ ਅਸੀਂ ਦਿੱਲੀ ਦੇ ਵਿੱਚ ਜਾ ਕੇ, ਸਾਡੀ ਇੱਕ ਬੇਬੇ, ਉਹਦੀ ਵੀਡੀਓ ਵੀ ਵਾਇਰਲ ਹੋਈ ਸੀ, ਤੁਸੀਂ ਸੁਣੀ ਹੋਣੀ ਹੈ, ਉਹਨੇ ਇੱਕ ਗਾਲ ਕੱਢ ਕੇ ਇਹ ਗੱਲ ਕਹੀ ਸੀ ਕਿ ਕਿੱਥੇ ਆ ਕਰੋਨਾ, ਮੈਨੂੰ ਦੱਸੋ ਮਾੜਾ ਜਿਹਾ। ਤੇ ਬੀਬੀ ਪ੍ਰੀਤਮ ਕੌਰ ਪਤਾ ਹੈ ਨਾ ਕੌਣ ਹੈ? ਸੰਤ ਭਿੰਡਰਾਂ ਵਾਲਿਆਂ ਦੇ ਪੀਏ, ਉਹਨਾਂ ਦੀ ਵਾਈਫ, ਉਹਦੀ ਵੀ ਇੱਕ ਵੀਡੀਓ ਸਾਹਮਣੇ ਆਈ ਹੈ
ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਸੀਗੀ ਕਿ ਆ ਕਰੋਨਾ ਜਿਹੜਾ ਹੈਗਾ ਕੱਖ ਨਹੀਂ ਹੈਗਾ, ਇਹ ਸਾਰੇ ਚਾਲ ਖੇਡੀ ਜਾ ਰਹੀ ਹੈ, ਉਹਨਾਂ ਨੇ ਕਿਹਾ ਤਾਂ ਸੀਗਾ, ਉਹਨਾਂ ਦੀ ਵੀ ਵੀਡੀਓ ਦੇਖ ਲਿਓ। ਮਤਲਬ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਕੋਈ ਵੀ ਸਾਨੂੰ ਫੈਕਟ ਲੈਣ ਦੀ ਲੋੜ ਨਹੀਂ। ਆਪਾਂ 40 ਲੱਖ ਇਕੱਠੇ ਹੋ ਗਏ, ਬਿਨਾਂ ਮਾਸਕ ਦੇ ਇਕੱਠੇ ਹੋਏ ਆ ਨਾ, ਬਾਰਡਰ ਬੈਰੀਗੇਡ ਤੋੜੇ, ਆਪਾਂ ਦਿੱਲੀ ਦੇ ਵਿੱਚ ਗਏ ਆ, ਉੱਥੇ ਜਾ ਕੇ ਆਪਾਂ ਬੈਠੇ ਆ, ਉੱਥੇ ਪ੍ਰਸ਼ਾਦਾ ਚੱਲਿਆ, ਪੀਜ਼ਾ ਚੱਲਿਆ, ਚਾਹ ਲੰਗਰ ਚੱਲੇ, ਬੜਾ ਕੁਝ ਚੱਲਦਾ ਪਿਆ ਅੱਜ ਤੱਕ ਵੀ, ਕਿਸੇ ਦੀ ਮੌਤ ਕਰੋਨਾ ਕਰਕੇ ਨਹੀਂ ਹੋਈ। ਸੋ ਆਪਾਂ ਨੂੰ ਇਹ ਗੱਲ ਬਿਠਾ ਲੈਣੀ ਚਾਹੀਦੀ ਆਪਣੇ ਮਨਾਂ ਦੇ ਵਿੱਚ। ਕੱਲ ਨੂੰ ਸ਼ਾਇਦ ਵੀਡੀਓ ਡਿਲੀਟ ਹੋ ਜਾਏ ਜਾਂ ਫਿਰ ਰਹਿ ਜਾਏ, ਮੈਨੂੰ ਨਹੀਂ ਪਤਾ। ਆਪਾਂ ਨੂੰ ਆ ਗੱਲ ਆਪਣੇ ਮਨ ਦੇ ਵਿੱਚ ਬਿਠਾ ਲੈਣੀ ਚਾਹੀਦੀ ਹੈ ਵੀ ਭਾਈ ਕਰੋਨਾ ਜਿਹੜਾ ਹੈ ਉਹ ਇੱਕ ਵੱਡਾ ਫਰਾਡ ਹੈ, ਬਹੁਤ ਵੱਡਾ ਫਰਾਡ ਚੱਲ ਰਿਹਾ, ਐਡਾ ਵੱਡਾ ਫਰਾਡ ਚੱਲ ਰਿਹਾ ਜਿਹਦੇ ਨਾਂ ਦੇ ਉੱਤੇ ਤੁਹਾਨੂੰ ਫਿਰ ਤੋਂ ਇੱਕ ਵਾਰੀ ਹੁਣ ਉਲਝਾਇਆ ਜਾ ਰਿਹਾ, ਹੁਣ ਦੁਬਾਰਾ ਉਲਝਾ ਰਹੇ ਤੁਹਾਨੂੰ। ਪਹਿਲਾਂ ਕੁਝ ਨਹੀਂ ਸੀਗਾ, ਇੱਕ ਸਾਲ ਕੁਝ ਨਹੀਂ ਸੀ, ਹੁਣ ਤੁਹਾਨੂੰ ਪਿਛਲੇ ਦਿਨਾਂ ਤੋਂ ਇਹ ਗੱਲਾਂ ਕਹੀਆਂ ਜਾ ਰਹੀਆਂ, ਉਹ ਫਲਾਣਾ DSP ਹੋ ਗਿਆ, ਵਾਇਰਸ ਦਾ ਸ਼ਿਕਾਰ ਹੋ ਗਿਆ, ਇੰਨੀਆਂ ਮੌਤਾਂ ਹੋ ਗਈਆਂ, ਆਹ ਹੋ ਗਿਆ, ਉਹ ਹੋ ਗਿਆ, ਜਦਕਿ ਕੈਪਟਨ ਸਾਹਿਬ ਆਪਣੀ ਪੋਤਰੀ ਦੇ ਵਿਆਹ ਦੇ ਉੱਤੇ ਤੇ ਗੀਤ ਗਾ ਰਹੇ, ਉੱਥੇ ਫਰੂਕ ਅਬਦੁੱਲਾ ਵੀ ਨੱਚ ਰਿਹਾ। ਪਾਇਆ ਹੋਇਆ ਸੀਗਾ ਮਾਸਕ ਉਹਨਾਂ ਤੇ? ਬਿਲਕੁਲ ਨਹੀਂ ਪਾਇਆ ਸੀ। ਬੰਗਾਲ ਦੇ ਵਿੱਚ BJP ਆਪਣੀਆਂ ਰੈਲੀਆਂ ਕਰ ਰਹੀ ਹੈ, ਕੋਈ ਮਾਸਕ ਹੈਗਾ, ਕੋਈ ਕਰੋਨਾ ਹੈਗਾ, ਉੱਥੇ ਕੁਝ ਨਹੀਂ ਹੈਗਾ। ਸੁਖਬੀਰ ਬਾਦਲ ਨੂੰ ਕਹਿੰਦੇ ਜੀ ਕਰੋਨਾ ਹੋ ਗਿਆ ਜੀ, ਸੁਖਬੀਰ ਬਾਦਲ ਨੂੰ ਕਰੋਨਾ ਹੋ ਗਿਆ, ਉਹਦੀ ਹਾਲਤ ਗੰਭੀਰ ਹੈ। ਆ ਵਿੱਚੇ ਲੋਕ ਮਿਲੇ ਹੋਏ ਨੇ, ਵਿੱਚੇ ਲੋਕ ਮਿਲੇ ਹੋਏ ਆ ਮੀਡੀਆ ਵਾਲੇ ਜਿਹੜੇ ਇਦਾਂ ਕਹਿ ਰਹੇ ਹਾਲਤ ਗੰਭੀਰ, ਕੁਝ ਨਹੀਂ ਹੋਇਆ, ਕੁਝ ਨਹੀਂ ਹੋਇਆ। ਇਹ ਸਾਰਾ ਕੁਝ ਬਹੁਤ ਵੱਡੇ ਪਲਾਨ ਦੇ ਤਹਿਤ ਚੱਲ ਰਿਹਾ, ਤੁਹਾਨੂੰ ਦੁਬਾਰਾ ਉਲਝਾਇਆ ਜਾ ਰਿਹਾ, ਬੱਚਿਆਂ ਦੀ ਪੜ੍ਹਾਈ ਖਰਾਬ ਕੀਤੀ ਜਾ ਰਹੀ ਹੈ। ਜਿਹੜੇ ਸਕੂਲ ਪਹਿਲਾਂ ਬੰਦ ਰਹੇ ਸਾਲ, ਹੁਣ ਫੇਰ ਤੋਂ ਉਹਨਾਂ ਨੂੰ ਬੰਦ ਕਰ ਦਿੱਤਾ। ਇਹਨਾਂ ਦੇ ਵਿੱਚ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ, ਤੁਹਾਨੂੰ ਦੁਬਾਰਾ ਇਹ ਸਰਕਾਰਾਂ ਉਲਝਾ ਰਹੀਆਂ। ਇਹ ਗੱਲ ਤੋਂ ਪਹਿਲੇ ਖਦਸ਼ਾ ਸੀਗਾ ਆਪਾਂ ਨੂੰ, ਜਿਹੜੀ ਆ ਵਾਇਰਸ ਵਾਲੀ ਗੱਲ ਹੈ ਨਾ, ਤਾਂ ਪਹਿਲਾਂ ਖਦਸ਼ਾ ਸੀ ਕਿ ਦੁਨੀਆ ਦੇ ਵਿੱਚ ਤਾਂ ਚਲੋ ਠੀਕ ਹੈ, ਵੱਡੇ ਜਿਹੜੇ ਵੈਸਟਰਨ ਮੁਲਕ ਹੈ ਉੱਥੇ ਤਾਂ ਚਲੋ ਜੇ ਲੋਕਾਂ ਨੂੰ ਬੇਵਕੂਫ ਬਣਾ ਵੀ ਦਿੱਤਾ ਗਿਆ ਤਾਂ ਉਹ ਉਹਨਾਂ ਨੇ ਕੋਈ ਇਹਦਾ ਨਜਾਇਜ਼ ਫਾਇਦਾ ਨਹੀਂ ਲੈਣਾ, ਲੀਡਰਾਂ ਨੇ ਜਾਂ ਫਿਰ ਲੋਕਾਂ ਨੇ। ਹਾਂ, ਵਿਦੇਸ਼ਾਂ ਦੇ ਵਿੱਚ ਜੇਕਰ ਫਾਇਦਾ ਲਿਆ ਕਰੋਨਾ ਵਾਇਰਸ ਦਾ ਤਾਂ ਕੁਝ ਕੁ ਜਿਹੜੇ ਤੁੱਛ ਕੁ ਲੋਕ ਜਿਹੜੇ ਹੈਗੇ ਇਸ ਤਰ੍ਹਾਂ ਦੇ, ਜਿਹੜੇ ਕਹਿ ਲਈਏ ਵੀ ਦਸੀ ਪੰਜੀ ਦਾ ਵਪਾਰ ਕਰਨ ਵਾਲੇ, ਜਿਨ੍ਹਾਂ ਨੇ ਫੇਕ ਸੈਨੀਟਾਈਜ਼ਰ ਬਣਾ ਕੇ ਵੇਚਣੇ ਸ਼ੁਰੂ ਕਰ ਦਿੱਤੇ, ਉਹਨਾਂ ਨੇ ਇੰਨਾ ਕੁ ਫਾਇਦਾ ਲਿਆ ਬਾਹਰਲੇ ਮੁਲਕਾਂ ਦੇ ਵਿੱਚ, ਇੰਗਲੈਂਡ ਦੇ ਵਿੱਚ ਵੀ ਲਿਆ। ਪਰ ਮੈਨੂੰ ਇਸ ਗੱਲ ਦਾ ਡਰ ਸੀ ਵੀ ਜਦੋਂ ਇਹ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜਦੋਂ ਪੋਲੀਟੀਸ਼ੀਅਨਸ ਦੇ ਹੱਥੇ ਕਰੋਨਾ ਚੜ ਗਿਆ ਤਾਂ ਫਿਰ ਉਹਦਾ ਕਿੰਨਾ ਨਜਾਇਜ਼ ਫਾਇਦਾ ਲਿਆ ਜਾਣਾ, ਜੋ ਕਿ ਹੁਣ ਸ਼ੁਰੂ ਹੋ ਚੁੱਕਿਆ। ਜਦੋਂ ਰਾਜਨੀਤਿਕ ਪਾਰਟੀਆਂ ਦੇ ਆਪਣੇ ਨਿੱਜੀ ਪ੍ਰੋਗਰਾਮ ਹੁੰਦੇ ਆ, ਉੱਥੇ ਕੋਈ ਵਾਇਰਸ ਨਹੀਂ। ਜਦੋਂ ਇਹਨਾਂ ਦੀਆਂ ਰਾਜਨੀਤਿਕ ਰੈਲੀਆਂ ਹੁੰਦੀਆਂ, ਉੱਥੇ ਕੋਈ ਵਾਇਰਸ ਨਹੀਂ। ਜਦੋਂ ਇਹਨਾਂ ਦੇ ਕੋਈ ਐਸੇ ਏਜੰਡੇ ਤਹਿਤ ਜਿਹੜੇ ਪ੍ਰੋਗਰਾਮ ਹੁੰਦੇ, ਉੱਥੇ ਵਾਇਰਸ ਨਹੀਂ। ਪਰ ਜਦੋਂ ਤੁਹਾਡਾ ਕੋਈ ਪ੍ਰੋਗਰਾਮ ਹੁੰਦਾ, ਉੱਥੇ ਵਾਇਰਸ ਆ ਜਾਂਦਾ। ਕੱਢ ਦਿਓ ਦਿਲ ਦੇ ਵਿੱਚੋਂ ਅੱਜ ਇਹ ਗੱਲ, ਵਹਿਮ ਕੱਢ ਦਿਓ ਬਾਹਰ। ਕੋਈ ਵਾਇਰਸ ਨਹੀਂ ਹੈਗਾ, ਕੋਈ ਵਾਇਰਸ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਇਹ ਵਾਇਰਸ ਹੈ ਨਹੀਂ, ਇਹ ਇੱਕ ਆਮ ਫਲੂ ਵਰਗਾ ਵਾਇਰਸ ਹੈ, ਇਹ ਜਿੱਦਾਂ ਇੱਕ ਆਮ ਫਲੂ ਲੱਗ ਜਾਂਦਾ, ਜ਼ੁਕਾਮ ਲੱਗ ਜਾਂਦਾ, ਇਸ ਤਰ੍ਹਾਂ ਦਾ ਇੱਕ ਵਾਇਰਸ ਹੈ। 97 ਦੇ ਵਿੱਚੋਂ 3 ਬੰਦੇ ਬਿਮਾਰ ਹੁੰਦੇ ਨੇ, ਮਤਲਬ 100 ਦੇ ਵਿੱਚੋਂ 97% ਸੇਵ ਨੇ, 3 ਜਿਹੜੇ ਬੰਦੇ ਨੇ ਉਹ ਬਿਮਾਰ ਹੁੰਦੇ ਆ, ਉਹਦੇ ਵਿੱਚੋਂ ਇੱਕ ਅੱਧੇ ਦੀ ਮੌਤ ਹੋ ਜੇ ਤਾਂ ਹੋ ਜੇ, ਤੇ ਇਹਦੇ ਤੋਂ ਜ਼ਿਆਦਾ ਜਿਹੜੀਆਂ ਆਮ ਫਲੂ ਦੇ ਨਾਲ ਮੌਤਾਂ ਹੁੰਦੀਆਂ ਹਰ ਸਾਲ, ਆਮ ਫਲੂ ਦੇ ਨਾਲ ਕਰੋਨਾ ਵਾਇਰਸ ਦੇ ਪ੍ਰਭਾਵ ਨਾਲੋਂ ਜ਼ਿਆਦਾ ਮੌਤਾਂ ਹੁੰਦੀਆਂ ਨੇ। ਵਰਲਡ ਚਾਰਟ ਕਰਕੇ ਦੇਖ ਲਈਏ, ਇੱਕ ਵੈਬਸਾਈਟ ਹੈਗੀ ਆ, ਜੇਕਰ ਤੁਸੀਂ ਦੇਖੋ ਵਰਲਡ ਪੋਪੂਲੇਸ਼ਨ ਕੈਲਕੂਲੇਟਰ ਜਿਹੜਾ ਹੈਗਾ, ਉਹਨੂੰ ਕੱਢ ਕੇ ਦੇਖ ਲਿਓ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਓ ਫਲੂ ਨਾਲ ਕਿੰਨੇ ਮਰੇ, ਅੱਜ ਐਕਸੀਡੈਂਟਾਂ ਦੇ ਨਾਲ ਕਿੰਨੇ ਮਰੇ, ਜੰਮ ਦੇ ਕਿੰਨੇ ਮਰੇ, ਸਾਰੀ ਗੱਲ ਉਹਦੇ ਵਿੱਚ ਆ ਜਾਂਦੀ ਸਾਹਮਣੇ। ਸੋ ਇਹ ਬੜਾ ਵੱਡਾ ਫਰਾਡ ਚੱਲ ਰਿਹਾ, ਇਹਦੇ ਤੇ ਕੋਈ ਵੀ ਤੁਹਾਨੂੰ ਧਿਆਨ ਦੇਣ ਦੀ ਲੋੜ ਨਹੀਂ। ਜਿਹੜੀਆਂ ਅਖਬਾਰਾਂ, ਜਿਹੜੇ ਲੋਕ ਇਹ ਗੱਲਾਂ ਕਰਦੇ ਆ, ਉਹਨਾਂ ਨੂੰ ਛੱਡ ਦਿਓ। ਇਹ ਇੱਕ ਹੁਣ ਜਿਹੜਾ ਕਿਸਾਨੀ ਅੰਦੋਲਨ ਸੀ, ਇਹਨੂੰ ਹੁਣ ਇਸ ਤਰੀਕੇ ਦੇ ਨਾਲ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰੋਨਾ ਵਾਇਰਸ ਦੇ ਨਾਂ ਤੋਂ, ਵੀ ਭਾਈ ਕਰੋਨਾ ਵਾਇਰਸ ਜਿਹੜਾ ਹੈਗਾ ਉਹ ਚੜ ਕੇ ਆ ਗਿਆ ਜੀ, ਇਧਰੋਂ ਚੜ ਕੇ ਆ ਗਿਆ, ਉਧਰੋਂ ਚੜ ਕੇ ਆ ਗਿਆ, ਹੁਣ ਤੁਸੀਂ ਸੰਭਲ ਜੋ, ਐਂ ਕਰ ਲਓ, ਉਹ ਕਰ ਲਓ। ਇਸ ਵਾਇਰਸ ਦੀ ਭੇਟ ਨਿਰਮਲ ਸਿੰਘ ਖਾਲਸਾ ਜਿਹੜੇ ਰਾਗੀ ਸੀ, ਉਹ ਵੀ ਚੜ ਗਏ। ਹੁਣ ਆਪਾਂ ਮੈਂ ਕਈ ਵਾਰੀ ਜਦੋਂ ਪੋਸਟ ਸਾਂਝੀ ਕਰਦਾ ਨਾ ਇਸ ਤਰ੍ਹਾਂ ਦੀ, ਤਾਂ ਥੱਲੇ ਬੜੇ ਕਮੈਂਟ ਆਉਂਦੇ ਆ, ਉਹ ਵੀਰ ਤੁਹਾਨੂੰ ਨਹੀਂ ਪਤਾ, ਤੁਹਾਨੂੰ ਕਿਸੇ ਨੂੰ ਹੋਇਆ ਨਹੀਂ ਨਾ,
ਤੁਹਾਨੂੰ ਕਿਸੇ ਨੂੰ ਹੋਇਆ ਨਹੀਂ ਨਾ, ਤੁਸੀਂ ਇਹ ਗੱਲਾਂ ਕਰਦੇ ਹੋ। ਉਹ ਸਾਡੇ ਤਾਂ ਗੁਆਂਢ ਦੇ ਵਿੱਚ ਆ ਵਾਇਰਸ ਹੋਇਆ ਸੀ, ਉਹ ਬੰਦਾ ਤੜਫ ਤੜਫ ਕੇ ਮਰਿਆ, ਤੁਹਾਨੂੰ ਗੱਲਾਂ ਆਉਂਦੀਆਂ। ਇਹਦਾ ਵੀ ਜਵਾਬ ਹੈਗਾ, ਇਹਦਾ ਵੀ ਬਹੁਤ ਵੱਡਾ ਜਵਾਬ ਹੈਗਾ। ਕਰੋਨਾ ਵਾਇਰਸ ਦੇ ਨਾਲ ਬਹੁਤ ਵਾਰੀ ਕਹਿ ਦਿੰਦੇ ਉਹ ਨਹੀਂ, ਤੁਹਾਨੂੰ ਗੱਲਾਂ ਆਉਂਦੀਆਂ ਬੈਠਿਆਂ ਨੂੰ, ਤੁਹਾਨੂੰ ਹੋਇਆ ਨਹੀਂ, ਤੁਹਾਨੂੰ ਕੱਖ ਨਹੀਂ ਪਤਾ, ਤੁਸੀਂ ਗੱਲਾਂ ਕਰ, ਜਿੱਦਣ ਤੁਹਾਨੂੰ ਹੋਊਗਾ ਕਹਿੰਦੇ ਉਦਣ ਪਤਾ ਲੱਗੂਗਾ। ਇਹ ਗੱਲਾਂ ਆਮ ਕਰ ਦਿੰਦੇ ਆ। ਬਹੁਤ ਸਾਰੇ ਕਮੈਂਟ ਵੀ ਆਉਂਦੇ ਆ, ਫਿਰ ਮੈਨੂੰ ਹਾਸਾ ਹੀ ਆਉਂਦਾ ਹੁੰਦਾ। ਮੈਂ ਬਹਿਸ ਨਹੀਂ ਕਰਦਾ ਹੁੰਦਾ ਕਿਸੇ ਦੇ ਨਾਲ, ਕਦੇ ਕਮੈਂਟਾਂ ਦੇ ਵਿੱਚ ਬਹਿਸ ਨਹੀਂ ਕਰਦਾ ਕਿ ਮੈਂ ਕਮੈਂਟ ਖੇਡਾਂ ਤੁਹਾਡੇ ਨਾਲ, ਤੈਨੂੰ ਮੈਂ ਇਹ ਕਹਿਤਾ, ਤੂੰ ਮੈਨੂੰ ਅੱਗੋਂ ਇਹ ਕਹਿ ਦਿੱਤਾ। ਨਹੀਂ ਹੁੰਦਾ, ਕਿਉਂਕਿ ਜਿਹੜੀ ਅਸੀਂ ਗੱਲ ਕਹਿਣੀ ਉਹ ਕਹਿ ਦਿੱਤੀ ਆ। ਅੱਜ ਮੈਂ ਵੀਡੀਓ 'ਚ ਇਹ ਗੱਲ ਸਾਫ਼ ਕਰਦਾ ਹਾਂ ਕਿ ਜਦੋਂ ਇਸ ਏਜੰਡੇ ਤਹਿਤ ਕੋਈ ਵੀ ਸਰਕਾਰ ਕੰਮ ਕਰਨ ਲੱਗ ਪੈਂਦੀ ਹੈ, ਤੁਹਾਡਾ ਮੈਡੀਕਲ ਵਿਭਾਗ ਕੰਮ ਕਰਨ ਲੱਗ ਪੈਂਦਾ ਹੈ, ਤਾਂ ਫਿਰ ਤੁਹਾਨੂੰ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੱਢਣਾ ਹੈ, ਨੈਗੇਟਿਵ ਕਰਨਾ ਹੈ, ਉਹਨਾਂ ਦੇ ਹੱਥ ਦੇ ਵਿੱਚ ਹੈ। ਅਸੀਂ ਇੱਕ ਪ੍ਰੋਗਰਾਮ ਕੀਤਾ ਸੀ, ਉਹ ਜਾ ਕੇ YouTube ਦੇ ਉੱਤੇ ਪ੍ਰਾਈਡ ਪੰਜਾਬ ਤੇ ਦੇਖ ਲਿਓ ਤੁਸੀਂ। ਉਹਦੇ ਵਿੱਚ ਇੱਕ ਐਡੀ ਵੱਡੀ ਗੱਲ ਉਹਨਾਂ ਵੱਲੋਂ ਕਹੀ ਗਈ ਕਿ ਜਿਸ ਬੰਦੇ ਨੇ ਇਹ ਜਿਹੜਾ ਪੈਰਾਮੀਟਰ ਬਣਾ ਦਿੱਤਾ, ਜਿਹੜੀ ਆ ਮਸ਼ੀਨ ਬਣਾ ਦਿੱਤੀ ਹੈ, ਜਿਹੜਾ ਉਹ ਕਿੱਟ ਬਣਾਈ ਹੈ ਜਿਹਦੇ ਨਾਲ ਕਰੋਨਾ ਵਾਇਰਸ ਟੈਸਟ ਹੁੰਦਾ ਹੈ, ਉਹ ਕਹਿੰਦੇ ਵੀ ਆਪਾਂ 100 ਬੰਦੇ ਨੂੰ ਟੈਸਟ ਕਰਦੇ ਆ ਨਾ ਜਦੋਂ ਉਸ ਮਸ਼ੀਨ ਦੇ ਨਾਲ, ਤਾਂ 15-20 ਨੂੰ ਉਹ ਵੈਸੇ ਹੀ ਬਿਨਾਂ ਗੱਲ ਤੋਂ ਪੋਜ਼ਿਟਿਵ ਕੱਢ ਦਿੰਦਾ। ਉਹ ਮਸ਼ੀਨ ਜਿਹੜੀ ਹੈ, ਮਤਲਬ ਕਿ ਜਦੋਂ ਅਸੀਂ 100 ਬੰਦੇ ਦਾ ਟੈਸਟ ਕਰਦੇ ਆ, 15-20 ਦੀ 25 ਦੀ ਵੈਸੇ ਹੀ ਜਿਹੜੀ ਆ ਪੋਜ਼ਿਟਿਵ ਕੱਢ ਦਿੰਦੀ ਹੈ, ਹੋਵੇ ਨਾ ਹੋਵੇ। ਇਹ ਗੱਲਾਂ ਤੁਹਾਨੂੰ ਵੀ ਪਤਾ ਹੈ ਕਿ ਕਿਵੇਂ ਲੈਬੋਰਟਰੀਆਂ ਨੇ ਜਿਹੜਾ ਆਪਣੇ ਤੌਰ ਦੇ ਉੱਤੇ ਜਿਹੜੇ ਟੈਸਟ ਬਣਾਉਣੇ ਸ਼ੁਰੂ ਕਰ ਦਿੱਤੇ। ਪੈਸੇ ਲੈ ਕੇ 2500 ਰੁਪਇਆ ਲੈਂਦੇ, ਤੁਹਾਨੂੰ ਨੈਗੇਟਿਵ ਕੱਢ ਦਿੰਦੇ ਆ, ਤੁਹਾਨੂੰ ਪੋਜ਼ਿਟਿਵ ਕੱਢ ਦਿੰਦੇ ਆ, ਕਰਦੇ ਆ ਨਾ। ਇਸ ਕਰਕੇ ਜੇਕਰ ਤੁਹਾਨੂੰ ਤੁਹਾਡੇ ਡਾਕਟਰਾਂ ਨੇ ਕਹਿ ਵੀ ਦਿੱਤਾ, ਤੁਹਾਨੂੰ ਇਹ ਵੀ ਕਹਿ ਦਿੱਤਾ ਤੁਸੀਂ ICU 'ਚ ਚਲੇ ਗਏ ਹੋ, ਤਾਂ ਇਹਦਾ ਇਹ ਮਤਲਬ ਨਹੀਂ ਤੁਸੀਂ ਕਰੋਨਾ ਵਾਇਰਸ ਕਰਕੇ ਗਏ ਹੋ। ਇਹ ਗੱਲਾਂ ਛੱਡ ਦਿਓ ਭਾਈ, ਇਹ ਛੱਡ ਦਿਓ। ਜੇਕਰ ਤੁਸੀਂ ਇਹ ਗੱਲਾਂ ਮੰਨ ਲਈਆਂ ਤਾਂ ਤੁਹਾਡੇ ਉਹਨਾਂ ਨੇ ਅੰਗ ਕੱਢ ਕੇ ਵੇਚ ਦੇਣੇ ਆ। ਹੋ ਸਕਦਾ ਤੁਹਾਨੂੰ ਮ੍ਰਿਤਕ ਘੋਸ਼ਿਤ ਕਰ ਦੇਣ ਵੀ ਤੂੰ ਡੈਡ ਹੋ ਗਿਆ, ਤੁਹਾਡਾ ਫਲਾਨਾ ਜੀ ਜਿਹੜਾ ਉਹ ਡੈਡ ਹੋ ਗਿਆ ਕਰੋਨਾ ਵਾਇਰਸ ਕਰਕੇ, ਤੇ ਉਹਦੇ ਅੰਗ ਕੱਢ ਲਏ ਜਾਣ, ਮੁੜ ਕੇ ਤੁਹਾਨੂੰ ਨੇੜੇ ਨਹੀਂ ਆਉਣ ਦੇਣਾ ਉਹਨਾਂ ਨੇ, ਕਿਉਂਕਿ ਨੇੜੇ ਜਾਓਗੇ ਤਾਂ ਤੁਹਾਨੂੰ ਕਰੋਨਾ ਵਾਇਰਸ ਹੋ ਜਾਊਗਾ। ਹੁਣ ਰਾਗੀ ਨਿਰਮਲ ਸਿੰਘ ਖਾਲਸਾ ਸੀ, ਉਹਨਾਂ ਦੀ ਮੌਤ, ਉਹਨਾਂ ਦਾ ਅਖੀਰਲਾ ਆਡੀਓ ਜਿਹੜਾ ਹੈ ਉਹ ਰਿਲੀਜ਼ ਹੋਇਆ ਸੀ ਨਾ, ਉਹਦੇ ਵਿੱਚ ਉਹ ਕੀ ਕਹਿ ਰਹੇ ਹੋ, ਮੇਰੇ ਕੋਲ ਨਹੀਂ ਕੋਈ ਵੀ ਆ ਰਿਹਾ, ਮੇਰਾ ਇਲਾਜ ਨਹੀਂ ਕੋਈ ਵੀ ਕਰ ਰਿਹਾ। ਉਹਨਾਂ ਨੂੰ ਸਾਹ ਦੀ ਤਕਲੀਫ ਸੀਗੀ, ਕੋਈ ਕੁਝ ਨਹੀਂ ਹੋਇਆ, ਉਹਨਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ, ਮੇਰੇ ਨਾਲ ਦੁਰਵਿਵਹਾਰ ਹੋ ਰਿਹਾ। ਉਹ ਆਡੀਓ ਰਿਲੀਜ਼ ਹੋਈ, ਉੱਥੇ ਕੋਈ ਚੈਕਿੰਗ ਨਹੀਂ ਹੋਈ, ਕੁਝ ਨਹੀਂ ਹੋਈ, ਇਨਵੈਸਟੀਗੇਸ਼ਨ ਨਹੀਂ ਹੋਈ ਵੀ ਭਾਈ ਕਿਉਂ ਨਹੀਂ ਉਹਨਾਂ ਨੂੰ ਸਾਂਭਿਆ ਗਿਆ। ਤੇ ਜਦੋਂ ਉਹਨਾਂ ਦੀ ਮੌਤ ਹੋ ਗਈ, ਉਸ ਤੋਂ ਬਾਅਦ ਉਹਨਾਂ ਦੀ ਬਾਡੀ ਦੇ ਨੇੜੇ ਨਹੀਂ ਕਿਸੇ ਨੂੰ ਆਉਣ ਦਿੱਤਾ ਗਿਆ। ਦੂਰੋਂ ਕੀ ਹੋਇਆ ਉਹਨਾਂ ਦੀ ਬਾਡੀ ਨਾਲ, ਕਿਵੇਂ ਹੋਇਆ, ਕੀ ਹੋਇਆ, ਕਿਸੇ ਨੂੰ ਕੁਝ ਪਤਾ ਨਹੀਂ। ਇੱਕ ਬੜਾ ਵੱਡਾ ਫਰਾਡ ਜਿਹੜਾ ਹੈ ਉਹ ਕੀਤਾ ਜਾ ਰਿਹਾ। ਇਸ ਗੱਲ ਨੂੰ ਆਪਾਂ ਨੂੰ ਅੱਜ ਹੀ ਸਮਝਣਾ ਪੈਣਾ ਹੈ। ਅੱਜ ਤੁਹਾਨੂੰ ਦੁਬਾਰਾ ਉਲਝਾਇਆ ਜਾ ਰਿਹਾ। ਮੈਂ ਇਹ ਉਦੋਂ ਤੱਕ ਇਹ ਪ੍ਰਭਾਵਸ਼ਾਲੀ ਸੀ ਜਦੋਂ ਤੱਕ ਆਮ ਲੋਕਾਂ ਦੇ ਵਸ ਦੇ ਵਿੱਚ, ਮਨਾਂ ਦੇ ਵਿੱਚ, ਡਾਕਟਰਾਂ ਦੇ ਮਨਾਂ ਦੇ ਵਿੱਚ ਇਹ ਗੱਲ ਸੀ, ਜਾਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਸੀ ਕਿ ਇਹ ਵਾਇਰਸ ਖਤਰਨਾਕ ਹੈ। ਅੱਜ ਇਹ ਵਾਇਰਸ ਤੁਹਾਡੇ ਪੋਲੀਟੀਸ਼ੀਅਨਸ ਜਿਹੜੇ ਲੋਕ ਨੇ ਉਹਨਾਂ ਦੇ ਹੱਥ ਆ ਚੁੱਕਿਆ, ਤਾਂ ਹੁਣ ਉਹ ਉਹਦਾ ਨਜਾਇਜ਼ ਫਾਇਦਾ ਕਿਵੇਂ ਲੈਣਗੇ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਰਾਜਨੀਤਿਕ ਲੋਕਾਂ ਦੀਆਂ ਪਰਸਨਲ ਪਾਰਟੀਆਂ ਹੁੰਦੀਆਂ, ਉਹਨਾਂ ਦੇ ਵਿਆਹ ਹੁੰਦੇ ਨੇ ਤੇ ਉਹ ਪੈਗ ਲਾ ਕੇ ਡਾਂਸ ਕਰਦੇ ਨੇ, ਕੋਈ ਮਾਸਕ ਨਹੀਂ ਹੈਗਾ। ਮਜੀਠੀਆ ਸਾਹਿਬ ਪਿਛਲੇ ਦਿਨੀ ਸਰਤਾਜ ਦੇ ਗਾਣੇ ਦੇ ਉੱਤੇ ਨੱਚਦੇ ਪਏ ਸੀ, ਕੋਈ ਮਾਸਕ ਨਹੀਂ ਹੈਗਾ। ਅੱਜ ਸੁਖਬੀਰ ਬਾਦਲ ਜਿਹੜਾ ਕਰੋਨਾ ਵਾਇਰਸ ਦਾ ਪੋਜ਼ਿਟਿਵ ਹੋ ਗਿਆ। ਵਿਆਹ ਹੋ ਰਹੇ ਨੇ ਨਾ, ਆਪ ਜਿੰਨੇ ਗਾਇਕ ਨੇ, ਜਿੰਨੇ ਸ਼ੋਅ ਵੀ ਲਾ ਰਹੇ ਆ, ਬੜਾ ਕੁਝ ਹੋ ਰਿਹਾ, ਕੋਈ ਵਾਇਰਸ ਨਹੀਂ। ਵਾਇਰਸ ਸਿਰਫ ਉਦੋਂ ਲਿਆਂਦਾ ਜਾਂਦਾ, ਇਹ ਹੁਣ ਰਾਜਨੀਤਿਕਾਂ ਦੇ ਹੱਥ ਦੇ ਵਿੱਚ ਆ ਚੁੱਕਿਆ। ਇਹ ਹੁਣ ਆਪਣੇ ਤਰੀਕੇ ਦੇ ਨਾਲ ਕਰੋਨਾ ਵਾਇਰਸ ਨੂੰ ਆਪਣੀਆਂ ਉਂਗਲਾਂ ਦੇ ਉੱਤੇ ਨਚਾਉਣਗੇ ਤੇ ਇਹਦੇ ਤੋਂ ਬਚਣਾ, ਇਹਦੇ ਤੋਂ ਤੁਸੀਂ ਬਚਣਾ। ਇੱਕ ਜਾਗਰਤੀ ਜਿਹੜੀ ਹੈ ਬੜੀ ਜ਼ਰੂਰੀ ਹੈਗੀ ਆ, ਉਹ ਤੁਹਾਨੂੰ ਲਿਆਣੀ ਪੈਣੀ ਹੈ। ਹੁਣ ਆਪਾਂ ਗੱਲ ਕਰ ਲਈਏ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ। ਸਾਨੂੰ ਹੋਇਆ ਸੀ ਤੇ ਸਾਡੇ ਸਰਕਲ ਵਿੱਚ ਕਾਫੀ ਲੋਕ ਪੋਜ਼ਿਟਿਵ ਆਏ ਸੀ, ਪਰ ਕੋਈ ਵੀ ਸੀਰੀਅਸ ਬਿਮਾਰ ਨਹੀਂ ਸੀ ਹੋਇਆ। ਇਹ ਸੁੱਖੀ ਕੌਰ ਜੀ ਕਹਿ ਰਹੇ ਆ, ਸੁੱਖੀ ਕੌਰ ਰਾਏ। ਤੇ ਅਸੀਂ ਹਸਪੀਟਲ ਵਿੱਚ ਜੌਬ ਕਰਦੇ ਹਾਂ, ਬਹੁਤ ਵਰਕਰ ਐਂਡ ਪੇਸ਼ੈਂਟਸ ਪੋਜ਼ਿਟਿਵ ਆਏ, ਪਰ ਸਾਰੇ ਵੈਲ ਰਿਕਵਰਡ।
ਹਾਂਜੀ ਹਾਂਜੀ, ਬਿਲਕੁਲ ਬਿਲकुल। ਅੱਜ ਤੁਸੀਂ ਸੁਖਬੀਰ ਬਾਦਲ ਦੇ ਬਾਰੇ ਵੀ ਜਿਹੜੀਆਂ ਵੱਡੀਆਂ ਖਬਰਾਂ ਦੇਖੀਆਂ ਹੋਣੀਆਂ, ਕਿਉਂਕਿ ਮੀਡੀਆ ਜਿਹੜਾ ਸਾਡਾ ਹੈਗਾ ਉਹ ਝੱਟ, ਕਿਉਂਕਿ ਅੱਜ ਪੰਜਾਬ ਦੇ ਮੀਡੀਆ ਦਾ ਬਹੁਤ ਦਲਾਲੀ ਵਾਲਾ ਹਿਸਾਬ ਹੋ ਚੁੱਕਿਆ, ਦਲਾਲ ਬਣ ਚੁੱਕੇ ਆ ਆਪਾਂ। ਪੰਜਾਬ ਦਾ ਜਿਹੜਾ ਨਵਾਂ ਨਵਾਂ ਮੀਡੀਆ ਉੱਠਿਆ ਨਾ, ਉਹ ਦਲਾਲ ਬਣ ਚੁੱਕਿਆ। ਉਹਨਾਂ ਨੂੰ ਸਿਰਫ ਵਿਊਜ਼ ਦੇ ਨਾਲ ਮਤਲਬ ਹੈਗਾ, ਉਹਨਾਂ ਨੂੰ ਕੋਈ ਹੋਰ ਮਤਲਬ ਨਹੀਂ। ਤੇ ਅੱਜ ਇਹਨਾਂ ਨੇ ਪਾਈ ਹੈ, ਅੱਜ ਜਿੰਨੇ ਅੱਜ ਪੰਜਾਬ ਦੇ ਮੀਡੀਆ ਨੇ ਨਾ, ਅੱਜ ਯਾਦ ਰੱਖ ਲਿਓ ਸਾਰੇ, ਇਹਨਾਂ ਨੇ ਇਹ ਗੱਲ ਪਾਈ ਹੈ ਲਿਖ ਕੇ ਕਿ ਸੁਖਬੀਰ ਬਾਦਲ ਦੀ ਹਾਲਤ ਜਿਹੜੀ ਹੈ ਗੰਭੀਰ ਆ, ਜਦ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਕੋਈ ਹਾਲਤ ਗੰਭੀਰ ਨਹੀਂ, ਕੋਈ ਕੁਝ ਨਹੀਂ ਹੈ, ਬਿਲਕੁਲ ਉਹ ਨਾਰਮਲ ਹੈਗੇ ਨੇ, ਕੁਝ ਨਹੀਂ ਹੈਗਾ। ਤੇ ਕਿੱਥੇ ਚਾਲ ਹੈ ਉਹ ਮੈਂ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰੂੰਗਾ, ਕੌਣ ਝੂਠਾ ਹੈ ਕੌਣ ਸੱਚਾ ਹੈ। ਮੈਂ ਸਾਰਾ ਜਿਹੜਾ ਜਨਰਲੀ ਮੈਂ ਗੱਲ ਕਨਕਲੂਡ ਕਰ ਦਿੱਤੀ ਹੈ, ਮੈਂ ਕੱਲੇ ਬੰਦੇ ਦੇ ਉੱਤੇ ਨਹੀਂ ਐਲੀਗੇਸ਼ਨ ਲਾਉਣੇ, ਪਰ ਇਹ ਆਪਾਂ ਗੱਲ ਕਰ ਦਿੱਤੀ ਹੈ ਵੀ ਵਾਇਰਸ ਕਿੱਥੇ ਖੜਾ ਹੈ, ਵਾਇਰਸ ਕੀ ਹੈਗਾ, ਕੱਖ ਨਹੀਂ ਹੈਗਾ, ਕੁਛ ਨਹੀਂ ਹੈਗਾ। ਇਹ ਨਹੀਂ ਇਹਦਾ ਮਤਲਬ ਮੈਂ ਕਹਿ ਰਿਹਾ ਵੀ ਵਾਇਰਸ ਹੈ ਨਹੀਂ। ਜੇ ਵਾਇਰਸ ਹੈਗਾ, ਜੇ ਨਹੀਂ ਮਤਲਬ ਵੀ ਵਾਇਰਸ ਹੈਗਾ, ਪਰ ਇੱਕ ਨਾਰਮਲ ਫਲੂ ਆ, ਇਹਦੇ ਨਾਲ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਆਪਣੇ ਟੈਨਸ਼ਨ ਛੱਡ ਦਿਓ ਇਹ ਗੱਲ ਦੀ ਵੀ ਭਾਈ ਆ ਵਾਇਰਸ ਹੋ ਗਿਆ ਤੇ ਮੌਤ ਹੋ ਜਾਊਗੀ। ਮੈਂ ਖੁਦ ਆਪਣੀ ਉਦਾਹਰਨ ਦੇ ਸਕਦਾ, ਪਿਛਲੇ 1 ਸਾਲ ਤੋਂ ਜਦੋਂ ਇਹ ਵਾਇਰਸ ਸ਼ੁਰੂ ਹੋਇਆ ਤਾਂ ਮੈਂ ਵੀ ਇਸੇ ਝੰਜਟਾਂ ਦੇ ਵਿੱਚ ਫਸ ਗਿਆ ਸੀਗਾ। ਮੈਂ ਆਪਣੀ ਇਹ ਗੱਲ ਮੈਂ ਮੰਨਦਾ ਇਸ ਗੱਲ ਨੂੰ ਕਿ ਮੈਂ ਵੀ ਇਹ ਗੱਲਾਂ ਮੰਨਣ ਲੱਗ ਪਿਆ ਸੀ, ਕਿਉਂਕਿ ਉਦੋਂ ਸਾਰੀ ਦੁਨੀਆ ਇਸ ਵਹਾਅ 'ਚ ਬਹਿ ਗਈ ਸੀ। ਆਪਾਂ ਨੂੰ ਵੀ ਨੌਲੇਜ ਨਹੀਂ ਸੀਗੀ, ਕਿਉਂਕਿ ਇੱਕਦਮ ਹਨੇਰੀ ਝੁੱਲ ਗਈ ਹਰ ਪਾਸਿਓਂ। ਤੁਹਾਨੂੰ ਉਹ ਖਬਰਾਂ, ਇੱਕ ਮੀਡੀਆ ਦੇ ਨਾਲ ਅਸੀਂ ਵੀ ਜੁੜੇ ਹੋਏ ਸੀਗੇ, ਤੇ ਹਰ ਪਾਸਿਓਂ ਉਹੀ ਖਬਰਾਂ, ਵਹਿਮ ਜਿਹੜਾ ਹੈ ਉਹ ਸਾਡੇ ਮਨਾਂ ਦੇ ਵਿੱਚ ਵੀ ਘਰ ਕਰ ਗਿਆ, ਜਿਵੇਂ ਬਾਕੀਆਂ ਦੇ ਕਰ ਗਿਆ ਸੀ। ਅਸੀਂ ਵੀ ਸੈਨੀਟਾਈਜ਼ਰ ਹੱਥ ਦੇ ਨਾਲ ਲਾ ਕੇ, ਪੂੰਝ ਕੇ, ਮਾਸਕ ਪਾ ਕੇ, ਤੇ ਇੱਕ ਦਿਨ ਐਸਾ ਆਇਆ ਕਿ ਜਿੱਦਣ ਖੁਦ ਨੂੰ ਮਹਿਸੂਸ ਹੋਣ ਲੱਗ ਪਿਆ ਮੈਨੂੰ ਕਿ ਮੈਨੂੰ ਵੀ ਵਾਇਰਸ ਹੋ ਗਿਆ। 10-15 ਦਿਨ ਮੈਂ ਬਿਮਾਰ ਰਿਹਾ, ਬੁਖਾਰ ਹੋ ਗਿਆ ਮੈਨੂੰ। ਪਰ ਅਸਲ ਨਿਚੋੜ ਕੀ ਸੀ ਉਸ ਗੱਲ ਦਾ ਕਿ ਇੱਕ ਵਹਿਮ ਜਿਹੜਾ ਸੀਗਾ ਉਹ ਘਰ ਕਰ ਗਿਆ, ਕਿਉਂਕਿ ਉਦੋਂ ਇੱਕ ਹਨੇਰੀ ਐਸੀ ਵਹਿ ਗਈ ਸੀ। ਮੈਂ ਨਹੀਂ, ਬਹੁਤ ਸਾਰੇ ਲੋਕ ਜਿਹੜੇ ਸੀ ਉਸ ਵਹਿਣ ਦੇ ਵਿੱਚ ਵਹਿ ਗਏ, ਤੇ ਉਹਨਾਂ ਦੇ ਵਿੱਚੋਂ ਮੈਂ ਵੀ ਸੀ ਇੱਕ। 10-15 ਦਿਨ ਬਿਮਾਰ ਰਹਿਣ ਤੋਂ ਬਾਅਦ ਜਦੋਂ ਠੀਕ ਹੋ ਗਿਆ, ਬੁਖਾਰ ਹੋਇਆ ਸੀ ਤੇ ਠੀਕ ਹੋ ਗਏ, ਉਸ ਤੋਂ ਬਾਅਦ ਲਾਈਫ ਜਿਹੜੀ ਹੈ ਨਾਰਮਲ ਆਪਣੇ ਟਰੈਕ ਦੇ ਉੱਤੇ ਆ ਗਈ। ਪਰ ਜਦੋਂ ਆਪਾਂ ਹੁਣ ਅੱਜ ਸਾਰਾ ਕੁਝ ਦੇਖਿਆ, ਸਾਰਾ ਕੁਝ ਝਾਤ ਮਾਰੀ, ਜਿਹੜੀ ਹਰ ਇੱਕ ਗੱਲ ਜਿਹੜੀ ਹੈ ਉਹਨੂੰ ਬਖੂਬੀ ਵਾਚਿਆ ਆਪਾਂ ਵੀ ਬਣਿਆ ਕੀ ਭਾਈ, ਇਹ ਕੀ ਹੋਇਆ ਕੀ ਆ। ਜੇ ਵਾਇਰਸ ਸੀ ਤਾਂ ਸਾਡਾ ਆਪਾਂ ਕਿੱਦਾਂ ਅੱਜ ਤੰਦਰੁਸਤ ਬੈਠੇ ਹੋਏ ਆ, ਤੇ ਸਾਨੂੰ ਵਾਇਰਸ ਹੋਇਆ ਕਿੱਥੋਂ ਸੀ, ਵਾਇਰਸ ਹੋਇਆ ਕਿੱਥੋਂ ਸੀਗਾ। ਆਪਾਂ ਤਾਂ ਹਰ ਇੱਕ ਗੱਲ ਜਿਹੜੀ ਹੈ ਬੜੀ ਫੂਕ ਕੇ ਪੈਰ ਰੱਖਦੇ ਹੁੰਦੇ ਸੀ, ਕੱਖ ਨਹੀਂ ਸੀਗਾ, ਤਾਂ ਫਿਰ ਕਿੱਦਾਂ ਹੋ ਗਿਆ। ਜੇਕਰ ਹੋ ਗਿਆ ਸੀ ਤਾਂ ਆਪਾਂ ਇੱਥੇ ਬੈਠੇ ਕਾਹਤੋਂ ਆ। ਇਹ ਸਾਰੀਆਂ ਗੱਲਾਂ ਦਾ ਜਦੋਂ ਨਿਚੋੜ ਕੱਢਿਆ, ਅੱਜ ਵੀ ਆ ਜਿਹੜਾ ਲਾਈਵ ਹੈ ਨਾ, ਆ ਜਿਹੜਾ ਆਪਾਂ ਲਾਈਵ ਕਰ ਰਹੇ ਆ, ਤੇ ਜਦੋਂ ਮੇਰੇ ਨਾਲ ਦੇ ਸਾਥੀ ਸੰਗੀ ਦੇਖਣਗੇ, ਕੁਝ ਉਹਦੇ ਵਿੱਚੋਂ ਐਸੇ ਹੋਣਗੇ ਜਿਹੜੇ ਇਸ ਗੱਲ ਦਾ ਵਿਰੋਧ ਵੀ ਕਰਨਗੇ। ਉਹ ਇਹ ਕਹਿਣਗੇ ਉਹ ਨਹੀਂ ਤੁਹਾਡੇ ਨਾਲ ਵਾਪਰੀ ਨਹੀਂ ਨਾ, ਤੁਹਾਨੂੰ ਪਤਾ ਫੇਰ ਲੱਗੂਗਾ। ਤੁਹਾਡੇ ਨਾਲ ਨਹੀਂ ਨਾ ਵਾਪਰੀ, ਹਜੇ ਸਾਡੇ ਗੁਆਂਢ ਦੇ ਵਿੱਚੋਂ ਮੁੰਡਾ ਮਰ ਗਿਆ ਜਵਾਨ, ਏਦਾਂ ਕਹਿਣਾ ਉਹਨਾਂ ਨੇ। ਤੇ ਕਈਆਂ ਨੇ ਬਿਲਕੁਲ ਹੀ ਵਿਰੋਧੀ ਹੋ ਜਾਣਾ ਵੀ ਭਾਈ ਆ ਕਿਹੜੀਆਂ ਗੱਲਾਂ ਕਰਨ ਲੱਗ ਪਿਆ। ਪਰ ਮੈਂ ਇਹ ਕਹਿਣਾ ਹੋਣਾ, ਮੇਰੀ ਇੱਕ ਸੋਚ ਆ, ਮੈਂ ਇਹ ਨਹੀਂ ਕਹਿੰਦਾ ਮੈਂ ਬੜਾ ਮਹਾਨ ਸੋਚ ਦਾ ਮਾਲਕ ਹਾਂ, ਪਰ ਮੈਂ ਜਿੰਨਾ ਕੁ ਤੁੱਛ ਸੋਚ ਲੈ ਕੇ, ਜਿੰਨੀ ਕੁ ਛੋਟੀ ਜੀ ਸੋਚ ਲੈ ਕੇ ਮੈਂ ਚੱਲਦਾ, ਮੈਂ ਚਾਹੁੰਦਾ ਵੀ ਅਸਲ ਦੇ ਵਿੱਚ ਜਾਗਰਤੀ ਜਿਹੜੀ ਆ ਉਹ ਲਿਆਂਦੀ ਜਾਵੇ। ਆਪਾਂ ਨੂੰ ਹਰ ਇੱਕ ਗੱਲ ਜਿਹੜੀ ਹੈ ਬੜੇ ਸਾਫ਼ ਤਰੀਕੇ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਵੀ ਭਾਈ ਆਹ ਚੀਜ਼ਾਂ ਹੋ ਰਹੀਆਂ, ਆਹ ਚੀਜ਼ਾਂ ਹੋ ਰਹੀਆਂ, ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਜੇਕਰ ਅਸੀਂ ਕੋਈ ਅੱਜ ਤੁਸੀਂ ਇਸ ਵੇਲੇ ਆਪਾਂ 60 ਬੰਦੇ ਜੁੜੇ ਹੋਏ ਆ, ਜਿਹਦੇ ਵਿੱਚੋਂ 5 ਜਾਣਿਆਂ ਨੂੰ ਮੈਂ ਸਕੂਨ ਦੇ ਦਿੱਤਾ, 5 ਜਾਣਿਆਂ ਦੀ ਮੈਂ ਸੋਚ ਬਦਲ ਦਿੱਤੀ, ਤਾਂ ਮੇਰੇ ਲਈ ਬੜੀ ਵੱਡੀ ਗੱਲ ਹੋਊਗੀ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੋਊਗੀ ਕਿ ਮੈਂ 5 ਜਾਣਿਆਂ ਨੂੰ ਇਹ ਗੱਲ ਜਿਹੜੀ ਹੈ ਦੱਸ ਦਿੱਤੀ ਹੈ ਵੀ ਨਹੀਂ ਕੁਝ ਨਹੀਂ ਹੈਗਾ। ਨਿਊ ਵਰਲਡ ਆਰਡਰ ਇੱਕ ਏਜੰਡਾ ਹੈਗਾ ਬੜਾ ਵੱਡਾ, ਦੁਨੀਆ ਦੇ ਵਿੱਚ ਇਸ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ। ਆ ਜਿਹੜੀ ਵਰਲਡ ਵਾਰ ਹੋਈ ਸੀ 1, 2 ਹੋਈ ਸੀ, ਅਫਗਾਨਿਸਤਾਨ ਤੇ ਹਮਲਾ ਹੋਇਆ ਸੀ, ਇਰਾਕ ਈਰਾਨ ਦੇ ਉੱਤੇ ਹਮਲਾ ਹੋਇਆ, ਇਹ ਸਾਰਾ ਉਹਦਾ ਹਿੱਸਾ ਹੈ। ਜਿੱਥੋਂ ਕੋਈ ਮਤਲਬ ਹੁੰਦਾ ਹੈ ਉੱਥੇ ਹਮਲਾ ਕੀਤਾ ਜਾਂਦਾ ਹੈ। ਅੱਜ ਇੱਕ ਹੋਰ ਵੱਡਾ ਖੁਲਾਸਾ ਮੈਂ ਕਰ ਦਿੰਦਾ, ਇੰਡੀਆ ਪਾਕਿਸਤਾਨ ਦੀ ਜਿਹੜੀ ਦੁਸ਼ਮਣੀ ਦਿਖਾਈ ਜਾਂਦੀ ਹੈ ਤੁਹਾਨੂੰ ਇੰਡੀਅਨ ਚੈਨਲਾਂ ਦੇ ਉੱਤੇ, ਭਾਰਤੀ ਚੈਨਲਾਂ ਦੇ ਉੱਤੇ ਦਿਖਾਈ ਜਾਂਦੀ ਹੈ। अब ये पाक नापाक हो गया, ये अपनी नापाक हरकतों से बाज नहीं आया। ये एक बड़ा वड्डा
ਇੱਕ ਪਲਾਨ ਹੈ ਦੋਨਾਂ ਮੁਲਕਾਂ ਦੇ ਵਿੱਚ, ਇੱਕ ਐਸੀ ਕਨਸਪੀਰੇਸੀ ਜਿਹੜੀ ਹੈਗੀ ਹੈ ਪੈਦਾ ਕਰਕੇ, ਜਦ ਕਿ ਕੁਝ ਨਹੀਂ ਹੈਗਾ, ਕੋਈ ਦੁਸ਼ਮਣੀ ਨਹੀਂ ਹੈਗੀ, ਇੱਕ ਹਿੱਸਾ ਹੈਗਾ ਉਸੇ ਚੀਜ਼ ਦਾ। ਕਈ ਕਹਿਣਗੇ ਵੀ ਹਰ ਗੱਲ ਉਸ ਹਿੱਸੇ ਦੇ ਨਾਲ ਕਿਵੇਂ ਜੋੜ ਸਕਦੇ ਆ, ਹਰ ਕੜੀ ਜੁੜਦੀ ਹੈ, ਹਰ ਕੜੀ ਜੁੜਦੀ ਹੈ। ਆਮ ਲੋਕਾਂ ਨੂੰ ਕਿਵੇਂ ਉਲਝਾ ਕੇ ਰੱਖਿਆ ਹੋਇਆ, ਕਿਵੇਂ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ, ਕਿਵੇਂ ਸਾਰਾ ਕੁਝ ਕੀਤਾ ਜਾ ਰਿਹਾ, ਇਹ ਆਪਾਂ ਨੂੰ ਅੱਜ ਸਮਝਣਾ ਪੈਣਾ ਹੈ। ਇਹ ਸਿਰਫ ਆਪਾਂ ਮੋਦੀ ਸਰਕਾਰ ਦੇ ਉੱਤੇ ਨਾ ਰਹੀਏ ਵੀ ਮੋਦੀ ਸਰਕਾਰ ਆ ਕਰਤੀ, ਆ ਹੋ ਗਿਆ ਜੀ। ਮੋਦੀ ਸਰਕਾਰ ਨੇ ਆ ਬਿੱਲ ਜਿਹੜੇ ਹੈ ਜੀ ਇਹ ਲੈਣ ਦੇ, ਮੋਦੀ ਜਿੰਦਾ, ਮੋਦੀ ਕੁੱਤਾ, ਮੋਦੀ ਮੋਦੀ ਮੁਰਦਾਬਾਦ, ਆਪਾਂ ਇੱਥੋਂ ਤੱਕ ਕਹਿਣ ਦੇ ਵਿੱਚ ਆ ਗਏ ਆ। ਪਰ ਇਦਾਂ ਦਾ ਇਹਦੇ ਉੱਤੇ ਬੜਾ ਕੁਛ ਹੈ, ਇਹਦੇ ਉੱਤੇ ਬਹੁਤ ਕੁਛ ਹੈਗਾ। ਹਾਂ, ਇਹ ਨਹੀਂ ਆਪਾਂ ਮੋਦੀ ਸਰਕਾਰ ਨੂੰ ਬਰੀ ਨਹੀਂ ਕਰ ਸਕਦੇ, ਨਾ ਅਸੀਂ ਬਾਦਲਾਂ ਨੂੰ ਬਰੀ ਕਰ ਸਕਦੇ, ਨਾ ਕੈਪਟਨ ਨੂੰ ਬਰੀ ਕਰ ਸਕਦੇ ਆ, ਆਪਾਂ ਕਿਸੇ ਨੂੰ ਬਰੀ ਨਹੀਂ ਕਰ ਸਕਦੇ। ਇਹ ਸਾਰੇ ਮਿਲੇ ਜੁਲੇ ਪਏ ਨੇ, ਬੜਾ ਕੁਛ ਜਿਹੜਾ ਵਿੱਚੇ ਚੱਲ ਰਿਹਾ। ਇਸ ਕਰਕੇ ਆਪਾਂ ਤਿਆਰ ਹੋ ਜਾਈਏ। ਮਨਜਿੰਦਰ ਸਿਰਸਾ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਨਾਲ ਜੇ ਕੋਈ ਜੁੜਨਾ ਚਾਹੁੰਦਾ ਤੇ ਜੁੜ ਜਾਓ ਭਾਈ, ਆ ਜਾਓ, ਤੇ ਤੁਹਾਡੇ ਨਾਲ ਵੀ ਆਪਾਂ, ਤੁਹਾਡੇ ਵਿਚਾਰ ਵੀ ਆਪਾਂ ਲੈ ਲੈਨੇ ਆ। ਤੇ ਜੇਕਰ ਕੋਈ ਆਪਣੇ ਨਾਲ ਜੁੜਨਾ ਚਾਹੁੰਦਾ ਹੈ ਵੀਡੀਓ ਕਾਲ ਦੇ ਉੱਤੇ, ਆ ਜਾਓ, ਖੁੱਲੀ ਛੁੱਟੀ ਹੈ। ਨਹੀਂ, ਹਜੇ ਤੱਕ ਕੋਈ ਨਹੀਂ ਹੈਗਾ। ਕਰੋਨਾ ਬਿਜ਼ਨਸ, ਦੀਪਿੰਦਰ ਸਿੰਘ ਸੰਧੂ ਕਹਿੰਦੇ ਜੀ ਕਰੋਨਾ ਬਿਜ਼ਨਸ, ਬਿਲਕੁਲ 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 ਭਾਈ, ਬੜਾ ਕੁਛ ਹੈ। ਟੀਨਾ ਕੌਰ ਜੀ ਕਹਿੰਦੇ ਇੰਡੀਆ 'ਚ ਅੱਜ ਡਾਕਟਰ ਵੀ ਚੋਰ ਨੇ, ਜਿਨ੍ਹਾਂ ਨੂੰ ਰੱਬ ਦਾ ਰੂਪ ਦਿੱਤਾ ਗਿਆ ਸੀ, ਇਨਸਾਨੀਅਤ ਭੁੱਲ ਗਏ, ਡਾਕਟਰ ਵੀ ਚੋਰ ਹੋ ਗਏ। ਅੱਜ ਤੁਹਾਡੇ ਅੰਗਾਂ ਦਾ ਤੁਹਾਡਾ ਬਿਜ਼ਨਸ ਕੀਤਾ ਜਾ ਰਿਹਾ, ਜਿਹੜੇ ਤੁਹਾਡੇ ਅੰਗ ਹੁੰਦੇ ਨੇ ਉਹਨਾਂ ਨੂੰ ਕੱਢਿਆ ਜਾਂਦਾ ਹੈ, ਤੁਹਾਡੇ ਅੰਗ ਕੱਢ ਕੇ ਵੇਚ ਦਿੱਤੇ ਜਾਂਦੇ ਆ, ਬਾਡੀ ਤੁਹਾਡੇ ਪੱਲੇ ਪਾ ਦਿੱਤੀ ਜਾਂਦੀ ਆ, ਬਾਡੀ ਤੁਹਾਡੇ ਰਿਸ਼ਤੇਦਾਰਾਂ ਨੂੰ ਦੇ ਦਿੰਦੇ ਭਾਈ ਚੱਕ ਕੇ ਲੈ ਜਾਓ, ਸ਼ਾਬਾਸ਼। ਇਹ ਸਾਰਾ ਕੁਝ ਉਹਦਾ ਹਿੱਸਾ ਹੈ। ਹਰਮਿੰਦਰ ਸਿੰਘ ਜੀ ਕਹਿੰਦੇ ਵੈਰੀ ਗ੍ਰੇਟ ਫੇਸਬੁੱਕ ਸਾਇੰਟਿਸਟ ਅਵਾਰਡ ਗੋਜ਼ ਟੂ ਯੂ। ਇਹ ਪਤਾ ਨਹੀਂ ਤੁਸੀਂ ਸਿਫਤ ਕਰ ਰਹੇ ਹੋ ਜਾਂ ਫਿਰ ਟੌਂਚ ਕਰ ਰਹੇ ਹੋ, ਪਰ ਮੇਰੇ ਵੱਲੋਂ ਜੋ ਵੀ ਕਰ ਰਹੇ ਹੋ ਤੁਹਾਨੂੰ ਬਹੁਤ ਧੰਨਵਾਦ ਮੈਂ ਤੁਹਾਡਾ ਕਰਨਾ ਚਾਹੁੰਦਾ। ਤੁਸੀਂ, ਤੁਹਾਡੇ ਇਹ ਵਿਚਾਰ ਹੋਣਗੇ ਕਿ ਫੇਸਬੁੱਕ ਸਾਇੰਟਿਸਟ ਜਾਂ ਫਿਰ ਕੁਝ ਵੀ ਹੈ, ਆਪਾਂ ਇੱਕ ਨਾ ਚੀਜ਼ ਹੈਗੇ ਆ। ਜੇਕਰ ਸਾਡੀਆਂ ਗੱਲਾਂ ਤੁਹਾਨੂੰ ਲੱਗਣ ਤਾਂ ਬਈ ਰੱਖ ਲਿਓ, ਨਹੀਂ ਤਾਂ ਸੁੱਟ ਦਿਓ ਚੱਕ ਕੇ। ਨਹੀਂ ਜੀ, ਤੁਸੀਂ ਨਹੀਂ। ਹਾਂਜੀ ਸੁਖਪ੍ਰੀਤ ਭਾਜੀ, ਤੁਸੀਂ ਆ ਜਾਓ ਲਾਈਵ ਦੇ ਉੱਤੇ, ਪਰ ਤੁਹਾਡਾ ਕੋਈ ਵੀ ਉਹ ਨਹੀਂ ਆ ਰਿਹਾ ਮੈਨੂੰ। ਟੇਕ ਮੀ ਔਨ ਕਾਲ। ਪਹਿਲਾਂ ਮੈਂ ਆਪਣੇ ਆ ਭਾਜੀ ਜਿਹੜੇ ਕਹਿੰਦੇ ਕਿ ਆਪਾਂ ਆਉਣਾ, ਨਹੀਂ ਜੀ ਤੁਹਾਡਾ ਆ ਨਹੀਂ ਰਿਹਾ। ਸੋ ਤੁਸੀਂ ਮੈਨੂੰ ਜਰੂਰ ਭੇਜੋ ਰਿਕੁਐਸਟ, ਆਪਾਂ ਚੁੱਕਦੇ ਆਂ ਤੇ ਫਿਰ ਕਰਦੇ ਆਂ ਗੱਲਬਾਤ। ਸਤਿੰਦਰਜੀਤ ਧਾਲੀਵਾਲ ਕਹਿੰਦੇ ਪਲੀਜ਼ ਰੀਡ ਵਿਸ਼ਵਰੂਪ ਰॉय ਚੌਧਰੀ। ਹਾਂਜੀ ਹਾਂਜੀ ਹਾਂਜੀ, ਬੜਾ ਕੁਛ ਉਹਨਾਂ ਨੇ ਕਹਿ ਦਿੱਤਾ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਤੇ ਮਨਜਿੰਦਰ ਸਿਰਸਾ ਦੀ ਹੁਣ ਆਪਾਂ ਗੱਲ ਕਰ ਲਈਏ। ਮਨਜਿੰਦਰ ਸਿਰਸਾ ਪਿਛਲੇ ਦਿਨਾਂ ਤੋਂ ਇੱਕ ਬੜਾ ਵਧੀਆ ਰੋਲ ਨਿਭਾ ਰਹੇ ਆ ਜੀ। ਉਹਨਾਂ ਵੱਲੋਂ ਨੌਜਵਾਨਾਂ ਦੀ ਰਿਹਾਈ ਕਰਵਾਈ ਗਈ, ਜ਼ਮਾਨਤ ਕਰਵਾਈ ਗਈ, ਨੌਦੀਪ ਕੌਰ ਨੂੰ ਬਾਹਰ ਲੈ ਕੇ ਆਏ ਆ ਮਨਜਿੰਦਰ ਸਿੰਘ ਸਿਰਸਾ, ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ, ਤੇ ਬੜਾ ਵਧੀਆ ਰੋਲ ਉਹਨਾਂ ਵੱਲੋਂ ਨਿਭਾਇਆ ਜਾ ਰਿਹਾ। ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੀ ਬੱਲੇ ਬੱਲੇ ਵੀ ਹੋ ਰਹੀ ਹੈ, ਉਹਨਾਂ ਦੀ ਚਰਚਾ ਹੋ ਰਹੀ ਹੈ। ਹੁਣ ਆਪਾਂ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ, ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ। ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ ਇੱਕ ਬੇਨਤੀ ਕਰਨੀ ਹੈ ਆਪਾਂ ਇਸ ਵੀਡੀਓ ਰਾਹੀਂ, ਇੱਕ ਲਾਈਵ ਰਾਹੀਂ, ਕਿ ਬੇਸ਼ੱਕ ਤੁਸੀਂ ਬਹੁਤ ਵਧੀਆ ਇੱਕ ਰੋਲ ਨਿਭਾ ਰਹੇ ਹੋ, ਮਨਜਿੰਦਰ ਸਿੰਘ ਸਿਰਸਾ ਹੋਰੀ ਜਿਨ੍ਹਾਂ ਨੇ ਜ਼ਮਾਨਤਾਂ ਕਰਾ ਦਿੱਤੀਆਂ, ਪਰ ਹੁਣ ਆਪਾਂ ਨੂੰ ਕਲੀਅਰ ਕਰ ਦੇਣਾ ਚਾਹੀਦਾ ਹੈ, ਸਿਰਸਾ ਸਾਹਿਬ ਆਪਾਂ ਨੂੰ ਹੁਣ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਬੀਜੇਪੀ ਜਿਹੜੀ ਪਾਰਟੀ ਹੈ, ਜਿਹੜੀ ਬੀਜੇਪੀ ਰਾਜਨੀਤਿਕ ਪਾਰਟੀ ਹੈ, ਕਿ ਅਸੀਂ ਉਹਨਾਂ ਵੱਲੋਂ ਇਹ ਜਿਹੜੀਆਂ ਰਿਹਾਈਆਂ ਕਰਵਾਈਆਂ, ਮਤਲਬ ਕਿ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਹੋ, ਜਾਂ ਫਿਰ ਉਹਨਾਂ ਵੱਲੋਂ ਮਤਲਬ ਕਿ ਉਸ ਪਾਰਟੀ ਦੇ ਤੁਸੀਂ ਇੱਕ ਨੁਮਾਇੰਦੇ ਹੋ, ਤੁਸੀਂ ਉਹਨਾਂ ਨੂੰ ਲੈ ਕੇ ਨਾਲ ਚੱਲ ਰਹੇ ਹੋ ਤੇ ਤੁਸੀਂ ਰਿਹਾਈਆਂ ਕਰਵਾ ਰਹੇ ਹੋ। ਦੂਸਰਾ, ਤੁਹਾਨੂੰ ਇਹ ਕਲੀਅਰ ਕਰ ਦੇਣਾ ਚਾਹੀਦਾ ਕਿ ਨਹੀਂ, ਮੈਂ ਬੀਜੇਪੀ ਵੱਲੋਂ ਨਹੀਂ, ਬਲਕਿ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਰਿਹਾਈਆਂ ਕਰਵਾ ਰਿਹਾ। ਤੀਸਰਾ, ਇੱਕ ਇੰਡੀਵਿਜੂਅਲ, ਮੈਂ ਇੱਕ ਐਜ਼ ਏ ਪਰਸਨ ਮੈਂ ਇਹ ਰਿਹਾਈਆਂ ਕਰਵਾ ਰਿਹਾ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਜੀ ਹੁਣ ਇੱਕ ਮੌਕਾ ਹੈਗਾ ਕਿ ਤੁਹਾਨੂੰ ਲੋਕ
ਜਿਹੜੇ ਨੇ ਉਹ ਸਿੱਖ ਜਿਹੜੇ ਪੂਰੀ ਦੁਨੀਆ 'ਚ ਵਸਣ ਵਾਲੇ ਉਹ ਤੁਹਾਡੀ ਕਦਰ ਕਰ ਰਹੇ ਨੇ, ਬੜਾ ਤੁਹਾਨੂੰ ਐਪਰੀਸ਼ੀਏਟ ਉਹ ਕਰ ਰਹੇ ਆ, ਤੁਹਾਨੂੰ ਤੁਹਾਡੀ ਵਾਹ-ਵਾਹ ਹੋ ਰਹੀ ਹੈ। ਹੁਣ ਇੱਕ ਮੌਕਾ ਹੈਗਾ ਤੁਹਾਡੇ ਕੋਲ ਕਿ ਜੇ ਤਾਂ ਅਸੀਂ ਬੀਜੇਪੀ ਦੇ ਵਿੱਚ ਰਹਿ ਕੇ ਆ ਰਿਹਾਈਆਂ ਕਰਵਾਈਆਂ ਤਾਂ ਫਿਰ ਇੱਥੇ ਇਹ ਤੁਹਾਨੂੰ ਅੱਜ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਵੀ ਭਾਈ ਮੈਂ ਬੀਜੇਪੀ ਤੋਂ ਹੀ ਆ, ਮੈਂ ਬੀਜੇਪੀ ਤੋਂ ਹੀ ਆ, ਮੈਂ ਰਿਹਾਈਆਂ ਕਰਵਾ ਰਿਹਾ। ਕਿਉਂਕਿ ਹੁਣ ਗੱਲ ਇੱਥੇ ਆ ਗਈ ਭਈ ਅਰੈਸਟ ਕਰਨ ਵਾਲੀ ਘੁੰਮ ਘੁਮਾ ਕੇ ਆ ਕੇ ਬੀਜੇਪੀ ਹੈ, ਆ ਬੀਜੇਪੀ ਹੋ ਗਈ। ਇਹਨਾਂ ਨੇ ਅਰੈਸਟ ਕੀਤਾ, ਆ ਬੀਜੇਪੀ ਨੇ, ਆ ਇੱਥੇ ਖੜੇ ਹੋਏ, ਆ ਮਨਜਿੰਦਰ ਸਿੰਘ ਸਿਰਸਾ, ਇਹਨਾਂ ਨੇ ਆ ਕੇ ਪਿੱਛੇ ਇੱਥੇ ਖੜੇ ਹੋ ਗਏ। ਅੱਗੋਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ ਪੁਸ਼ ਕੀਤਾ, ਇਹ ਆ ਕੇ ਰਿਹਾਈਆਂ ਕਰਵਾ ਰਹੇ ਆ, ਇਹ ਰਿਹਾਈਆਂ ਕਰਵਾ ਰਹੇ ਆ, ਜਦ ਕਿ ਸਾਰਾ ਖੇਲ ਜਿਹੜਾ ਹੈ ਉਹ ਬੀਜੇਪੀ ਦਾ। ਕੇਂਦਰ ਦੇ ਉੱਤੇ ਇਸ ਵੇਲੇ ਜਿਹੜੀ ਕਾਬਜ ਸੱਤਾ ਦੇ ਵਿੱਚ ਹੈਗੀ ਆ ਪਾਰਟੀ, ਉਹ ਹੈਗੀ ਆ ਬੀਜੇਪੀ। ਸੋ ਮਨਜਿੰਦਰ ਸਿੰਘ ਸਿਰਸਾ ਹੋਰੀ ਰਿਹਾਈਆਂ ਕਰਵਾ ਰਹੇ ਨੇ, ਇਧਰਲੇ ਪਾਸੇ ਬੀਜੇਪੀ ਜਿਹੜੀ ਹੈਗੀ ਉਹ ਅਰੈਸਟ ਕਰ ਰਹੀ ਹੈ, ਬੀਜੇਪੀ ਅਰੈਸਟ ਕਰ ਰਹੀ ਹੈ, ਬੀਜੇਪੀ ਹੀ ਰਿਹਾਈਆਂ ਕਰਵਾ ਰਹੀ ਹੈ। ਸੋ ਹੁਣ ਇਹ ਗੱਲਾਂ ਜਿਹੜੀਆਂ ਥੋੜੀ ਜਿਹੀਆਂ ਕਨਫਿਊਜ਼ਨ ਪੈਦਾ ਕਰਨ ਵਾਲੀਆਂ, ਇਹ ਗੱਲਾਂ ਜਿਹੜੀਆਂ ਥੋੜੀਆਂ ਹੁਣ ਕਨਫਿਊਜ਼ਨ ਪੈਦਾ ਕਰਦੀਆਂ ਭਈ ਕੌਣ ਗ੍ਰਿਫਤਾਰ ਕਰਵਾ ਰਿਹਾ ਤੇ ਕੌਣ ਰਿਹਾਈਆਂ ਕਰਵਾ ਰਿਹਾ। ਸੋ ਹੁਣ ਸਿਰਸਾ ਸਾਹਿਬ ਤੁਹਾਡੀ ਅੱਜ ਜਿਹੜੀ ਬਹੁਤ ਵੱਡੀ ਆਪਾਂ ਕਹਿ ਲਈ ਇਮੇਜ ਜਿਹੜੀ ਹੈ ਉਹ ਸਿੱਖਾਂ ਦੇ ਵਿੱਚ ਬਣ ਗਈ ਹੈ। ਹੁਣ ਤੁਸੀਂ ਇਹ ਗੱਲ ਕਲੀਅਰ ਕਰ ਦਿਓ ਕਿ ਤੁਸੀਂ ਅੱਜ ਵੀ ਬੀਜੇਪੀ ਦਾ ਹਿੱਸਾ ਹੋ। ਬੀਜੇਪੀ ਉਹ ਪਾਰਟੀ ਹੈ, ਆਪਾਂ ਨਹੀਂ ਕਹਿੰਦੇ ਜੋ ਉਹਨਾਂ ਦੇ ਹੁਣ ਤੱਕ ਦੀਆਂ ਉਹਨਾਂ ਦੀਆਂ ਨੀਤੀਆਂ ਆ, ਆਪਾਂ ਉਹਦੀ ਗੱਲ ਕਰਦੇ ਆ ਵੀ ਉਹ ਬਿੱਲ ਲੈ ਕੇ ਆਏ ਨੇ, ਕਿਸਾਨ ਵਿਰੋਧੀ ਬਿੱਲ ਲੈ ਕੇ ਆਏ ਆ। ਜਦੋਂ ਬਿੱਲ ਲੈ ਕੇ ਆਏ ਆ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਦਿੱਲੀ ਜਾ ਕੇ ਬੈਠੇ ਆ, ਉਹਨਾਂ ਦੇ ਉੱਤੇ ਡਾਂਗ ਭਰਾਈ ਗਈ ਆ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਨੌਦੀਪ ਕੌਰ ਜਾਂ ਰਜੀਤ ਸਿੰਘ ਦੂਜੇ ਤੀਜੇ ਜਿਹੜੇ ਨੌਜਵਾਨ ਨੇ ਉਹਨਾਂ ਤੇ ਤਸ਼ੱਦਦ ਵੀ ਕੀਤਾ ਗਿਆ। ਸੋ ਹੁਣ ਬੀਜੇਪੀ ਆ ਕਰ ਰਹੀ ਹੈ। ਹੁਣ ਤੁਸੀਂ ਇਹ ਗੱਲ ਸਾਬਤ ਕਰਨੀ ਹੈ ਵੀ ਭਾਈ ਮੈਂ ਉਸ ਪਾਰਟੀ ਦਾ ਹਿੱਸਾ ਹੈਗਾ ਜਾਂ ਨਹੀਂ ਹੈਗਾ। ਜੇਕਰ ਤੁਸੀਂ ਉਹਦੇ ਹਿੱਸੇ ਹੋ, ਜੇਕਰ ਤੁਸੀਂ ਉਸ ਪਾਰਟੀ ਦੇ ਹਿੱਸੇ ਹੋ ਤਾਂ ਫਿਰ ਨੀਤੀ ਵੀ ਉਹੀ ਚੱਲ ਰਹੀ ਹੋਊਗੀ, ਫਿਰ ਨੀਤੀ ਵੀ ਉਹੀ ਲੈ ਕੇ ਤੁਸੀਂ ਚੱਲ ਰਹੇ ਹੋ। ਅੱਜ ਤੁਹਾਨੂੰ ਲੋਕ ਜਿਹੜੇ ਨੇ ਉਹ ਪਸੰਦ ਕਰ ਰਹੇ ਆ, ਇਸ ਕਰਕੇ ਤੁਹਾਨੂੰ ਅੱਜ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਭਈ ਮੈਂ ਇਸ ਪਾਰਟੀ ਤੋਂ ਤਿਆਗ ਲੈਣਾ, ਇਸ ਪਾਰਟੀ ਤੋਂ ਰਿਜ਼ਾਈਨ ਕਰਦਾ। ਮੈਂ ਦਿੱਲੀ ਕਮੇਟੀ ਵੱਲੋਂ ਇਹ ਜਿਹੜੀਆਂ ਰਿਹਾਈਆਂ ਨੇ ਕਰਵਾਈਆਂ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਇੱਜ਼ਤ, ਤੁਹਾਡੀ ਰਿਸਪੈਕਟ ਜਿਹੜੀ ਹੈ ਹੁਣ ਤੱਕ ਦੇ ਕੀਤੇ ਜਿੰਨੇ ਵੀ ਕਾਰਨਾਮੇ ਨੇ ਉਹਦੇ ਤੋਂ ਡਬਲ ਟ੍ਰਿਪਲ ਹੋ ਜੂਗੀ। ਪਰ ਜੇਕਰ ਤੁਸੀਂ ਅੱਜ ਇਹ ਰਿਹਾਈਆਂ ਕਰਵਾ ਰਹੇ ਹੋ, ਤੁਹਾਡੀ ਪਾਰਟੀ ਅਰੈਸਟਾਂ ਕਰਦੀ ਹੈ, ਤੁਸੀਂ ਰਿਹਾਈਆਂ ਕਰਵਾ ਰਹੇ ਹੋ, ਤੇ ਕੱਲ ਨੂੰ ਤੁਸੀਂ ਫਿਰ ਆਉਣ ਵਾਲੇ ਜਦੋਂ ਕਿਸਾਨੀ ਸੰਘਰਸ਼ ਢਿੱਲਾ ਪੈ ਜਾਂਦਾ ਜਾਂ ਖਤਮ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਫਿਰ ਕਹੋ ਸ਼੍ਰੀ ਨਰਿੰਦਰ ਮੋਦੀ ਜੀ उनका हम बहुत धन्यवाद करते हैं फलानी फलानी गल तो ऐदा ऐदा ऐदा, क्योंकि तुसी पाकिस्तान दे विच ननकाना साहब जाके भी सिख होके सिखां नूं वंगारिया सी एक बार, ते तुहाडीआं बहुत सारियां ऐसियां वीडियोज़ ने जिहदे विच तुसी नरेंद्र मोदी सरकार जां फिर जिहड़ियां नीतियां ने जां फिर सिखां दे उल्ट भी तुहाडे वल्लों जिहड़े इसे बयान आउंदे रहे। असीं ਉਹ ਗੱਲ ਦੀ ਨਖੇਦੀ ਕਰਦੇ ਹਾਂ ਜਾਂ नहीं, ਉਹ ਗੱਲ ਅਲੱਗ है, पर ਅਸੀਂ ਤੁਹਾਨੂੰ सिर्फ याद करवा रहे हैं कि अज जेकर तुहाडा एक किरदार सिखां दे विच निखर के सामने आया तो तुहानूं ये गल अज कह देनी चाहिदी है बाहर आके कि मेरा अकाली दल बादल जां फिर बीजेपी जिहड़ी सरकार हैगी है उहदे नाल कोई भी लैण देण नहीं। मैं दिल्ली कमेटी दा प्रधान होण दे नाते आ रिहाइयां करवाईयां क्योंकि एक सिख दा फर्ज बनदा है। सो जेकर तुसीं ये गल कह के आउंदे हो तो तुहाडा किरदार जिहड़ा है होर निखर के सामने आऊगा। पर जे ਅੱਜ ਤੁਸੀਂ ਇਹ ਰਿਹਾਈਆਂ ਕਰਵਾ ਲਈਆਂ, ਅੱਜ ਸਿੱਖਾਂ ਤੋਂ ਬੱਲੇ ਬੱਲੇ ਕਰਵਾ ਲਈ ਹੈ, ਹੱਲਾ ਸ਼ੇਰੀ ਥਾਪੜਾ ਲੈ ਲਿਆ ਤੇ ਹੋਰ 2 ਮਹੀਨਿਆਂ ਨੂੰ ਜਾ ਕੇ ਤੁਸੀਂ ਫਿਰ ਉਹਨਾਂ ਪਾਰਟੀਆਂ ਦੀ ਗੋਦ ਦੇ ਵਿੱਚ ਬੈਠ ਜਾਓਗੇ ਜਾ ਕੇ, ਤਾਂ ਫਿਰ ਉਹ ਸਾਰਾ ਕੁਝ ਕਿਤੇ ਨਾ ਕਿਤੇ ਜਿਵੇਂ ਪੁਰਾਣੇ ਲੀਡਰ ਧੋਖਾ ਦਿੰਦੇ ਆਏ ਆ ਤਾਂ ਤੁਸੀਂ ਵੀ ਉਸੇ ਤਰ੍ਹਾਂ ਫਿਰ ਧੋਖੇ ਵਾਲੇ ਇੱਕ ਵਾਰ ਫਿਰ ਜਿਹੜਾ ਹੈ ਪੁਰਾਣੇ ਲੀਡਰਾਂ ਵਾਂਗੂ ਧੋਖਾ ਦਿਓਗੇ। ਸੋ ਨਹੀਂ ਸੁਖਪ੍ਰੀਤ ਭਾਜੀ ਤੁਹਾਡਾ ਮੈਸੇਜ ਮੈਨੂੰ ਆ ਰਿਹਾ, ਪਰ ਨਹੀਂ ਤੁਹਾਡਾ ਮੈਸੇਜ ਮੈਨੂੰ ਆ ਰਿਹਾ ਪਰ ਤੁਹਾਡਾ ਐਡ ਜਿਹੜਾ ਹੈ ਉਹ ਕਿਤੋਂ ਵੀ ਮੈਨੂੰ ਦਿਖ ਨਹੀਂ ਰਿਹਾ ਕਿ ਕਿੱਥੋਂ ਤੁਹਾਨੂੰ ਐਡ ਕੀਤਾ ਜਾਣਾ, ਇਸ ਕਰਕੇ 100% ਐਗਰੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਬੈਟਰੀ ਰਹਿ ਗਈ ਹੈ ਹੁਣ 20% ਤੇ ਆਪਾਂ ਨੂੰ ਹੁਣ 5-7 ਮਿੰਟ ਦੇ ਵਿੱਚ ਇਹ ਲਾਈਵ ਜਿਹੜਾ ਹੈ ਸਮਾਪਤ ਕਰਨਾ ਪੈਣਾ ਭਾਈ। ਸੋ ਸਿਰਸਾ ਸਾਹਿਬ ਤੁਸੀਂ ਆਪਣਾ ਜਿਹੜਾ ਹੈ ਪੱਖ ਜਿਹੜਾ ਹੈ ਉਹਨੂੰ ਕਲੀਅਰ ਕਰ ਦਿਓ ਤੇ ਇੱਕ ਸਿੱਖਾਂ ਦੇ ਵਧੀਆ ਲੀਡਰ ਹੋ ਕੇ ਤੁਸੀਂ ਵਿਚਰੋ, ਅਸੀਂ ਤੁਹਾਡੇ ਤੋਂ ਇਹ ਆਸ ਕਰਦੇ ਹਾਂ।
ਤੇ ਬਾਕੀ ਜਿਹੜੀ ਗੱਲ ਹੈਗੀ ਹੈ ਕੋਰੋਨਾ ਵਾਇਰਸ ਦੀ, ਪੰਜਾਬ 'ਚ ਹੁਣ ਨਾਈਟ ਕਰਫਿਊ ਲੱਗਣਾ ਸ਼ੁਰੂ ਹੋ ਗਿਆ, ਸਕੂਲ ਬੰਦ ਕਰ ਦਿੱਤੇ ਗਏ ਦੁਬਾਰਾ, ਤੇ ਆ ਸਾਰਾ ਕੁਝ ਹੋ ਰਿਹਾ। ਇਹ ਬਹੁਤ ਵੱਡੀ ਪਲੈਨਿੰਗ, ਬਹੁਤ ਵੱਡੀ ਚਾਲ, ਇਹ ਸਾਰਾ ਕੁਝ ਹੈਗਾ। ਇਹ ਤੋਂ ਬਚ ਕੇ ਚੱਲ ਗਏ ਆਪਾਂ। ਤੇ ਇਹ ਨਹੀਂ ਮੈਂ ਕਹਿੰਦਾ ਵੀ ਸਰਕਾਰ ਤੋਂ ਉਲਟ ਹੋ ਜਾਓ ਭਾਈ, ਸਰਕਾਰਾਂ ਤੋਂ ਉਲਟ ਕਿੱਥੇ ਹੋਇਆ ਜਾਂਦਾ, ਹੋ ਜਾਂਦੇ ਜਿਨ੍ਹਾਂ ਨੇ ਹੋਣਾ ਹੁੰਦਾ ਉਹ ਹੋਏ ਵੀ ਹੈ। ਤੇ ਪਰ ਹੁਣ ਤੁਸੀਂ ਕਿਸ ਤਰੀਕੇ ਨਾਲ ਚੱਲਣਾ, ਇੱਕ ਜਾਗਰੂਕਤਾ ਲਈਏ ਆਪਾਂ, ਇੱਕ ਵਧੀਆ ਤਰੀਕੇ ਦੇ ਨਾਲ ਚੱਲੀਏ, ਕਿਉਂਕਿ ਤੁਹਾਨੂੰ ਪੇਨ ਫੋਨ ਚੈੱਕ ਕਰਿਓ ਭਾਜੀ, ਨਹੀਂ ਆ ਰਿਹਾ ਯਾਰ, ਨਹੀਂ ਤੁਹਾਡਾ ਮੈਸੇਜ ਜ਼ਰੂਰ ਮੈਨੂੰ ਮਿਲ ਰਿਹਾ, ਪਰ ਤੁਹਾਡੀ ਕਿਤੇ ਵੀ ਉਹ ਨਹੀਂ ਆ ਰਹੀ, ਮੈਨੂੰ ਰਿਕੁਐਸਟ ਨਹੀਂ ਆ ਰਹੀ, ਨਹੀਂ ਆ ਰਹੀ ਮਹਾਰਾਜ, ਤੁਹਾਡਾ ਕੋਈ ਵੀ ਬਚੋ ਇਸ ਸਿਰਸੇ ਤੋਂ। ਹਾਂਜੀ ਸੋ ਦੋਸਤੋ, ਆਸ ਕਰਦਾ ਤੁਸੀਂ ਸਾਰੀ ਗੱਲਬਾਤ ਜਿਹੜੀ ਹੈ ਸੁਣੀ ਹੈ, ਤੁਹਾਨੂੰ ਪਸੰਦ ਆਈ ਹੋਊਗੀ। ਤੇ ਪਸੰਦ ਆਉਣ ਦਾ ਮਕਸਦ ਨਹੀਂ ਹੁੰਦਾ ਮੇਰਾ ਕਿ ਤੁਹਾਨੂੰ ਪਸੰਦ ਆਵੇ, ਬੜੇ ਨਜ਼ਾਰੇ ਲਏ ਆ, 15 ਮਿੰਟ ਆਪਾਂ 20 ਮਿੰਟ ਆਪਾਂ ਗੱਲਬਾਤ ਕੀਤੀ ਹੈ ਤੇ ਬੜਾ ਇੰਜੋਏ ਕੀਤਾ ਗੱਲਬਾਤ ਨੂੰ, ਇਹ ਨਹੀਂ ਹੈਗਾ। ਜੋ ਅਸਲ ਗੱਲਾਂ ਹੈਗੀਆਂ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਆ, ਕੁਛ ਨਾ ਕੁਛ ਇਹਦੇ ਵਿੱਚ ਕੀਤਾ ਜਾਵੇ। ਹੁਣ ਸਿਰਸਾ ਸਾਹਿਬ ਨੂੰ ਵੀ ਬੇਨਤੀ ਕਰ ਦਿੱਤੀ ਆਪਾਂ, ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰੀ ਕਰੋਨਾ ਪੋਜ਼ਿਟਿਵ ਆ ਗਏ ਆ। ਦੇਖੋ ਹੁਣ ਇੱਕ ਬੜੀ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ, ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਇਹ ਦਾਵਾ ਕਰਦਾ ਮੈਂ, ਇਹ ਦਾਵਾ ਕਰਕੇ ਮੈਂ ਇੱਕ ਗੱਲ ਤੁਹਾਨੂੰ ਮੈਂ ਕਹਿਣੀ ਹੈ, ਚੈਲੰਜ ਕਰਕੇ ਕਹਿਣੀ ਹੈ, ਇਹਦਾ ਕੋਈ ਵੀ ਜਵਾਬ ਮੈਨੂੰ ਦੇ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਕੋਈ ਵੀ ਰਿਚ ਬੰਦਾ, ਕੋਈ ਵੀ ਅਮੀਰ ਬੰਦਾ ਜਿਹੜਾ ਦੁਨੀਆ ਦਾ ਨਾਮਵਰ ਬੰਦਾ ਹੈਗਾ, ਕੋਈ ਵੀ ਨਾਮਵਰ ਦੁਨੀਆ ਦਾ ਪੋਲੀਟੀਸ਼ੀਅਨ ਹੈਗਾ, ਕੋਰੋਨਾ ਵਾਇਰਸ ਦੇ ਨਾਲ ਨਹੀਂ ਮਰਿਆ, ਕੋਰੋਨਾ ਵਾਇਰਸ ਦੇ ਨਾਲ ਨਹੀਂ ਮਰਿਆ, ਕੋਈ ਵੀ ਨਹੀਂ ਮਰਿਆ। ਮਰਿਆ ਕੌਣ ਹੈ? ਆਮ ਬੰਦਾ। ਇੱਥੋਂ ਤੱਕ ਕਿ ਅਮਿਤਾਭ ਬੱਚਨ ਤੱਕ ਨੂੰ ਕੋਰੋਨਾ ਹੋਇਆ ਸੀ, ਯਾਦ ਹੈ ਤੁਹਾਨੂੰ? ਅਮਿਤਾਭ ਬੱਚਨ ਤੱਕ ਨੂੰ ਕੋਰੋਨਾ ਹੋਇਆ ਸੀ, ਮਰਿਆ? ਨਹੀਂ ਮਰਿਆ। ਇਹ ਨਾ ਕਹੀਏ ਆਪਾਂ, ਬਹੁਤ ਵਾਰ ਕਹਿੰਦੇ ਜਾਂ ਬਜ਼ੁਰਗ ਮਰਦੇ ਆ ਇਹਦੇ ਨਾਲ, ਬੁੱਢਾ ਬੰਦਾ ਮਰਦਾ ਹੈ, ਜਵਾਨ ਬਚ ਜਾਂਦਾ ਹੈ। ਹੁਣ ਅਮਿਤਾਭ ਬੱਚਨ ਕੋਈ 16 ਸਾਲ ਦਾ ਨਹੀਂ ਸੀਗਾ, 22 ਸਾਲ ਦਾ ਨਹੀਂ ਸੀਗਾ, 30 ਸਾਲ ਦਾ ਨਹੀਂ ਸੀਗਾ ਉਹ। ਅਮਿਤਾਭ ਬੱਚਨ ਦੀ ਉਮਰ 65-70 ਦੇ ਕਰੀਬ ਹੋਊਗੀ। ਉਹਨੂੰ ਕਹਿੰਦੇ ਜੀ ਕੋਰੋਨਾ ਹੋ ਗਿਆ, ਮਰਿਆ ਉਹ? ਨਹੀਂ ਮਰਿਆ, ਕੋਈ ਨਹੀਂ ਮਰਿਆ। ਬੋਰਿਸ ਜੌਨਸਨ ਇੰਗਲੈਂਡ ਦਾ ਪ੍ਰਧਾਨ ਮੰਤਰੀ, ਕਿੰਨੀ ਉਮਰ ਹੋਊਗੀ ਉਹਦੀ? 60 ਸਾਲ, 62 ਸਾਲ, 65 ਸਾਲ, ਇੰਨੀ ਕੁ ਹੋਊਗੀ। ਮਰਿਆ ਉਹ? ਨਹੀਂ ਮਰਿਆ। ਇੱਕ ਇਹਨਾਂ ਦਾ ਹੋਰ ਸ਼ਾਹੀ ਖਾਨਦਾਨ ਦੇ ਵਿੱਚੋਂ ਬੰਦਾ ਜਿਹੜਾ ਸੀਗਾ ਵੱਡਾ, ਉਹਨੂੰ ਕੋਰੋਨਾ ਕਹਿੰਦੇ ਹੋ ਗਿਆ, ਨਹੀਂ ਮਰਿਆ। ਇਹ ਲੋਕ, ਕੋਈ ਵੀ ਦੁਨੀਆ ਦਾ ਵੱਡਾ ਬੰਦਾ ਨਹੀਂ ਮਰਿਆ। ਇਹ ਸਿਰਫ ਤੁਹਾਨੂੰ ਇੱਕ ਜਿਤਾਉਣ ਕਰਕੇ, ਤੁਹਾਡੇ ਵਿੱਚ ਦਹਿਸ਼ਤ ਪੈਦਾ ਕਰਨ ਕਰਕੇ ਵੀ ਭਾਈ ਇੰਗਲੈਂਡ ਦਾ ਪ੍ਰਧਾਨ ਮੰਤਰੀ ਵੀ ਕੋਰੋਨਾ ਦਾ ਪੋਜ਼ਿਟਿਵ ਹੋ ਗਿਆ, ਬਚ ਜਾਓ। ਤੁਹਾਡੇ ਤੇ ਇਦਾਂ ਪ੍ਰਭਾਵ ਪਾਇਆ ਜਾਂਦਾ, ਤੁਹਾਡੇ ਤੇ ਇਸ ਤਰੀਕੇ ਨਾਲ, ਕਿਉਂਕਿ ਅਮਿਤਾਭ ਬੱਚਨ ਦਾ ਇੱਕ ਵੱਡਾ ਰਸੂਖ ਸੀਗਾ। ਅਮਿਤਾਭ ਬੱਚਨ ਦਾ ਇੱਕ ਵੱਡਾ ਰਸੂਖ ਸੀ ਦੁਨੀਆ ਦੇ ਵਿੱਚ, ਭਾਰਤੀ ਜਿੰਨੀ ਵੀ ਪਾਪੂਲੇਸ਼ਨ ਦੁਨੀਆ ਦੇ ਵਿੱਚ ਵੱਸਦੀ ਹੈ, ਅਮਿਤਾਭ ਬੱਚਨ ਦਾ ਵੱਡਾ ਨਾਮ ਹੈ। ਇਸ ਕਰਕੇ ਉਹਨੂੰ ਵੀ ਕਰਾਇਆ ਗਿਆ ਕੋਰੋਨਾ ਪੋਜ਼ਿਟਿਵ, ਉਹਨੂੰ ਵੀ ਕੋਰੋਨਾ ਪੋਜ਼ਿਟਿਵ ਕਰਾ ਦਿੱਤਾ ਗਿਆ। ਮਰਿਆ ਉਹ? ਨਹੀਂ ਮਰਿਆ, ਕੋਈ ਨਹੀਂ ਮਰਦਾ ਮੁਰਦਾ। ਮਾਰਿਆ ਕਿਹਨੂੰ ਜਾਂਦਾ? ਗਰੀਬ ਬੰਦੇ ਨੂੰ। ਉਹ ਕਹਿੰਦਾ ਉਹ ਲੈ ਕੋਰੋਨਾ ਵਾਇਰਸ, ਉਸ ਤੋਂ ਬਾਅਦ ਅੰਗ ਕੱਢੇ, ਚੀਰ ਫਾੜ, ਪਰਾਂ ਹੋ ਜਾਓ, ਨੇੜੇ ਨਾ ਆਇਓ ਬੋਡੀ ਦੇ, ਤੁਹਾਨੂੰ ਵੀ ਕੋਰੋਨਾ ਹੋ ਜਾਊਗਾ। ਏਦਾਂ ਦੇ ਹਾਲਾਤ ਜਿਹੜੇ ਹੈ ਉਹ ਪੈਦਾ ਕਰ ਦਿੱਤੇ ਜਾਂਦੇ ਆ। ਤੇ ਇਸ ਤਰੀਕੇ ਨਾਲ ਹੁਣ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਸਕੋ, ਭਾਈ ਇਹ ਬਿਮਾਰੀ ਆਮ ਲੋਕਾਂ ਨੂੰ ਡਰਾਉਣ ਲਈ ਤੇ ਮਾਰਨ ਲਈ ਬਣਾਈ ਗਈ ਹੈ। ਬਿਲਕੁਲ ਬਿਲਕੁਲ। ਟਰੂਡੋ ਦੀ ਵਾਈਫ ਆਲਸੋ ਸੇਵਡ। ਹਾਂਜੀ 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 ਬਿਲਕੁਲ। ਜਸਟਿਨ ਟਰੂਡੋ ਹੋਰਾਂ ਦੀ ਵਾਈਫ, ਉਹਨਾਂ ਨੂੰ ਵੀ ਕਹਿੰਦੇ ਵੀ ਕੋਰੋਨਾ ਹੋ ਗਿਆ ਜੀ, ਉਹ ਵੀ ਬਚ ਗਏ। ਵਰਲਡ ਬੈਂਕ ਨੇ ਇਹਨਾਂ ਮੁਲਕਾਂ ਨੂੰ ਆਪਣੇ ਕਰਜ਼ੇ ਥੱਲੇ ਦਬਿਆ ਹੋਇਆ, ਉਹ ਇਹਨਾਂ ਨੂੰ ਕਰਜ਼ਾ ਦਿੰਦੇ ਆ, ਫਿਰ ਆਪਣੀਆਂ ਮਨਮਾਨੀਆਂ ਕਰਾਉਂਦੇ ਆ। ਵਰਲਡ ਬੈਂਕ ਇਹਨਾਂ ਦਾ ਬਣਾਇਆ ਹੋਇਆ, ਹੁਣ ਆਪਾਂ ਕਨਕਲੂਡ ਕਰ ਦਈਏ ਪ੍ਰੋਗਰਾਮ ਨੂੰ, ਉਹ ਬਣਾਇਆ ਹੋਇਆ 13 ਘਰਾਣਿਆਂ ਦਾ, ਜਿਨ੍ਹਾਂ ਦੇ ਕੋਲ 70% ਜਾਇਦਾਦ ਹੈ ਪੂਰੀ ਦੁਨੀਆ ਦੀ, ਤੇ ਉਹ ਲੋਕ ਹੈਂਡਲ ਕਰਦੇ ਨੇ। ਅਸੀਂ ਬਹੁਤ ਵਾਰ ਸੋਚ ਲੈਨੇ ਆ, ਦੈਨ ਵਾਟ ਅਬਾਊਟ ਸਰਦੂਲ ਸਿਕੰਦਰ? ਸਰਦੂਲ ਸਿਕੰਦਰ ਬਾਰੇ ਕੀ ਮਹਾਰਾਜ? ਕੀ ਸਰਦੂਲ ਸਿਕੰਦਰ ਬਾਰੇ? ਅਮਰ ਨੂਰੀ ਨੇ ਆਪਣੀ ਕਿਡਨੀ ਦੇ ਕੇ ਉਹਨੂੰ ਬਚਾਇਆ ਹੋਇਆ ਸੀ, ਬੰਦਾ ਮਰ ਗਿਆ। ਦੈਨ ਵਾਟ ਅਬਾਊਟ ਸਰਦੂਲ ਸਿਕੰਦਰ? ਕੀ ਹੋ ਗਿਆ ਸਰਦੂਲ ਸਿਕੰਦਰ?
ਇਹ ਤਾਂ ਮੈਨੂੰ ਲੱਗਦਾ ਵੀ ਇਹ ਹੁਣ ਤੁਸੀਂ ਵੀ ਮਤਲਬ ਕਿ ਚਾਹੁੰਦੇ ਹੋ ਵੀ ਉਹਨੂੰ ਵੀ ਕਰੋਨਾ ਦਾ ਰੂਪ ਦੇ ਦਿੱਤਾ ਜਾਵੇ, ਕਰੋਨਾ ਨਾਲ ਮਰਿਆ। ਹਾਲਾਂ ਤੱਕ ਕਿ ਨਾ ਅਮਰ ਨੂਰੀ ਜਾਂ ਉਹਦੇ ਪਰਿਵਾਰ ਵੱਲੋਂ ਜਾਂ ਕਿਸੇ ਝੋਲੀ ਚੁੱਕ ਮੀਡੀਆ ਵੱਲੋਂ ਤਾਂ ਹਜੇ ਤੱਕ ਇਹ ਗੱਲ ਕਹੀ ਨਹੀਂ ਗਈ ਵੀ ਉਹ ਕਰੋਨਾ ਵਾਇਰਸ ਨਾਲ ਮਰਿਆ। ਹੁਣ ਆਪਾਂ ਇਦਾਂ ਦੀਆਂ ਗੁੰਝਲਾਂ ਆਪ ਵੀ ਪੈਦਾ ਕਰਦੇ ਆ ਨਾ, ਅਸੀਂ ਪਿੱਛੇ ਨਹੀਂ ਹੈਗੇ ਕਿਸੇ ਤੋਂ। ਭਾਈ ਸਾਹਿਬ ਜੀ, ਹੈਪੀ ਸਿੰਘ ਜੀ, ਮਾੜਾ ਜਿਹਾ ਚੈੱਕ ਕਰੋ ਜਾ ਕੇ, ਕੋਈ ਵਾਇਰਸ ਵੁਰਸ ਨਹੀਂ। ਉਹ ਕਿਡਨੀ, ਇੱਕ ਕਿਡਨੀ ਦੇ ਉੱਤੇ ਆਪਣੀ ਜ਼ਿੰਦਗੀ ਜੀ ਰਹੇ ਸੀ ਜਿਹੜੇ ਸਰਦੂਲ ਸਿਕੰਦਰ ਜੀ ਹੈਗੇ ਆ, ਅਮਰ ਨੂਰੀ ਉਹਨਾਂ ਦੀ ਵਾਈਫ, ਉਹਨਾਂ ਵੱਲੋਂ ਉਹਨਾਂ ਨੂੰ ਕਿਡਨੀ ਦੇ ਕੇ ਬਚਾਇਆ ਹੋਇਆ ਸੀ। ਅਖੀਰ ਉਹ ਸਮਾਂ ਆ ਗਿਆ ਜਦੋਂ ਉਹਨਾਂ ਦਾ ਐਂਡ ਹੋ ਗਿਆ। ਕੱਖ ਨਹੀਂ ਹੋਇਆ ਭਾਜੀ, ਕੱਖ ਨਹੀਂ ਹੋਇਆ। ਐਵੇਂ ਹੀ ਆਪਾਂ ਗੱਲਾਂ ਦੇ ਵਿੱਚ ਨਾ ਕਰਿਆ ਕਰੀਏ ਵੀ ਹਾਏ ਕਰੋਨਾ ਉਹਨੂੰ ਵੀ ਹੋ ਗਿਆ ਤੇ ਉਹ ਮਰ ਗਿਆ, ਆਹ ਹੋ ਗਿਆ, ਆਹ ਹੋ ਗਿਆ। ਐਦਾਂ ਨਹੀਂ, ਇਹ ਗੱਲਾਂ ਕਰ ਕਰਕੇ ਆਪਾਂ ਆਪ ਸ਼ਹਿ ਦੇ ਰਹੇ ਹਾਂ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਠੀਕ ਹੈ, ਤੁਸੀਂ ਐਡ ਹੋ ਗਏ ਹੁਣ, ਬੜੀ ਮੁਸ਼ਕਲ ਦੇ ਨਾਲ ਐਡ ਹੋਏ ਆ। ਚਲੋ, ਮੈਂ ਵੇਖ ਰਿਹਾ ਸੀ ਤੁਹਾਡਾ ਸ਼ੋਅ ਤੇ ਹਾਂਜੀ, ਮੈਂ ਪਹਿਲਾਂ ਸੁੱਤਾ ਸੀਗਾ ਤੇ ਮੈਂ ਚੱਲ ਹੁਣ ਭਾਈ ਨੇ ਜੋ ਨੋਟੀਫਿਕੇਸ਼ਨ ਆਇਆ ਮੈਂ ਭਾਈ ਨੂੰ ਕਰੀਏ ਚ ਵੇਖ ਰਿਹਾ ਸ਼ੋਅ ਤੁਹਾਡਾ ਸਾਰਾ, ਤੇ ਜਿਹੜੀ ਗੱਲ ਕਰ ਰਹੇ ਸੀ। ਤੇ ਕਿੱਥੋਂ ਤੁਸੀਂ? ਮੈਂ ਰਿੱਕੀ ਬੋਲ ਰਿਹਾ ਭਾਜੀ। ਅੱਛਾ ਭਾਜੀ, ਮੇਰੇ 17% ਰਹਿ ਗਈ ਹੈ, ਹੁਣ ਆਪਾਂ ਜਲਦੀ ਗੱਲ ਨਿਬੇੜਦੇ ਹਾਂ। ਹਾਂਜੀ, ਜਿਹੜੀਆਂ 2-3 ਗੱਲਾਂ ਸ਼ੁਰੂ ਕੀਤੀਆਂ, ਇੱਕ ਤੇ ਬਹੁਤ ਵਧਾਈ ਸਾਰਿਆਂ ਸੰਗਤਾਂ ਨੂੰ। ਆ ਜਿਹੜੀ ਆਪਣਾ ਰਣਜੀਤ ਸਿੰਘ ਰਿਹਾ ਹੋਇਆ ਅੱਜ, ਇਹਦੀ ਸਾਰਿਆਂ ਨੂੰ ਬਹੁਤ ਵਧਾਈ। ਤੇ ਆਪਾਂ ਸਿਰਸਾ ਸਾਹਿਬ ਨੂੰ ਵੀ ਵਧਾਈ ਦਿੰਦੇ ਹਾਂ। ਚਲੋ, ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਨੇ। ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਹਾਂ ਵੀ ਇਹਨਾਂ ਨੂੰ ਕਰ ਦੇਣਾ ਚਾਹੀਦਾ ਨਸ਼ਰ, ਕੇ ਹਾਂ ਵੀ ਇੰਡੀਵਿਜੂਅਲ ਤੌਰ ਤੇ ਕਰ ਰਹੇ ਆ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਕਰ ਰਹੇ ਆ ਜਾਂ ਬੀਜੇਪੀ ਦੇ ਇੱਕ ਐਮਪੀ ਹੋਣ ਦੇ ਤੌਰ ਤੇ ਕਰ ਰਹੇ ਨੇ। ਇਹਨਾਂ ਨੂੰ ਨਸ਼ਰ ਕਰ ਦੇਣਾ ਚਾਹੀਦਾ ਕਿ ਹਾਂ ਵੀ ਮੈਂ ਇੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਮੈਂ ਆਪਣਾ ਜਿਹੜੇ ਆਪਣੇ ਸਿੱਖ ਜਿਹੜੇ ਬੰਦੀ ਸਿੱਖ ਆ ਜਿਹੜੇ ਨਜਾਇਜ਼ ਜਿਹੜੇ ਕੀਤੇ ਆ ਨੇ, ਇਹਨਾਂ ਨੂੰ ਮੈਂ ਆਪਣੇ ਤੌਰ ਤੇ ਰਿਹਾ ਕਰ ਰਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ। ਕਿਉਂਕਿ ਸਿਰਸਾ ਸਾਹਿਬ ਇਹ ਕਹਿ ਰਹੇ ਨੇ ਕਿ ਆਪਾਂ ਦਿੱਲੀ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਤੌਰ ਤੇ ਆਪਾਂ ਇਹਨਾਂ ਦਾ ਸਾਥ ਦੇ ਰਹੇ ਹਾਂ। ਬਹੁਤ ਵਧੀਆ ਕਰ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਇਹਨਾਂ ਨੂੰ ਇਹ ਦੱਸ ਦੇਣਾ ਚਾਹੀਦਾ ਹੁਣ ਕਿ ਹਾਂ ਵੀ ਕਿਸ ਤੌਰ ਤੇ ਕੰਮ ਕਰ ਰਹੇ ਨੇ। ਕਿਉਂਕਿ ਕਈ ਬੀਜੇਪੀ ਦੇ ਵੀ ਲੀਡਰ ਨੇ, ਆਪਾਂ ਨੂੰ ਇਹ ਚੀਜ਼ ਭੁੱਲਣੀ ਨਹੀਂ ਚਾਹੀਦੀ ਕਿ ਇੱਕ ਬੀਜੇਪੀ ਦੇ ਵੀ ਲੀਡਰ ਨੇ। ਕਿਉਂਕਿ ਇਹਨਾਂ ਨੂੰ ਜਿਹੜੇ ਆ ਅਰੈਸਟ ਕਰਾਉਣ ਵਾਲੇ ਜਾਂ ਇਹਨਾਂ ਤੇ ਤਸ਼ੱਦਦ ਕਰਨ ਵਾਲੇ ਦਿੱਲੀ ਦੇ ਵਿੱਚ ਜਿਹੜੇ ਆਪਣੇ ਸਿੱਖ ਭਾਈਚਾਰਾ ਜਿਹੜਾ ਮੋਰਚਾ ਲਾ ਕੇ ਬੈਠੀ ਆ, ਇਹਨਾਂ ਤੇ ਤਸ਼ੱਦਦ ਕਰਨ ਵਾਲੀ ਵੀ ਬੀਜੇਪੀ ਆ। ਉਹ ਕਿਉਂ ਕਰਨ ਵਾਲੀ ਉਹ ਤਸ਼ੱਦਦ ਕਰਨ ਵਾਲੀ ਕਿਉਂ ਬੀਜੇਪੀ ਆ? ਕਿਉਂਕਿ ਕਿ ਉਹ ਕਾਨੂੰਨ ਜਿਹੜੇ ਲਾਗੂ ਕੀਤੇ ਨੇ ਆਪਣੇ ਮੋਦੀ ਸਾਹਿਬ ਨੇ ਕੀਤੇ ਨੇ। ਜੀ ਬਿਲਕੁਲ। ਆਪਾਂ ਨੂੰ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ, ਠੀਕ ਹੈ ਨਾ। ਤੇ ਇਹ ਵੀ ਇੱਕ ਬੀਜੇਪੀ ਦੇ ਲੀਡਰ ਨੇ। ਹੁਣ ਇਹ ਇਹਨਾਂ ਨੂੰ ਇਹ ਦੱਸ ਦੇਣਾ ਚਾਹੀਦਾ ਕਿ ਮੈਂ ਇੱਕ ਬੀਜੇਪੀ ਲੀਡਰ ਹੋਣ ਦੇ ਨਾਤੇ ਕੰਮ ਕਰ ਰਿਹਾ ਜਾਂ ਇੱਕ ਆਮ ਇਨਸਾਨ ਹੋਣ ਦੇ ਨਾਤੇ ਕੰਮ ਕਰ ਰਿਹਾ ਜਾਂ ਇੱਕ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਤੇ ਕੰਮ ਕਰ ਰਿਹਾ। ਕਿਉਂਕਿ ਮੈਨੂੰ ਲੱਗ ਰਿਹਾ ਕਿ ਇਹ ਜਿਹੜੇ ਅਰੈਸਟ ਹੋਏ ਨੇ ਬੰਦੇ, ਇਹ ਗਲਤ ਹੋਏ ਨੇ ਜੀ, ਠੀਕ ਹੈ ਨਾ। ਇਹ ਗਲਤ ਹੋਏ ਨੇ, ਇਹਨਾਂ ਨੂੰ ਅਰੈਸਟ ਨਹੀਂ ਹੋਣਾ ਚਾਹੀਦਾ। ਮੈਂ ਇਹਨਾਂ ਦਾ ਸਾਥ ਦੇਣਾ। ਇਹ ਜੇ ਅਰੈਸਟ ਗਲਤ ਹੋਏ ਨੇ, ਇਟ ਮੀਨਸ ਇਹ ਕਾਨੂੰਨ ਜਿਹੜੇ ਬੀਜੇਪੀ ਨੇ ਲਾਗੂ ਕੀਤੇ ਨੇ, ਇਹ ਗਲਤ ਨੇ, ਠੀਕ ਹੈ ਨਾ। ਇਹਨਾਂ ਨੂੰ ਕਹਿਣਾ ਚਾਹੀਦਾ। ਇੱਥੇ ਵੀ ਇਹਨਾਂ ਨੂੰ ਸਿਰਸਾ ਸਾਹਿਬ ਨੂੰ ਖੁੱਲ ਕੇ, ਜਿਵੇਂ ਹੁਣ ਖੁੱਲ ਕੇ ਸਾਹਮਣੇ ਆ ਰਹੇ ਨੇ, ਜਿਵੇਂ ਅਰੈਸਟ ਹੋਏ ਬੰਦੇ ਛੁਡਾ ਰਹੇ ਨੇ, ਇੱਥੇ ਵੀ ਇਹਨਾਂ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਕਿ ਨਹੀਂ, ਇਹ ਜਿਹੜੇ ਅਰੈਸਟ ਹੋਏ ਨੇ ਬੰਦੇ ਗਲਤ ਨੇ, ਅਰੈਸਟ ਹੋਏ ਆ ਬੰਦੇ ਗਲਤ ਨੇ, ਤਾਂ ਹੀ ਇਹ ਛੁਡਾ ਰਹੇ ਨੇ ਸਿੱਖ ਬੰਦਿਆਂ ਨੂੰ, ਆਪਣੇ ਸਿੱਖ ਭਾਈਚਾਰੇ ਨੂੰ ਛੁਡਾ ਰਹੇ ਨੇ। ਕਿਉਂ ਛੁਡਾ ਰਹੇ ਨੇ? ਕਿ ਨਹੀਂ ਇਹ ਗਲਤ ਆ, ਠੀਕ ਆ, ਇਹ ਗਲਤ ਆ ਤੇ ਛੁਡਾ ਰਹੇ ਨੇ।
ਤੇ ਇਹਨਾਂ ਨੂੰ ਇੱਥੇ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਕਿ ਇਹ ਗਲਤ ਹੋ ਰਿਹਾ, ਛਡਾ ਰਹੇ ਨੇ, ਤੇ ਇਹਨਾਂ ਨੂੰ ਬੀਜੇਪੀ ਦਾ ਵੀ ਵਿਰੋਧ ਕਰਨਾ ਚਾਹੀਦਾ। ਨਹੀਂ, ਤੁਸੀਂ ਗਲਤ ਜੇ ਤੇ ਇਹ ਕਾਨੂੰਨ ਵਾਪਸ ਕਰੋ, ਆਪਣਾ ਸਿੱਖ ਭਾਈਚਾਰਾ ਇਹ ਸਹੀ ਨੇ, ਇਹ ਤੁਸੀਂ ਕਾਨੂੰਨ ਵਾਪਸ ਕਰੋ ਤੇ ਇਹਨਾਂ ਨੂੰ ਆਪਣੇ ਘਰੋਂ ਘਰੀ ਜਾਣ ਦਿਓ। ਕਿਉਂ ਇੱਥੇ ਦਿੱਲੀ 'ਚ ਬੈਠੇ ਆ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਵੀ ਇੱਕ ਪਾਸੇ ਤਾਂ ਹੁਣ ਸਿਰਸਾ ਸਾਹਿਬ, ਅਸੀਂ ਇਸ ਵੀਡੀਓ ਰਾਹੀਂ ਮੈਂ ਪਹਿਲਾਂ ਬੇਨਤੀ ਕਰ ਦਿੰਦਾ ਵੀ ਸ਼ਲਾਘਾ ਕਰਦੇ ਆ ਵੀ ਜਿਹੜਾ ਮਨਜਿੰਦਰ ਸਿੰਘ ਸਿਰਸਾ ਹੋਰੀ ਕੰਮ ਕਰ ਰਹੇ ਆ, ਪਰ ਦੂਸਰੇ ਪਾਸੇ ਹੁਣ ਆਪਾਂ ਇਹ ਵੀ ਸਵਾਲ ਚਾਹੀਦਾ ਨਾ ਕਿ ਉਹੀ ਪਾਰਟੀ ਹੈ ਜਿੱਥੋਂ ਤੁਸੀਂ ਸੰਬੰਧਤ ਹੋ, ਉਹਨਾਂ ਨੇ ਬਿੱਲ ਬਣਾਏ ਹੋਏ ਆ। ਹਾਂਜੀ, ਇਹਨਾਂ ਨੂੰ ਚਾਹੀਦਾ ਵੀ ਇੱਕ ਪਾਸੇ ਉਹਨਾਂ ਦੇ ਅਗੇਂਸਟ ਜਾ ਕੇ ਨੌਜਵਾਨਾਂ ਨੂੰ ਰਿਹਾਅ ਤਾਂ ਕਰਵਾ ਰਹੇ ਹੋ, ਪਰ ਇਹ ਤੁਹਾਡੇ ਕੋਲ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਵੀ ਇਹ ਬਿੱਲ ਜਿਹੜੇ ਆ ਸਾਡੀ ਪਾਰਟੀ ਨੂੰ ਰੱਦ ਕਰਨੇ ਚਾਹੀਦੇ ਆ, ਅਦਰਵਾਈਜ਼ ਇਸ ਪਾਰਟੀ ਤੋਂ ਮੈਂ ਅਸਤੀਫਾ ਦੇਣਾ। ਮੈਂ ਇਸ ਗੱਲ ਤੋਂ ਹੈਰਾਨ ਆ ਕਿ ਜੇ ਇਹਨਾਂ ਦੇ ਉਲਟ ਜਾ ਕੇ ਬੰਦਿਆਂ ਨੂੰ ਛਡਾ ਰਹੇ ਨੇ, ਇਹ ਉਲਟ ਜਾ ਕੇ ਬੀਜੇਪੀ ਦੇ ਉਲਟ ਜਾ ਕੇ ਉਹਨਾਂ ਨੂੰ ਛਡਾ ਰਹੇ ਨੇ, ਤੇ ਕੀ ਗੱਲ ਇਹਨਾਂ ਨੂੰ ਇਹ ਵੀ ਬਿਆਨ ਦੇਣਾ ਚਾਹੀਦਾ ਸੀ ਕਿ ਨਹੀਂ, ਜੇ ਇਹੋ ਗੱਲ ਪਾਰਲੀਮੈਂਟ 'ਚ ਜਾਂ ਲੋਕ ਸਭਾ 'ਚ ਗੱਲ ਕਰਨ ਕਿ ਨਹੀਂ ਇਹ ਜਿਹੜੇ ਬਿੱਲ ਤੁਸੀਂ ਪਾਸ ਕੀਤੇ ਗਲਤ ਨੇ ਤੇ ਇਹਨਾਂ ਦੀ ਜਿਹੜੀ ਛਵੀ ਆ ਕੁਝ ਹੋਰ ਤਾਂ ਜਾਏਗੀ। ਮੈਂ ਇਹ ਸਮਝਦਾ, ਬਿਲਕੁਲ ਮੈਂ ਇਹ ਸਮਝਦਾ ਕਿ ਇਹ ਜੇ ਹਾਂ ਕਹਿਣ ਇਹ ਗੱਲ ਨਹੀਂ, ਫਿਰ ਲੋਕੀ ਵੀ ਹੋਰ ਥੋੜੇ ਜਿਹੇ ਹੁਣ ਨਹੀਂ। ਸਿਰਸਾ ਸਾਹਿਬ ਵੀ ਇਹਨਾਂ ਨੇ ਲੋਕ ਸਭਾ ਜਾਂ ਪਾਰਲੀਮੈਂਟ 'ਚ ਇਹਨਾਂ ਨੇ ਗੱਲ ਕੀਤੀ ਆ, ਠੀਕ ਹੈ, ਆਪਾਂ ਹੁਣ ਐਗਰੀ ਆ, ਆਪਾਂ ਹੈਪੀ ਆ ਜੇ ਕਿ ਸਿਰਸਾ ਸਾਹਿਬ ਜਿਹੜੇ ਛਡਾ ਰਹੇ ਆ, ਠੀਕ ਹੈ ਨਾ। ਇਹ ਨਹੀਂ ਪਤਾ ਹੁਣ ਇਹ 2022 ਦੀ ਇਲੈਕਸ਼ਨ ਜਿਹੜੀ ਆ ਰਹੀ ਆ ਉਹਨੂੰ ਮੱਦੇ ਨਜ਼ਰ ਰੱਖ ਕੇ ਸ਼ਾਇਦ ਬੀਜੇਪੀ ਦਿੱਲੀ ਦੇ ਵਿੱਚ ਬੀਜੇਪੀ ਵਧੀਆ ਕਰਦੇ, ਹਾਂ, ਕਿਉਂਕਿ ਬੀਜੇਪੀ ਦੀ ਦਿੱਲੀ ਦੇ ਵਿੱਚ ਕੋਈ ਸਪੋਰਟ ਨਹੀਂ ਮਿਲ ਰਹੀ ਇਸ ਟਾਈਮ। ਬਿਲਕੁਲ, ਕਿਉਂਕਿ ਕੇਜਰੀਵਾਲ ਉੱਥੇ ਵਧੀਆ ਕੰਮ ਕਰੀ ਜਾਂਦਾ ਤੇ ਹਾਂ, ਕਿਉਂਕਿ ਹੋਰ ਕੋਈ ਬੰਦਾ ਉਹਨਾਂ ਨੂੰ ਦੇਖ ਰਿਹਾ ਕਿ ਇਸ ਟਾਈਮ ਕੋਈ ਨਹੀਂ, ਅਸੀਂ ਇੱਥੇ ਕਿਸ ਤਰ੍ਹਾਂ ਹੋਲਡ ਕਰਨਾ। ਅਸੀਂ ਹੈਪੀ ਆ ਇਸ ਗੱਲ ਤੋਂ ਕਿ ਸਿਰਸਾ ਸਾਹਿਬ ਚਲੋ ਬਹੁਤ ਵਧੀਆ ਕੰਮ ਕਰ ਰਹੇ ਆ ਇਸ ਟਾਈਮ, ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਨੇ, ਠੀਕ ਆ, ਪਰ ਇਹਨਾਂ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ। ਹੁਣ ਇਹ ਨਹੀਂ ਪਤਾ ਕਿਉਂ ਨਹੀਂ ਆ ਰਹੇ ਖੁੱਲ ਕੇ ਸਾਹਮਣੇ ਸਿਰਸਾ ਸਾਹਿਬ ਕਿ ਹਾਂ ਵੀ ਮੈਂ ਹੁਣ ਇਧਰ ਰੱਖੋ, ਇਹਦੇ ਵਿੱਚ ਹੁਣ ਕਿਸੇ ਤੋਮਰ ਸਾਹਿਬ ਦਾ ਵੀ ਕੋਈ ਬਿਆਨ ਨਹੀਂ ਆਇਆ ਇਹਦੇ ਵਿੱਚ, ਨਹੀਂ ਤਾਂ ਇਹ ਤੋਮਰ ਸਾਹਿਬ ਹਰ ਇੱਕ ਗੱਲ ਦਾ ਬਿਆਨ ਆਉਂਦਾ ਉਹਨਾਂ ਦਾ ਕਿ ਨਹੀਂ ਆ ਕਾਨੂੰਨ ਗਲਤ ਨੇ, ਇਹ ਸਹੀ ਨੇ। ਉਹਨਾਂ ਦਾ ਤੋਮਰ ਸਾਹਿਬ ਦਾ ਇਹੋ ਕਹਿਣਾ ਵਾ, ਉਹਨਾਂ ਨੇ ਪਾਰਲੀਮੈਂਟ ਹਾਊਸ 'ਚ ਵੀ ਕਿਹਾ ਕਿ ਮੈਨੂੰ ਨਹੀਂ ਪਤਾ ਲੱਗਦਾ ਕਿ ਕਿਸਾਨਾਂ ਨੂੰ ਕਿਉਂ ਨਹੀਂ ਸਮਝ ਲੱਗ ਰਹੀ ਕਿ ਇਹ ਬਿਆਨ ਜਿਹੜੇ ਕਾਨੂੰਨ ਅਸੀਂ ਪਾਸ ਕਰ ਰਹੇ ਸਹੀ ਆ। ਕਹਿੰਦੇ ਉਹ ਮੈਨੂੰ, ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ, ਕਹਿੰਦਾ ਮੈਨੂੰ ਇੰਨੀਆਂ ਮੀਟਿੰਗਾਂ ਕੀਤੀਆਂ, ਮੈਂ ਤਾਂ ਉਹਨਾਂ ਨੂੰ ਇਹੋ ਸਮਝਾਉਣਾ ਪਿਆ ਸਹੀ, ਕਹਿੰਦੇ ਉਹ ਹੀ ਨਹੀਂ ਮੈਨੂੰ ਐਕਸਪਲੇਨ ਕਰ ਸਕਿਆ ਹਜੇ ਤੱਕ ਕਿ ਉਹ ਗਲਤ ਕਿੱਦਾਂ। ਇਹ ਨਹੀਂ ਪਤਾ ਲੱਗਾ। ਬਿਲਕੁਲ ਦੂਜੀ ਤੁਸੀਂ ਹੋਰ ਦੇਖੋ, ਇੱਕ ਹੋਰ ਗੱਲ ਵੇਖੋ ਭਈ ਮਨਜਿੰਦਰ ਸਿੰਘ ਸਿਰਸਾ ਸਾਹਿਬ ਜਿਹੜੇ ਨੇ ਉਹ ਬੀਜੇਪੀ ਪਾਰਟੀ ਦੇ ਨਾਲ ਸੰਬੰਧਿਤ ਹੈ। ਹਾਂ, ਇੱਥੇ ਹੀ ਗੱਲ ਆਉਂਦੀ ਆ। ਅੱਛਾ, ਤੋਮਰ ਸਾਹਿਬ ਨਹੀਂ ਸਮਝ ਸਕੇ ਹਜੇ ਤੱਕ ਤੋਮਰ ਸਾਹਿਬ ਨਹੀਂ ਸਮਝ ਸਕੇ। ਗੱਲ ਸੁਣੋ ਮਾੜਾ ਜੀ, ਬੀਜੇਪੀ ਪਾਰਟੀ ਦੇ ਨਾਲ ਸੰਬੰਧਿਤ ਨੇ। ਹੁਣ ਜਿੰਨੇ ਬੀਜੇਪੀ ਦੇ ਵੱਡੇ ਲੀਡਰ ਹੈ ਉਹ ਕਾਂਗਰਸ ਦੇ ਲੀਡਰਾਂ ਦਾ ਵਿਰੋਧ ਤਾਂ ਕਰ ਰਹੇ ਆ ਕਿ ਉਹ ਫਲਾਨਾ ਜੀ ਇਹਨਾਂ ਬਿੱਲਾਂ ਦੇ ਖਿਲਾਫ ਬੋਲ ਰਿਹਾ, ਉਹ ਕਿਉਂ ਬੋਲ ਰਿਹਾ, ਏਦਾਂ ਬੋਲ ਰਿਹਾ, ਆਹ ਬੋਲ ਰਿਹਾ। ਹੁਣ ਮਨਜਿੰਦਰ ਸਿੰਘ ਸਿਰਸਾ ਹੋਰੀ ਰਿਹਾਈਆਂ ਕਰਵਾ ਰਹੇ ਨੇ, ਕਿਉਂ ਕਰਾ ਰਹੇ ਨੇ? ਇੱਥੇ ਗੱਲ ਆ ਰਹੀ ਬੰਦਿਆਂ ਵੱਲੋਂ। ਹੁਣ ਆ ਜਿਹੜੇ ਜਿਨ੍ਹਾਂ ਦੀ ਰਿਹਾਈਆਂ ਕਰਾ ਰਹੇ ਨੇ ਉਹਨਾਂ ਨੇ ਉਹ ਕੀ ਕਹਿ ਰਹੇ ਨੇ, ਇਹ ਬਿਆਨ ਇਹ ਜਿਹੜੇ ਇਹਨਾਂ ਨੇ ਸਾਡੇ ਤੇ ਆ ਜਿਹੜੇ ਕਾਨੂੰਨ ਠੋਕੇ ਨੇ, ਠੀਕ ਆ, ਇਹ ਗਲਤ ਨੇ, ਅਸੀਂ ਇਹਨਾਂ ਦਾ ਵਿਰੋਧ ਕਰਦੇ ਆ। ਉਹਨਾਂ ਨੂੰ ਅਰੈਸਟ ਕਿਹੜੀ ਗੱਲੋਂ ਹੋਇਆ ਅਰੈਸਟ ਹੋਏ? ਇਹ ਬਿਆਨ ਇਹ ਜਿਹੜੇ ਇਹਨਾਂ ਦੇ ਕਾਨੂੰਨ ਨੇ ਗਲਤ ਨੇ, ਅਸੀਂ ਇਹਨਾਂ ਦਾ ਵਿਰੋਧ ਕਰਦੇ ਆ, ਦੈਨ ਉਹ ਅਰੈਸਟ ਹੋਏ ਆ। ਉਹਨਾਂ ਦਾ ਵਿਰੋਧ ਕਰ ਰਹੇ ਤਾਂ ਅਰੈਸਟ ਹੋ ਰਹੇ ਨੇ। ਜੇ ਵਿਰੋਧ ਨਾ ਹੋਵੇ ਤੇ ਅੱਜ ਕੋਈ ਗੱਲ ਹੀ ਨਹੀਂ ਹੋਣੀ, ਦਿੱਲੀ 'ਚ ਕੋਈ ਬੰਦਾ ਹੀ ਨਹੀਂ ਹੋਣਾ, ਦਿੱਲੀ ਦੇ ਵਿੱਚ ਕੋਈ ਮੋਰਚਾ ਹੀ ਨਹੀਂ ਲੱਗਾ ਹੋਣਾ, ਠੀਕ ਹੈ ਜੀ, ਕੋਈ ਅਰੈਸਟਿੰਗ ਨਹੀਂ ਹੋਣੀ, ਕਿਸੇ ਨੂੰ ਕੋਈ ਛਡਾਇਆ ਨਹੀਂ ਜਾਣਾ। ਅਰੈਸਟ ਕਿਉਂ ਹੋ ਰਿਹਾ? ਕਿ ਬਿਆਨ ਜਿਹੜੇ ਇਹਨਾਂ ਨੇ ਕਾਨੂੰਨ ਪਾਸ ਕੀਤੇ ਗਲਤ ਨੇ, ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ, ਉਹਦੇ ਖਿਲਾਫ ਅਸੀਂ ਮੋਰਚਾ ਕਰ ਰਹੇ ਹਾਂ, ਉਹਦੇ ਖਿਲਾਫ ਅਸੀਂ ਰੈਲੀ ਕਰ ਰਹੇ ਆ ਤੇ ਉਹ ਕਹਿੰਦੇ ਨੇ ਨਹੀਂ ਇਹ ਸਹੀ ਆ, ਤੁਸੀਂ ਗਲਤ ਕਰ ਰਹੇ, ਜੇ ਤੁਸੀਂ ਏਦਾਂ ਕਰੋਗੇ ਅਸੀਂ ਅਰੈਸਟ ਕਰਾਂਗੇ, ਤੇ ਉਹ ਅਰੈਸਟ ਕਰ ਰਹੇ ਨੇ ਤੇ ਸਿਰਸਾ ਸਾਹਿਬ ਉਹਨਾਂ ਨੂੰ ਛਡਾ ਰਹੇ ਨੇ। ਇਟ ਮੀਨਸ ਸਿਰਸਾ ਸਾਹਿਬ ਕਿਉਂ ਛਡਾ ਰਹੇ ਨੇ? ਇਹ ਸਹੀ ਨੇ,
ਕਿਉਂ ਛਡਾ ਰਹੇ ਕਿ ਜਿਹੜੇ ਇੱਥੇ ਬੈਠੇ ਤੁਸੀਂ ਗਲਤ ਅਰੈਸਟ ਕਰ ਰਹੇ ਨੇ, ਜਿਹੜੇ ਅਰੈਸਟ ਕੀਤੇ ਬੰਦੇ ਉਹ ਕਹਿੰਦੇ ਉਹ ਇਟ ਮੀਨਸ ਉਹ ਸਹੀ ਨੇ, ਤਾਂ ਸਿਰਸਾ ਸਾਹਿਬ ਛਡਾ ਰਹੇ ਨੇ। ਠੀਕ ਹੈ ਨਾ? ਇਟ ਮੀਨਸ ਅੱਛਾ, ਆਪਾਂ ਨਾ 1 ਮਿੰਟ ਦੇ ਵਿੱਚ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਸਮਾਪਤ ਕਰ ਦਿਓ, ਪਰ ਮੈਂ 1 ਮਿੰਟ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਅਕਾਲੀ ਦਲ ਬਾਦਲ ਦੇ ਨਾਲ ਵੀ ਸੰਬੰਧਿਤ ਹੈਗੇ। ਠੀਕ ਹੈ ਜੀ। ਤੇ ਇੱਕ ਪਾਸੇ ਬਿਕਰਮਜੀਤ ਮਜੀਠੀਆ, ਉਹਨਾਂ ਦਾ ਬਿਆਨ ਆਉਂਦਾ ਵੀ ਅਸੀਂ ਦੀਪ ਸਿੱਧੂ ਦੀ ਹਮਾਇਤ ਨਹੀਂ ਕਰਦੇ। ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਆ ਵੀ ਅਸੀਂ ਦੀਪ ਸਿੱਧੂ ਦੇ ਨਾਲ ਖੜੇ ਹੋਏ ਹਾਂ। ਹੁਣ ਆ ਵੇਖੋ, ਹੁਣ ਇਹੋ ਭੂਆ ਭਤੀਜ ਹੋ ਗਈ ਨਾ 1 ਸਾਲ ਦੀ। ਹਾਂਜੀ ਬਿਲਕੁਲ। ਤੂੰ ਮੇਰਾ ਸਾਥ ਦੇ, ਜਦੋਂ ਤੇਰੀ ਪਾਰਟੀ ਆਉਂਦੀ ਤੂੰ ਮੇਰਾ ਸਾਥ ਦੇ, ਮੇਰੀ ਪਾਰਟੀ ਨਹੀਂ ਇਸ ਟਾਈਮ ਹੈਗੀ, ਤੂੰ ਮੇਰਾ ਸਾਥ ਦੇ, ਜਦੋਂ ਤੇਰੀ ਪਾਰਟੀ ਨਹੀਂ ਆਉਂਦੀ ਸੱਤਾ 'ਚ ਮੈਂ ਤੇਰਾ ਸਾਥ ਦਊਂਗਾ। ਇੱਥੇ ਇਹਦੇ ਵਿੱਚ ਫਿਰ ਲੋਕੀ ਇਹ ਨਾ ਆਪਣੇ ਵਿਊਅਰ ਇਹ ਨਾ ਸਮਝਣ ਕਿ ਅਸੀਂ ਗਲਤ ਕਹਿ ਰਹੇ ਹਾਂ। ਮੈਂ ਇਹ ਕਹਾਂਗਾ ਕਿ ਕਈ ਵਾਰ ਏਦਾਂ ਦੀ ਗੱਲ ਹੋ ਜਾਂਦੀ ਆ ਕਿ ਕਈ ਸੋਚਦੇ ਯਾਰ ਇਹ ਏਦਾਂ ਹੁਣ ਇਹ ਕਹਿ ਰਹੇ ਕਿ ਇਹ ਗਲਤ ਕਰ ਰਹੇ ਆ। ਅਸੀਂ ਗਲਤ ਨਹੀਂ ਕਹਿ ਰਹੇ, ਅੱਜ ਵੀ ਸਿਰਸਾ ਸਾਹਿਬ ਨੂੰ ਗਲਤ ਨਹੀਂ ਕਹਿ ਰਹੇ। ਸਿਰਸਾ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ, ਪਰ ਅਸੀਂ ਇਹ ਕਹਿੰਦੇ ਆ ਕਿ ਸਿਰਸਾ ਸਾਹਿਬ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ। ਠੀਕ ਆ? ਇੱਥੇ ਇਹ ਹੁਣ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਆਪਾਂ ਕੰਮ ਕਰ ਰਹੇ ਹਾਂ, ਅੱਜ ਸਿਰਸਾ ਸਾਹਿਬ ਨੇ ਅੱਜ ਵੀ ਬਿਆਨ ਆਇਆ ਸੀਗਾ ਕਿ ਸ਼੍ਰੋਮਣੀ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ ਅਸੀਂ ਆਪਾਂ ਆ ਬੰਦੇ ਜਿਹੜੇ ਆ ਆਪਾਂ ਛਡਾ ਰਹੇ, ਰਣਜੀਤ ਸਿੰਘ ਜੀ ਨੂੰ ਰਿਹਾ ਕਰਾਇਆ। ਠੀਕ ਆ ਜੀ? ਇਟ ਮੀਨਸ ਉਹਨਾਂ ਦਾ ਬੀਜੇਪੀ ਦਾ ਕੋਈ ਲੈਣ ਦੇਣ ਨਹੀਂ। ਠੀਕ ਆ ਜੀ? ਇੱਥੇ ਬੀਜੇਪੀ ਦੀ ਗੱਲ ਆ ਜੇ, ਹੁਣ ਬੀਜੇਪੀ ਕਹਿੰਦੀ ਇੱਥੇ ਬੀਜੇਪੀ ਦਾ ਕੋਈ ਲੈਣ ਦੇਣ ਨਹੀਂ, ਤੇ ਉਹ ਬੀਜੇਪੀ ਜੇ ਏਦਾਂ ਦੀ ਗੱਲ ਹੋਵੇ, ਤੋਮਰ ਸਾਹਿਬ ਬਾਕੀ ਗੱਲਾਂ ਸੁਣ ਸਕਦੇ ਆ, ਬਾਕੀ ਹਰ ਇੱਕ ਵੀਡੀਓ ਉਹਨਾਂ ਦੇ ਸੋਸ਼ਲ ਮੀਡੀਆ ਤੇ ਉਹ ਐਕਟਿਵ ਨੇ। ਕਿ ਅੱਜ ਸੋਸ਼ਲ ਮੀਡੀਆ ਤੇ ਲੱਖੇ ਸਦਾਨੇ ਨੇ ਕੀ ਕਿਹਾ ਸੀ, ਦੀਪ ਸਿੱਧੂ ਨੇ ਕੀ ਕਿਹਾ ਸੀ, ਰਾਜੇਵਾਲ ਸਾਹਿਬ ਨੇ ਕੀ ਕਿਹਾ, ਆਪਣੀ ਕਮੇਟੀ ਜਿਹੜੀ ਆ ਕਿਸਾਨ ਮੋਰਚਾ ਦੀ ਕਮੇਟੀ ਆ, ਉਹਨਾਂ ਨੇ ਕੀ ਕਿਹਾ, ਬਿਆਨ ਦਿੱਤਾ, ਤੇ ਕੀ ਗੱਲ ਆਪਣੀ ਜਿਹੜੀ ਉਹਨਾਂ ਦੀ ਹੈਗੀ ਆ ਬੀਜੇਪੀ ਦੀ, ਉਹਨਾਂ ਦੇ ਨੁਮਾਇੰਦਿਆਂ ਦੀ ਗੱਲ ਨਹੀਂ ਸੁਣਦੀ ਹੋਊਗੀ ਕਿ ਉਹ ਕੀ ਕਹਿ ਰਹੇ ਨੇ, ਬਿਆਨ ਦੇ ਰਹੇ ਨੇ। ਇੱਕ ਦੇਖਿਆ ਜਾਵੇ ਤੇ ਇਹ ਬੀਜੇਪੀ ਦੇ ਬਿਲਕੁਲ ਉਲਟ ਨੇ, ਤੇ ਹਜੇ ਤੱਕ ਬੀਜੇਪੀ ਨੇ ਇਹਨਾਂ ਦੇ ਖਿਲਾਫ ਇੱਕ ਵੀ ਵਰਡ ਨਹੀਂ ਬੋਲਿਆ ਹੈ। ਠੀਕ ਹੈ, ਤੋਮਰ ਸਾਹਮਣੇ ਨਾ ਮੋਦੀ ਸਾਹਮਣੇ ਨਾ ਤੋਮਰ ਸਾਹਮਣੇ ਬੋਲਿਆ ਪਿਆ ਦਿੱਤਾ ਹੈ ਤੱਕ। ਕਿਉਂ? ਤੁਸੀਂ ਆਪਣੇ ਤੁਸੀਂ ਭਾਜੀ 30 ਸੈਕਿੰਡ ਦੇ ਵਿੱਚ ਆਪਣੀ ਗੱਲ ਜਿਹੜੀ ਹੈ ਕਨਕਲੂਡ ਕਰ ਦਿਓ, ਫਿਰ ਆਪਾਂ ਸਮਾਪਤੀ ਕਰਨੀ ਹੈ। ਹਾਂਜੀ, ਮੈਂ ਇਹੋ ਕਹਾਂਗਾ, ਚਲੋ ਸਿਰਸਾ ਸਾਹਿਬ ਬਹੁਤ ਵਧੀਆ ਬਿਆਨ ਕਰ ਰਹੇ ਨੇ, ਜਿਹੜਾ ਕੰਮ ਕਰ ਰਹੇ ਨੇ, ਮੈਂ ਇਹੋ ਕਹੂੰਗਾ ਕਿ ਉਹਨਾਂ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ। ਮੈਂ ਇਹੋ ਕਹਿਣਾ ਚਾਹਾਂਗਾ ਕਿ ਹਾਂ ਵੀ ਜੇ ਉਹ ਆਪਣੇ ਇੰਡੀਵਿਜੂਅਲ ਤੌਰ ਤੇ ਕੰਮ ਕਰ ਰਹੇ ਖੁੱਲ ਕੇ ਸਾਹਮਣੇ ਆਓ, ਜੇ ਉਹ ਕਰ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਤੇ ਕੰਮ ਕਰ ਰਹੇ ਨੇ, ਉਧਰੋਂ ਖੁੱਲ ਕੇ ਸਾਹਮਣੇ ਆਓ। ਜੇ ਬੀਜੇਪੀ ਤੌਰ ਤੇ ਬੀਜੇਪੀ ਕਮੇਟੀ ਦੇ ਬੀਜੇਪੀ ਦੀ ਬੀਜੇਪੀ ਦੇ ਮੈਂਬਰ ਹੋਣ ਦੇ ਤੌਰ ਤੇ ਕੰਮ ਕਰ ਰਹੇ ਨੇ, ਤੇ ਉਹਨਾਂ ਨੂੰ ਉਧਰੋਂ ਵੀ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ, ਤੇ ਬੀਜੇਪੀ ਨੂੰ ਕਹਿਣਾ ਚਾਹੀਦਾ, ਬੀਜੇਪੀ ਜਿਹੜਾ ਮੋਦੀ ਸਾਹਿਬ ਨੂੰ ਕਹਿਣਾ ਚਾਹੀਦਾ, ਨਹੀਂ ਇੱਥੇ ਤੁਸੀਂ ਗਲਤ ਹੋ, ਤੁਸੀਂ ਆਪਣੇ ਕਾਨੂੰਨ ਵਾਪਸ ਲਓ। ਉੱਥੇ ਪਾਰਲੀਮੈਂਟ 'ਚ ਵੀ ਗੱਲ ਕਰਨੀ ਚਾਹੀਦੀ ਹੈ ਇਹਨਾਂ ਨੂੰ, ਨਾ ਕਿ ਇੱਥੇ ਆਪਣੇ ਜਿਹੜੇ ਬੰਦੇ ਜਿਹੜੇ ਅਰੈਸਟ ਹੋਏ ਉਹਨਾਂ ਨੂੰ ਛਡਾਉਣਾ। ਠੀਕ ਹੈ, ਛਡਾਓ, ਬਹੁਤ ਵਧੀਆ ਕੰਮ ਕਰ ਰਹੇ, ਪਰ ਉੱਥੇ ਮੋਦੀ ਸਾਹਿਬ ਨੂੰ ਵੀ ਆਪਣੀ ਇੱਕ ਮੈਸੇਜ ਦਿਓ ਕਿ ਨਹੀਂ, ਤੁਸੀਂ ਆਪਣੇ ਕਾਨੂੰਨ ਵਾਪਸ ਲਓ। ਸ਼ਾਇਦ ਠੀਕ ਹੈ ਲੋਕੀ ਜਿਹੜੇ ਕਾਨੂੰਨ ਆਪਣੇ ਕਿਸਾਨ ਜਥੇਬੰਦੀਆਂ ਨੇ, ਸ਼ਾਇਦ ਹੋ ਸਕਦਾ ਕਾਨੂੰਨ ਤੁਹਾਡਾ ਸਾਥ ਦੇਣ। ਤੁਸੀਂ ਅੰਬਾਨੀ ਅਡਾਨੀ ਦਾ ਸਾਥ ਛੱਡੋ, ਆਪਣੇ ਜਿਹੜੇ ਜਥੇਬੰਦ ਆਪਣੇ ਲੋਕ ਨੇ ਉਹਨਾਂ ਦਾ ਸਾਥ ਦਿਓ, ਨਾ ਕਿ ਅੰਬਾਨੀ ਤੇ ਅਡਾਨੀ ਦਾ ਸਾਥ ਦਿਓ। ਮੈਂ ਬਸ ਇਹ ਗੱਲ ਕਹਿਣਾ ਚਾਹਾਂਗਾ। ਸੌਰੀ ਇਸ ਟਾਈਮ ਬੰਦ ਲਾਈਟ ਬੰਦ ਸੀ, ਮੈਂ ਹੁਣ ਲੰਮੇ ਪਿਆ ਸੀ, ਤੇ ਮੈਂ ਕੋਈ ਚੱਕਰ ਨਹੀਂ, ਤੁਹਾਡੀ ਆਵਾਜ਼ ਆ ਰਹੀ ਹੈ ਜੀ, ਤੁਹਾਡਾ ਸੁਨੇਹਾ ਜਿਹੜਾ ਬੜਾ ਵਧੀਆ ਤੇ ਉਹ ਚਲੇ ਗਿਆ ਆਪਣੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਬੰਦੇ ਨੇ, ਦੋਸਤ ਮਿੱਤਰ ਸਾਡੇ ਉਹਨਾਂ ਤੱਕ ਕਹਿਣਾ ਚਾਹਾਂਗਾ ਬਸ। ਤੇ ਬਹੁਤ ਧੰਨਵਾਦ, ਤੁਸੀਂ ਲਾਈਵ ਜ਼ਰੂਰ ਕਰਦੇ ਰਿਹਾ ਕਰੋ, ਕਿ ਜਿਹੜੀ ਇਨਫੋਰਮੇਸ਼ਨ ਹੈ ਆਪਣੀ ਦਿੰਦੇ ਰਿਹਾ ਕਰੋ, ਕਿਉਂਕਿ ਅਸੀਂ ਵੀ ਤੁਹਾਡੀ ਵੇਟ ਕਰਦੇ ਰਹਿੰਦੇ ਕਦੋਂ ਤੁਸੀਂ ਲਾਈਵ ਹੁੰਦੇ ਹੋ, ਕਿਉਂਕਿ ਇਸ ਟਾਈਮ ਮੇਰੇ ਖਿਆਲ ਕਿ ਕਾਫੀ ਦੇਰ ਬਾਅਦ ਤੁਸੀਂ ਲਾਈਵ ਹੋਏ ਹੋ,
ਠੀਕ ਹੈ ਨਾ ਜੀ 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 ਜੀ, ਹਾਂ ਤੇ ਤੁਸੀਂ ਜਰੂਰ ਆਪਣਾ ਜਰੂਰ ਭਾਜੀ, ਆਪਾਂ ਟਾਈਮ ਲਾਈਵ ਤੇ ਆਪਣੀ ਇਨਫੋਰਮੇਸ਼ਨ ਦਿੰਦੇ ਰਿਹਾ ਕਰੋ, ਠੀਕ ਹਾਂ ਹੈ ਨਾ। ਬਿਲਕੁਲ। ਤੁਹਾਡਾ ਵੀ ਬਹੁਤ ਜ਼ਿਆਦਾ ਧੰਨਵਾਦ ਵੀ ਬਹੁਤ ਜਿਹੜਾ ਕੰਮ ਕਰ ਰਹੇ, ਬਹੁਤ ਬਹੁਤ ਵਧੀਆ ਕੰਮ ਕਰ ਰਹੇ ਜੀ। ਥੈਂਕ ਯੂ ਭਾਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਧੰਨਵਾਦ। ਤੁਹਾਡੇ ਕਰਕੇ ਹੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਆ। ਓਕੇ ਕਰ ਦਿਓ ਜੀ। ਸੋ ਇਹ ਸਾਡੇ ਭਾਜੀ ਜੁੜੇ ਸੀ ਸਾਡੇ ਨਾਲ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ। ਫੋਨ ਦੀ ਬੈਟਰੀ ਥੋੜੀ ਜਿਹੀ ਰਹਿ ਗਈ ਆਪਣੇ ਕੋਲ, ਨਹੀਂ ਤੇ ਆਪਾਂ ਥੋੜੀ ਜਿਹੀ ਗੱਲਬਾਤ ਲੰਬੀ ਵੀ ਕਰਦੇ। ਸੋ ਧੰਨਵਾਦ ਕਰਦਾ ਮੈਂ ਤੁਹਾਡਾ ਵੀ ਤੁਸੀਂ ਜੁੜਦੇ ਹੋ ਨਾਲ, ਤੇ ਆਪਾਂ ਕੋਸ਼ਿਸ਼ ਕਰਾਂਗੇ ਕਿਸ ਦਿਨ, ਪਰ ਜਦੋਂ ਸਾਰਿਆਂ ਨੂੰ ਨਾਲ ਲੈਣਾ ਹੋਵੇ ਨਾ, ਵੀ 5 7 10 ਆਪਣੇ ਨਾਲ ਸੱਜਣ ਮਿੱਤਰ ਲੈਣੇ ਹੋਣ, ਫਿਰ ਚਾਹੀਦੇ ਵੀ 2-4 ਘੰਟੇ ਆ, ਕਿਉਂਕਿ ਹਰ ਇੱਕ ਦੀ ਗੱਲ ਸੁਣਨੀ ਪੈਂਦੀ ਹੈ। ਤੇ ਇਸ ਕਰਕੇ ਫਿਰ ਆਪਾਂ ਨੂੰ ਹੁਣ ਕੋਸ਼ਿਸ਼ ਕਰਨੀ ਪੈਂਦੀ ਹੈ। ਚਲੋ ਖੈਰ, ਹੁਣ ਆਪਾਂ ਜਿਹੜੀ ਮੇਨ ਗੱਲ ਕਰ ਲਈਏ। ਮੇਨ ਗੱਲ ਤਾਂ ਵੈਸੇ ਹਰ ਇੱਕ ਜਿਹੜੀ ਆ ਆਪਾਂ ਕੀਤੀ ਆ, ਅੱਜ ਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਸੀਗੀ ਵੀ ਜਿਹਦਾ ਕੋਈ ਮਤਲਬ ਨਾ ਹੋਵੇ। ਹੁਣ ਆਪਾਂ ਜਿਹੜੇ ਆਪਣੇ ਕਿਸਾਨ ਲੀਡਰ ਨੇ, ਉਹਨਾਂ ਦੀ ਵੀ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਕਿ ਕਿਸਾਨ ਲੀਡਰ ਜਿਨ੍ਹਾਂ ਦੇ ਕੋਲ ਇੱਕ ਬੜਾ ਵੱਡਾ ਰੁਤਬਾ ਹੈ ਇਸ ਵੇਲੇ, ਕਿ ਉਹ ਕਿਸਾਨੀ ਮੋਰਚੇ ਨੂੰ ਹੈਂਡਲ ਕਰ ਰਹੇ ਨੇ। ਉਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਵੀ ਹੈ, ਉਸ ਤੋਂ ਬਾਅਦ ਉਹਨਾਂ ਦੇ ਨਾਲ ਟੱਲੇਵਾਲ, ਬਲਦੇਵ ਸਿੰਘ ਸਿਰਸਾ ਜਾਂ ਦੂਜੇ ਤੀਜੇ ਹੋਰ ਜਿਹੜੇ ਲੋਕ ਨੇ। ਹੁਣ ਇੱਕੋ ਗੱਲ ਮੈਂ ਕਵਾਂਗਾ ਕਿ ਪਿਛਲੇ ਦਿਨੀ ਇੱਕ ਗੱਲ ਜਿਹੜੀ ਹੈ ਉਹ ਸਾਹਮਣੇ ਆਈ। ਸਾਡੇ ਇੱਕ ਬਹੁਤ ਪਿਆਰੇ ਸੱਜਣ, ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਤੁਹਾਡਾ ਜਿਹੜਾ ਦੀਪ ਸਿੱਧੂ ਹੈ, ਕਹਿੰਦੇ ਵੀ ਤੁਹਾਡਾ ਜਿਹੜਾ ਦੀਪ ਸਿੱਧੂ ਆ ਨਾ, ਉਹ ਉੱਥੇ ਪੁਲਿਸ ਦੇ ਟੌਰਚਰ ਦੇ ਵਿੱਚ ਇਹ ਗੱਲ ਮੰਨ ਚੁੱਕਿਆ ਕਿ ਅਸੀਂ 49 ਬੰਦੇ ਆ ਜਿਨ੍ਹਾਂ ਦਾ ਪਲਾਨ ਕੀਤਾ ਹੋਇਆ ਸੀ। ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਅਸੀਂ 49 ਬੰਦੇ ਆ ਜਿਨ੍ਹਾਂ ਦਾ ਇਹ ਪਲਾਨ ਕੀਤਾ ਹੋਇਆ ਸੀ। ਤੇ ਅਗਲੀ ਗੱਲ ਉਹਨੇ ਕਹੀ, ਕਹਿੰਦਾ ਜਿਹੜਾ ਜੇਲ੍ਹ ਦੇ ਟੌਰਚਰ ਦੇ ਵਿੱਚ ਦੀਪ ਸਿੱਧੂ ਮੰਨਿਆ ਉਹ ਇਹ ਸੀ ਕਿ ਬੰਬੇ ਦੇ ਵਿੱਚ ਮੇਰੇ ਕੋਲ ਕੰਮ ਘਟ ਗਿਆ ਸੀ ਫਿਲਮ ਇੰਡਸਟਰੀ ਦੇ ਵਿੱਚ। ਕਹਿੰਦਾ ਬੰਬੇ ਦੇ ਵਿੱਚ ਫਿਲਮ ਇੰਡਸਟਰੀ 'ਚ ਮੇਰੇ ਕੋਲ ਕੰਮ ਘਟ ਗਿਆ ਸੀ ਤੇ ਇਸ ਕਰਕੇ ਮੈਂ ਪੰਜਾਬ 'ਚ ਆ ਕੇ ਆ ਗਦੀ ਗੇੜ ਜਿਹੜਾ ਸ਼ੁਰੂ ਕੀਤਾ ਹੈ। ਉਸ ਬੰਦੇ ਨੇ, ਇਹ ਆਪਣਾ ਇੱਕ ਬਹੁਤ ਪਿਆਰੇ ਸੱਜਣ ਨੇ, ਸਾਡਾ ਬੜਾ ਪਿਆਰ ਹੈਗਾ, ਉਹਨਾਂ ਨੇ ਇਹ ਗੱਲ ਕਹੀ। ਕਿਉਂਕਿ ਵਿਚਾਰਧਾਰਾ ਆਪੋ ਆਪਣੀ ਹੁੰਦੀ ਆ, ਆਪਾਂ ਨਹੀਂ ਕਿਸੇ ਨੂੰ ਕਹਿੰਦੇ ਵੀ ਹਾਂ ਭਾਈ ਤੂੰ ਗਲਤ ਆ ਤੂੰ ਸਹੀ ਆ। ਅਸੀਂ ਜੋ ਕਹਿਣਾ ਉਹ ਕਹਿਣਾ, ਤੇ ਉਹਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੋਏ ਵੀ ਇਹ ਗੱਲਾਂ ਸਹੀ ਨੇ। ਲਓ ਜੀ, ਬੈਟਰੀ ਦਾ ਇੰਤਜ਼ਾਮ ਥੋੜਾ ਜਿਹਾ ਹੋ ਗਿਆ, ਸ਼ਾਇਦ ਆਪਾਂ 5 ਮਿੰਟ ਵਧਾ ਦਈਏ। ਲਓ ਜੀ, ਲਾ ਦਿਓ ਬੈਟਰੀ ਤੇ 1 ਸੈਕਿੰਡ। ਲਓ ਜੀ, ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਜਿਹੜਾ ਹੈ ਉਹ ਪੁਲਿਸ ਟੌਰਚਰ ਦੇ ਵਿੱਚ, ਕੁੱਟਮਾਰ ਦੇ ਵਿੱਚ ਇਹ ਗੱਲ ਮੰਨ ਚੁੱਕਿਆ। ਦੇਖਿਓ ਕਿਤੇ ਭਾਜੀ ਲਾਈਵ ਬਣਾਓ। ਚਲੋ ਜੀ, ਹਾਂ ਬੈਟਰੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ। ਚਲੋ ਦੇਖਦੇ ਹਾਂ, ਆਪਾਂ ਕਰਦੇ ਹਾਂ। ਹਾਂਜੀ, ਬਸ ਠੀਕ ਹੈ। ਤੇ ਉਹ ਕਹਿੰਦੇ ਭਈ ਦੀਪ ਸਿੱਧੂ ਨੇ ਇਹ ਗੱਲ ਮੰਨ ਲਈ ਹੈ ਭਈ ਉਹ ਜੀ ਬੰਦਾ ਤਾਂ ਫਰਾਡ ਸੀ, ਬੰਦਾ ਤਾਂ ਉਹ ਫਰਾਡ ਆ। ਮਤਲਬ ਕਹਿਣ ਦਾ ਵੀ ਉਹਨੇ ਮੰਨ ਲਿਆ ਇਹ ਗੱਲ ਵੀ ਅਸੀਂ ਸਾਡੀ ਪਲੈਨਿੰਗ ਸੀ, ਮੇਰੇ ਕੋਲ ਦਿੱਲੀ ਜਿਹੜਾ ਬੰਬੇ ਦੇ ਵਿੱਚ ਕੰਮ ਖਤਮ ਹੋ ਗਿਆ ਸੀ ਤੇ ਮੈਂ ਆ ਕੇ ਪੰਜਾਬ 'ਚ ਫਿਰ ਆਹ ਗਦੀ ਗੇੜ ਜਿਹੜਾ ਸ਼ੁਰੂ ਕਰ ਦਿੱਤਾ। ਪਰ ਸੱਚਾਈ ਕਹਿੰਦੇ ਹੁੰਦੇ ਆ ਵੀ ਉਹ ਕਦੇ ਛੁਪੀ ਨਹੀਂ ਰਹਿੰਦੀ। ਜਿਹੜੀ ਸੱਚਾਈ ਆ ਨਾ, ਉਹ ਕਦੇ ਛੁਪੀ ਨਹੀਂ ਰਹਿੰਦੀ ਹੁੰਦੀ। ਉਹ ਹੁਣ ਦੀਪ ਸਿੱਧੂ ਦੇ ਬ੍ਰਦਰ ਨੇ ਜਿਹੜਾ ਬਾਹਰ ਆ ਕੇ, ਮਨਦੀਪ ਸਿੰਘ ਹੋਰਾਂ ਨੇ ਇੱਕ ਮੀਡੀਆ ਦੇ ਵਿੱਚ ਜਿਹੜਾ ਇੱਕ ਬਿਆਨ ਦਿੱਤਾ ਕਿ ਦੀਪ ਸਿੱਧੂ ਨੇ ਤਿਹਾੜ ਜੇਲ੍ਹ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ ਜਿਹੜਾ ਮਸਤੂਆਣੇ ਵਿਖੇ ਹੋਇਆ ਇਕੱਠ ਹੈ, ਉਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਪੰਜਾਬ ਦੇ ਹਿੱਤਾਂ ਵਾਸਤੇ ਮੈਂ ਹਮੇਸ਼ਾ ਤਤਪਰ ਹਾਂ। ਦੀਪ ਸਿੱਧੂ ਨੇ ਅੰਦਰੋਂ ਜਦੋਂ ਇਹ ਮੈਸੇਜ ਦਿੱਤਾ ਤੇ ਮੈਨੂੰ ਲੱਗਦਾ ਵੀ ਉਹ ਲੋਕ ਜਿਹੜੇ ਇਹ ਗੱਲ ਕਹਿੰਦੇ ਸੀ ਵੀ ਦੀਪ ਸਿੱਧੂ ਸਾਜ਼ਿਸ਼ ਤਹਿਤ ਉਹਦੇ ਕੋਲ ਪੈਸੇ ਮੁੱਕ ਗਏ ਸੀ, ਉਹਨੇ ਟਾਰਚਰ 'ਚ ਆਹ ਮੰਨ ਲਿਆ ਉਹ ਮੰਨ ਲਿਆ, ਉਹਨਾਂ ਨੂੰ ਇਹ ਗੱਲ ਤੋਂ ਹੁਣ ਸਮਝ ਆ ਜਾਣੀ ਚਾਹੀਦੀ ਹੈ। ਉਹਨਾਂ ਨੂੰ ਇਹ ਗੱਲ ਤੋਂ ਸਮਝ ਆ ਜਾਣੀ ਚਾਹੀਦੀ ਹੈ ਵੀ ਜਿਹੜੀ ਚੜ੍ਹਦੀ ਕਲਾ ਵਾਲੀ ਸਪਿਰਿਟ ਹੁੰਦੀ ਆ, ਭਾਵੇਂ ਉਹ ਜੇਲ੍ਹਾਂ 'ਚ ਧੱਕ ਦਿਓ, ਭਾਵੇਂ ਉਹ ਜਿੱਦਾਂ ਮਰਜ਼ੀ ਉਹਨਾਂ ਦੇ ਉੱਤੇ ਟਾਰਚਰ ਕਰ ਲਓ, ਉਹੀ ਚੀਜ਼ ਰਹਿੰਦੀ ਹੈ। ਸੋ ਦੀਪ ਸਿੱਧੂ ਜਿਹੜਾ ਹੈਗਾ ਉਹ ਚੜ੍ਹਦੀ ਕਲਾ 'ਚ ਹੈ। ਉਹਨੇ ਆਪਣੀ ਅੱਜ ਵੀ ਉਹ ਗੱਲ ਜਿਹੜੀ ਆ ਦੁਬਾਰਾ ਦੁਹਰਾ ਦਿੱਤੀ ਹੈ ਬਈ ਆਪਾਂ ਨੂੰ ਕੋਈ ਫਰਕ ਨਹੀਂ, ਆਪਾਂ ਪੰਜਾਬ ਦੇ ਹੱਕਾਂ ਦੇ ਵਾਸਤੇ ਜਿਹੜਾ ਹੈ ਉਹ ਬੈਠੇ ਗੱਲਬਾਤ ਕਰਦੇ ਰਹਿਣਾ। ਸੋ ਇਹ ਬੜੀ ਵੱਡੀ ਗੱਲ ਹੁੰਦੀ ਹੈ ਤੇ ਇਸ ਗੱਲ ਨੂੰ ਆਪਾਂ ਸਾਰੇ ਲੈ ਕੇ ਚੱਲੀਏ ਕਿ ਆਪਾਂ ਜਿੱਥੇ ਚੜ੍ਹਦੀ ਕਲਾ ਦੇ ਵਿੱਚ ਦੀਪ ਸਿੱਧੂ ਦਾ ਜਿਹੜਾ ਉਹਦੇ ਜੇਲ੍ਹ ਤੇ ਜਾਣ ਤੋਂ ਬਾਅਦ ਆਪਾਂ ਜੋ ਗੱਲਬਾਤ ਕੀਤੀ, ਜਿੰਨੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਉਹਦਾ ਸਾਥ ਦਿੱਤਾ, ਅੱਜ ਦੀਪ ਸਿੱਧੂ ਨੇ ਉਸ ਚੜ੍ਹਦੀ ਕਲਾ ਦੇ ਕਰਕੇ ਹੀ ਐਡਾ ਵੱਡਾ ਬਿਆਨ ਜਿਹੜਾ ਹੈ ਉਹ ਦਿੱਤਾ।
ਇਸ ਬਿਆਨ ਨੂੰ ਆਪਾਂ ਛੋਟਾ ਮੋਟਾ ਨਾ ਲਈਏ ਵੀ ਉਹਨੇ ਜੇਲ੍ਹ ਦੇ ਵਿੱਚੋਂ ਇੱਕ ਬਿਆਨ ਜਿਹੜਾ ਭੇਜ ਦਿੱਤਾ, ਇਹ ਛੋਟਾ ਮੋਟਾ ਨਹੀਂ ਹੈਗਾ। ਉਹਨੇ ਗੱਲ ਜਿਹੜੀ ਬੜੀ ਵੱਡੀ ਕਰ ਦਿੱਤੀ ਹੈ। ਕਹਿੰਦਾ ਮੈਂ ਚੜ੍ਹਦੀ ਕਲਾ ਚ ਆ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬਾਹਰ ਬੈਠ ਕੇ ਏਡੇ ਵੱਡੇ ਇਕੱਠ ਇਸ ਨਾ ਚੀਜ਼ ਵਾਸਤੇ ਕੀਤੇ ਨੇ। ਮਤਲਬ ਕਿ ਉਹ ਆਪਣੀ ਅੱਜ ਵੀ ਉਸ ਗੱਲ ਦੇ ਉੱਤੇ ਕਾਇਮ ਹੈਗਾ, ਜਿਹੜੀਆਂ ਉਹ ਗੱਲਾਂ ਪਹਿਲਾਂ ਕਰਦਾ ਰਿਹਾ ਜੇਲ੍ਹ ਤੇ ਜਾਣ ਤੋਂ ਬਾਅਦ। ਸੋ ਜਿਹੜਾ ਬੰਦਾ ਕਹਿੰਦੇ ਹੁੰਦੇ ਵੀ ਇੱਕ ਵਾਰੀ ਜੇਲ੍ਹ ਚਲਾ ਜਾਵੇ, ਕਈ ਵਾਰੀ ਉੱਥੇ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ ਪੁਲਿਸ ਦੇ ਨਾਲ ਜੋ ਵੀ ਜੋ ਰਾਬਤਾ ਹੁੰਦਾ ਹੈ, ਉਹ ਤੋਂ ਬਾਅਦ ਬੰਦਾ ਆਪਣੀ ਸੋਚ ਬਦਲ ਦਿੰਦਾ ਹੈ। ਇਹ ਆਮ ਗੱਲਾਂ ਨੇ ਨਾ, ਬਹੁਤ ਸਾਰਾ ਕੁਝ ਹੁੰਦਾ ਹੈ, ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ, ਏਦਾਂ ਦੀਆਂ ਆਪਾਂ ਸੁਣਦੇ ਹੀ ਆ ਨਾ ਵੀ ਏਦਾਂ ਹੁੰਦਾ। ਪਰ ਜਿਹੜੀ ਇਹ ਸੋਚ ਹੈਗੀ ਹੈ, ਸਪਿਰਿਟ ਜਿਹੜੀ ਹੈ ਦੀਪ ਸਿੱਧੂ ਦੀ, ਉਹ ਉਸੇ ਤਰ੍ਹਾਂ ਬਰਕਰਾਰ ਹੈ। ਤੇ ਅੱਜ ਇੱਕ ਗੱਲ ਹੋਰ ਆਪਾਂ ਨਾਲ ਇਹਦੇ ਸ਼ਾਮਲ ਕਰ ਦਈਏ ਵੀ ਦੀਪ ਸਿੱਧੂ ਦੀਆਂ ਜਿਨ੍ਹਾਂ ਨੇ, ਜਿਹੜੇ ਸੱਜਣ ਸਾਡੇ ਨਾਲ ਜੁੜੇ ਨੇ, ਸਾਡੇ ਤੋਂ ਵਿਰੋਧੀ ਵਿਚਾਰਧਾਰਾ ਵਾਲੇ ਵੀ ਹੋਣਗੇ ਜਿਨ੍ਹਾਂ ਕੋਲ ਇਹ ਵੀਡੀਓ ਜਾਊਗੀ, ਇੱਕ ਵਾਰੀ ਹੱਥ ਬੰਨ ਕੇ ਮੈਂ ਬੇਨਤੀ ਆਪਣੇ ਵੱਲੋਂ ਕਰਨਾ ਚਾਹੂੰਗਾ ਕਿ ਤੁਸੀਂ ਹੁਣ ਤੱਕ ਦੀਆਂ ਦੀਪ ਸਿੱਧੂ ਦੀਆਂ ਸਾਰੀਆਂ ਸਪੀਚਸ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਸੁਣ ਲਿਓ। ਇਹ ਮੇਰੇ ਵੱਲੋਂ ਬੇਨਤੀ ਹੈਗੀ ਹੈ, ਦੁਬਾਰਾ ਸੁਣ ਲਿਓ ਤੇ ਤੁਹਾਨੂੰ ਲੱਗ ਜੂਗਾ ਪਤਾ ਵੀ ਕਿਹੜਾ ਤੁਹਾਨੂੰ 5 ਸਾਲਾਂ ਦੇ ਗੇੜ ਦੇ ਵਿੱਚ ਉਲਝਾ ਰਿਹਾ ਤੇ ਕਿਹੜਾ ਤੁਹਾਨੂੰ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੋਂ ਵਾਕਫ ਕਰਵਾ ਰਿਹਾ। ਆਮ ਲੀਡਰ ਤੁਹਾਨੂੰ ਇਹੀ ਕਰਦੇ ਨਾ, 5 ਸਾਲਾਂ ਦੇ ਗੇੜ ਦੇ ਵਿੱਚ ਉਲਝਾਉਂਦੇ ਆ ਕਿ ਅਸੀਂ ਨਾਲੀਆਂ ਪੱਕੀਆਂ ਕਰਾ ਦਿਆਂਗੇ ਤੁਹਾਡੀਆਂ, ਤੁਹਾਨੂੰ ਆਹ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ। ਤੁਹਾਨੂੰ ਆਮ ਲੀਡਰ ਇਹਦੇ ਵਿੱਚ ਹੀ ਉਲਝਾਉਂਦੇ ਆ ਨਾ। ਤੁਹਾਨੂੰ ਕੋਈ ਬਾਦਲ, ਕੋਈ ਕੈਪਟਨ, ਕੋਈ ਮਜੀਠੀਆ, ਕੋਈ ਮਨਪ੍ਰੀਤ ਬਾਦਲ ਜਾਂ ਫਿਰ ਭਗਵੰਤ ਮਾਨ, ਤੁਹਾਨੂੰ ਕੋਈ ਵੀ ਕੁਝ ਵੀ ਇਸ ਤਰ੍ਹਾਂ ਦਾ ਜਿਹੜਾ ਹੈ ਪੰਜਾਬ ਦੇ ਅਸਲ ਹੱਕਾਂ ਦੀ ਗੱਲ ਜਿਹੜੀ ਆ ਕੋਈ ਵੀ ਨਹੀਂ ਕਰਦਾ। ਤੁਹਾਨੂੰ ਕਿਸੇ ਨੇ ਵੀ ਕੁਝ ਨਹੀਂ ਦੱਸਿਆ ਇਸ ਤਰ੍ਹਾਂ ਦਾ। ਜੋ ਦੀਪ ਸਿੱਧੂ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਤੁਹਾਡੇ ਪੱਲੇ ਪਾ ਦਿੱਤਾ ਹੈ, ਤੁਹਾਡੇ ਪੱਲੇ ਪਾ ਦਿੱਤਾ ਹੈ। ਇਸ ਕਰਕੇ ਹੀ ਸ਼ਾਇਦ ਉਹ ਚੁੱਭ ਰਿਹਾ ਹੋਵੇ। ਸੁਖਪ੍ਰੀਤ ਭਾਜੀ ਤੁਸੀਂ ਕੀ ਕਹਿੰਦੇ ਹੋ ਕਿ ਦੁਬਾਰਾ ਜਿਹੜਾ ਹੈ ਲਾਈਵ ਲਓ? ਭਾਜੀ ਆਪਣੇ ਕੋਲ ਇੱਕ ਤਾਂ ਮਿੰਟ ਆ, ਫਿਰ ਆਪਾਂ ਕਰ ਦੇਣੀ, ਮੈਂ ਤੁਹਾਨੂੰ ਲਾਈਵ ਲੈਣ ਲੱਗਿਆ ਜੀ। ਹਾਂਜੀ ਸੁਖਪ੍ਰੀਤ ਜੀ ਦੁਬਾਰਾ ਆ ਜਾਓ। ਹਾਂਜੀ ਹਾਂਜੀ, ਹੈਲੋ ਹੈਲੋ। ਹਾਂਜੀ ਹਾਂਜੀ ਭਾਜੀ, ਸੌਰੀ ਭਾਜੀ, ਆਪਾਂ ਦੀਪ ਸਿੱਧੂ ਭਾਈ ਦੀ ਗੱਲ ਕਰਨੀ ਰਹਿ ਗਈ ਸੀਗੀ ਤੇ ਹਾਂਜੀ ਅੱਧੇ ਮਿੰਟ ਦੇ ਵਿੱਚ। ਹਾਂਜੀ ਜ਼ਰੂਰ ਤੁਸੀਂ ਕਰ ਲਓ ਜੀ। ਹਾਂ ਸੌਰੀ ਭਾਜੀ, ਮੈਂ ਦੁਬਾਰਾ ਭੇਜਿਆ, ਰਿਕੁਐਸਟ ਕੀਤੀ ਮੈਂ ਕਿ ਚਲੋ ਇਹਦੀ ਭਾਜੀ ਦੀ, ਦੀਪ ਸਿੱਧੂ ਭਾਈ ਦੀ ਗੱਲ ਕਰਨੀ ਰਹਿ ਗਈ ਸੀਗੀ ਕਿ ਕੁਛ ਮੀਡੀਆ ਕਹਿ ਰਿਹਾ ਕਿ ਉੱਥੇ ਉਹ ਦੀਪ ਸਿੱਧੂ ਜੇਲ੍ਹ ਦੇ ਵਿੱਚ ਮੰਨ ਗਿਆ ਕਿ ਮੈਂ ਪਬਲਿਸਿਟੀ, ਮੇਰਾ ਕੰਮ ਬੰਦ ਹੋ ਗਿਆ ਸੀਗਾ ਤੇ ਮੈਂ ਤਾਂ ਕਰਕੇ ਇੱਧਰ ਆਇਆ ਕਿ ਚਲੋ ਮੈਨੂੰ ਇੱਧਰੋਂ ਕੋਈ ਇੱਧਰ ਇੱਕ ਗੱਲ ਸੋਚੀ ਜਾਵੇ, ਕਿਸੇ ਨੇ ਇਹਦੇ ਵਿੱਚੋਂ ਕੋਈ ਬੈਨੀਫਿਟ ਜਾਂ ਕੁਝ ਪੈਸਾ ਮਿਲ ਰਿਹਾ ਉਹਨਾਂ ਨੂੰ, ਦੀਪ ਸਿੱਧੂ ਨੂੰ। ਠੀਕ ਹੈ ਨਾ। ਜੇ ਬਿਜ਼ਨਸ ਬੰਦ ਹੋਇਆ, ਬੰਦਾ ਕੋਈ ਹੋਰ ਬਿਜ਼ਨਸ ਕਰਦਾ, ਇਹ ਕੋਈ ਬਿਜ਼ਨਸ ਨਹੀਂ, ਇਹਦੇ ਵਿੱਚ ਉਹਦਾ ਕੀ, ਦੀਪ ਸਿੱਧੂ ਦਾ ਕੀ ਫਾਇਦਾ ਹੋ ਰਿਹਾ, ਮੈਨੂੰ ਇਹ ਨਹੀਂ ਸਮਝ ਆਈ। ਕੁਛ ਲੋਕਾਂ, ਜਿਨ੍ਹਾਂ ਲੋਕਾਂ ਨੇ ਕਿਹਾ, ਜਿਵੇਂ ਤੁਸੀਂ ਕਿਹਾ, ਮੈਨੂੰ ਤੁਹਾਡੀ ਗੱਲ ਤੁਸੀਂ ਕੀਤੀ ਕਿ ਹਾਂ ਵੀ ਕੁਛ ਮੀਡੀਆ ਕਹਿ ਰਿਹਾ ਕਿ ਦੀਪ ਸਿੱਧੂ ਨੇ ਜੇਲ੍ਹ ਦੇ ਵਿੱਚ ਮੰਨ ਗਿਆ ਕਿ ਮੇਰਾ ਕੰਮ ਬੰਦ ਹੋ ਗਿਆ ਸੀਗਾ ਤੇ ਮੈਂ ਇੱਧਰ ਇਸ ਪਾਸੇ ਆਇਆ। ਬੰਦਾ ਪੁੱਛੇ ਇਹਦੇ ਵਿੱਚੋਂ ਹੁਣ ਕੋਈ ਵੀ ਹੈ ਬੰਦਾ, ਇੱਕ ਹੱਕ ਕਿਹਨਾਂ ਨੂੰ ਮਿਲਨੇ ਜੇ ਬਿੱਲ ਰੱਦ ਹੁੰਦੇ ਆ? ਇਹਦੇ ਵਿੱਚ ਦੀਪ ਸਿੱਧੂ ਦਾ ਕੀ ਫਾਇਦਾ? ਵੀ ਫਾਇਦਾ ਤਾਂ ਕਿਸਾਨਾਂ ਦਾ। ਦੀਪ ਸਿੱਧੂ ਦਾ ਕੋਈ ਫਾਇਦਾ ਹੈ? ਦੀਪ ਸਿੱਧੂ ਨੂੰ ਇੱਥੋਂ ਕੋਈ ਬਿਜ਼ਨਸ ਮਿਲ ਰਿਹਾ? ਵੇਖਣ ਵਾਲੀ ਗੱਲ ਆ ਕਿ ਦੀਪ ਸਿੱਧੂ ਨੂੰ ਜਾਂ ਇੱਥੋਂ ਕੋਈ ਬਿਜ਼ਨਸ ਮਿਲ ਰਿਹਾ ਕਿ ਹਾਂ ਵੀ ਦੀਪ ਸਿੱਧੂ ਨੂੰ ਇਹ ਅੰਦੋਲਨ ਸ਼ੁਰੂ ਕਰਨ ਦੇ ਵਿੱਚ ਕੋਈ ਬਿਜ਼ਨਸ ਮਿਲ ਰਿਹਾ। ਹਾਂ ਮੈਂ ਆਹ ਅੰਦੋਲਨ ਸ਼ੁਰੂ ਕਰ ਰਿਹਾ, ਮੈਂ ਮੋਰਚਾ ਲਾਇਆ, ਮੈਨੂੰ ਇੱਥੋਂ ਬਿਜ਼ਨਸ ਮਿਲ ਰਿਹਾ, ਮੈਨੂੰ ਇੱਥੋਂ ਪੈਸੇ ਮਿਲ ਰਹੇ, ਤੇ ਤਾਂ ਕਹੀਏ ਕਿ ਹਾਂ ਵੀ ਦੀਪ ਸਿੱਧੂ ਨੇ ਇਹ ਗੱਲ ਕਹੀ। ਇਹ ਜਿਹੜੇ ਨਾ, ਇਹ ਝੂਠੀਆਂ ਅਫਵਾਹਾਂ, ਇਹਨਾਂ ਤੋਂ ਬਚੋ, ਇਹਨਾਂ ਤੋਂ ਬਚਣਾ ਚਾਹੀਦਾ। ਇਹ ਸਭ ਝੂਠੀਆਂ ਅਫਵਾਹਾਂ ਨੇ। ਹੁਣ ਕੱਲ ਨੂੰ ਇਹ ਵੀ ਕਹਿ ਸਕਦੇ ਨੇ, ਹੁਣ ਲੱਖਾ ਸਿਧਾਣਾ ਬਾਹਰ ਆ, ਉਹ ਨਹੀਂ, ਹੁਣ ਇਹਨਾਂ ਨੇ, ਪੁਲਿਸ ਨੇ ਰੱਖ ਦਿੱਤਾ 1 ਲੱਖ ਦਾ ਇਨਾਮ। ਹੁਣ ਕਹਿਣਗੇ ਕਿ ਲੱਖਾ ਸਿਧਾਣਾ ਦਾ ਹੁਣ ਪੇਜ ਵੀ ਬੰਦ ਕਰ ਦਿੱਤਾ, ਇਹਨਾਂ ਦਾ ਫੇਸਬੁੱਕ ਪੇਜ ਜਿਹੜਾ ਸੀਗਾ ਉਹ ਵੀ ਬੰਦ ਕਰ ਦਿੱਤਾ ਗਿਆ। ਹੁਣ ਲੱਖੇ ਸਿਧਾਣੇ ਨੂੰ ਇਹਦੇ ਵਿੱਚ ਕੀ ਫਾਇਦਾ?
ਦੇਖਿਆ ਜਾਵੇ ਤੇ ਬਿਲਕੁਲ। ਲੱਖੇ ਸਿਧਾਣੇ ਨੂੰ ਕੁਝ ਫਾਇਦਾ ਹੋ ਰਿਹਾ ਇੱਥੇ, ਜਾਂ ਲੱਖੇ ਸਿਧਾਣੇ ਨੂੰ ਬਿਜ਼ਨਸ ਪਹਿਲੋਂ, ਜਾਂ ਉਹਨੂੰ ਬਿਜ਼ਨਸ ਮਿਲ ਰਿਹਾ ਸੀ ਤੇ ਹੁਣ ਬਿਜ਼ਨਸ, ਪਹਿਲਾਂ ਨਹੀਂ ਸੀਗਾ ਬਿਜ਼ਨਸ, ਹੁਣ ਬਿਜ਼ਨਸ ਜ਼ਿਆਦਾ ਮਿਲੂਗਾ। ਠੀਕ ਹੈ ਨਾ। ਬਿਲਕੁਲ ਆਪਾਂ ਇੱਥੇ ਕਹਿੰਦੇ ਕਿ ਕਈ ਗੱਲ ਬੰਦੇ ਇਹ ਵੀ ਕਹਿ ਦਿੰਦੇ ਕਿ ਸੋਸ਼ਲ ਮੀਡੀਆ ਤੋਂ ਬੰਦੇ ਨੂੰ ਇਨਕਮ ਹੁੰਦੀ ਹੈ। ਥੋੜੀ ਦੇਰ ਪਹਿਲਾਂ ਆਪਾਂ ਕਹਿੰਦੇ ਕਿ ਥੋੜੀ ਦੇਰ ਪਹਿਲਾਂ ਇੱਕ ਗੱਲ ਇਸ਼ੂ ਮੁੱਦੇ ਚੱਲਦੇ ਸੀਗੇ, ਹਾਂ ਵੀ ਬੱਬੂ ਮਾਨ ਦਾ ਜਾਂ ਮੂਸੇਵਾਲ ਦਾ, ਜਾਂ ਹੋ ਗਿਆ ਐਲੀ ਮਾਂਗੜ ਦਾ ਤੇ ਰਮੀ ਰੰਧਾਵੇ ਉਹਨਾਂ ਦਾ, ਕਿ ਹਾਂ ਵੀ ਇਸ਼ੂ ਹੋ ਗਿਆ, ਇਹ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਨੇ, ਇਹਨਾਂ ਨੂੰ ਇਨਕਮ ਹੁੰਦੀ ਆ, ਕਿ ਜਿੰਨੇ ਜ਼ਿਆਦਾ ਲੋਕੀ ਇਹਨਾਂ ਨੂੰ ਵੇਖਣਗੇ ਤੇ ਵਿਊ ਮਿਲਣਗੇ ਤੇ ਇਨਕਮ ਹੋਏਗੀ। ਠੀਕ ਆ, ਇਹਦੇ ਵਿੱਚ ਕੀ ਇਹ ਇਨਕਮ ਪਾਲ ਰਹੇ ਸੀਗੇ? ਠੀਕ ਆ ਨਾ। ਉਹਨਾਂ ਨੂੰ ਤੇ ਆਪਾਂ ਕਹਿ ਦਿੰਦੇ ਆ ਕਿ ਹਾਂ ਵੀ ਇਹ ਆਪਣੇ ਇਸ ਕਰਕੇ ਲਾਈਵ ਹੋ। ਠੀਕ ਆ, ਲਾਈਵ ਹੋਣਾ ਇੱਕ ਵੱਖਰੀ ਗੱਲ ਆ, ਤੇ ਇੱਕ ਉੱਥੇ ਜਾ ਕੇ, ਠੀਕ ਆ ਨਾ, ਉੱਥੇ ਐਲੀ ਮੰਗੜ ਸੀਗਾ, ਉੱਥੇ ਜਾ ਕੇ ਉਹਨੂੰ ਫੜ ਹੋਇਆ, ਕੀ ਤਸ਼ੱਦਦ ਹੋਇਆ ਜੇਲ੍ਹ ਦੇ ਵਿੱਚ, ਉਹਨੇ ਆਪ ਸਭ ਬਿਆਨ ਕੀਤਾ ਕਿ ਉਹਨੂੰ ਇਨਕਮ ਵਾਸਤੇ ਆਪਣੇ ਆਪ ਤੇ ਤਸ਼ੱਦਦ, ਛਿੱਤਰ ਖਾਨ ਦਾ, ਇਸ ਪੰਜਾਬੀ ਚ ਕਹਿ ਦਿੰਦੇ ਕਿ ਛਿੱਤਰ ਖਾਨ ਦਾ, ਡੰਡੇ ਖਾਨ ਦਾ ਸ਼ੌਂਕ ਪਿਆ ਸੀਗਾ, ਇੱਕ ਸਿਰਫ ਪੈਸੇ ਵਾਸਤੇ। ਪੈਸੇ ਦੀ ਨਹੀਂ ਹੁੰਦੀ ਗੱਲ, ਇੱਕ ਜ਼ਮੀਰ ਹੁੰਦੀ ਆ ਕਿ ਬੰਦੇ ਦੀ, ਕਿ ਮੇਰੀ ਜ਼ਮੀਰ ਆ ਕਿ ਮੈਂ ਨਹੀਂ, ਅਸੀਂ ਜਿੱਥੋਂ ਖਾਣੇ ਆ ਅਸੀਂ ਉਹਨਾਂ ਦੇ ਨਾਲ ਖੜੇ ਹੋਈਏ। ਬਿਲਕੁਲ ਠੀਕ ਹੈ ਨਾ। ਇਹ ਇੱਥੇ ਪੈਸਾ ਕੋਈ ਅਹਿਮੀਅਤ ਨਹੀਂ ਰੱਖਦਾ, ਜਦੋਂ ਬੰਦੇ ਦੀ ਜ਼ਮੀਰ ਆ ਜਾਂਦੀ ਆ, ਜਦੋਂ ਜ਼ਮੀਰ ਜਾਂ ਪੈਸਾ। ਹੁਣ ਉੱਥੇ ਉਹਨੇ ਪੈਸੇ ਦੀ, ਜੇ ਉਹ ਚਾਹੁੰਦਾ, ਚਲੋ ਛੱਡੋ, ਉਹਨੇ ਕਹਿ ਦਿੱਤਾ ਕਿ ਹਾਂ ਵੀ ਉੱਥੇ ਇਨਕਮ ਨਹੀਂ ਸੀ, ਹੁਣ ਉਹ ਫਿਲਮ ਇੰਡਸਟਰੀ ਛੱਡ ਕੇ ਜੇ ਇੱਧਰ ਨਾ ਆਉਂਦਾ, ਹੁਣ ਚਲੋ ਸੰਨੀ ਦਿਓਲ ਆ, ਫਿਲਮ ਇੰਡਸਟਰੀ ਛੱਡੀ, ਉਹ ਪੋਲਿਟਿਕਸ ਵਿੱਚ ਆ ਗਿਆ, ਤੇ ਕੀ ਉਹਨੂੰ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ? ਨਹੀਂ, ਫਿਲਮਾਂ ਫਿਰ ਵੀ ਕਰ ਸਕਦਾ ਸੀ। ਬੋਬੀ ਦਿਓਲ, ਉਹਨਾਂ ਨੂੰ ਫਿਲਮਾਂ ਵੀ ਮਿਲ ਰਹੀਆਂ, ਸੀਰੀਜ਼ ਵੀ ਬਣਾ ਰਹੇ, ਸਾਰਾ ਕੁਝ ਕਰ ਰਹੇ ਨੇ। ਭਾਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਪਹਿਲਾਂ ਜਿਹੜਾ ਦੀਪ ਸਿੱਧੂ ਆ, ਦੀਪ ਸਿੱਧੂ ਫਿਲਮ ਇੰਡਸਟਰੀ ਦੇ ਵਿੱਚ ਆ ਜਿਹੜੇ ਆਪਣੇ ਫਿਲਮੀ ਕਲਾਕਾਰ ਨੇ, ਜਾਂ ਉਹ ਐਕਟਰ ਹੋ ਗਏ ਜਾਂ ਪ੍ਰੋਡਿਊਸਰ ਹੋ ਗਏ, ਉਹਨਾਂ ਦਾ ਇੱਕ ਵਕੀਲ ਸੀ, ਉਹ ਵੱਡਾ ਵਕੀਲ ਸੀਗਾ, ਪੇਸ਼ੇ ਤੌਰ ਤੇ ਉਹ ਵਕੀਲ, ਐਡਵੋਕੇਟ ਹੈ, ਫਰਮਾਂ ਦਾ ਉਹ ਵਕੀਲ ਸੀ। ਹਾਂ ਠੀਕ ਹੈ। ਉਹਨੂੰ ਉਸ ਤੋਂ ਬਾਅਦ ਦੇ ਤੌਰ ਤੇ ਕਹੀਏ, ਛੱਡ ਕੇ, ਮੇਰੀ ਗੱਲ ਸੁਣਿਓ, ਉਹਦੀ ਗੱਲ, ਉਹ ਸਾਰਾ ਕੁਝ ਛੱਡ ਕੇ ਉਹ ਐਕਟਿੰਗ ਦੇ ਵਿੱਚ ਆਉਂਦਾ। ਐਕਟਿੰਗ ਦੇ ਵਿੱਚ ਆ ਕੇ ਉਹਦੀਆਂ 2-4 ਫਿਲਮਾਂ ਜਿਹੜੀਆਂ ਹੈਗੀਆਂ ਉਹ ਰਿਲੀਜ਼ ਹੁੰਦੀਆਂ। ਉਸ ਤੋਂ ਬਾਅਦ ਕੋਈ ਕਰੋਨਾ ਵਾਇਰਸ, ਮੈਂ ਤੁਹਾਨੂੰ ਆਪਣੀ ਜਿਹੜੀ ਰੀਅਲ ਸਟੋਰੀ ਉਹ ਤੁਹਾਨੂੰ ਮੈਂ ਦੱਸਾਂਗਾ ਥੋੜੀ ਜਿਹੀ। ਚਲੋ ਤੁਸੀਂ ਗੱਲ ਕਰੋ ਪਹਿਲਾਂ, ਮੜ ਜਾ ਤੁਸੀਂ, ਮੈਨੂੰ ਗੱਲ ਕਰ ਲੈਣ ਦਿਓ, ਉਸ ਤੋਂ ਬਾਅਦ ਤੁਸੀਂ ਫਿਰ ਥੋੜਾ ਜਿਹਾ ਕਰ ਲਿਓ ਨਾ। ਤੇ ਆਪਣੀ ਉਸ ਲਾਈਨ ਨੂੰ ਛੱਡ ਕੇ, ਇੱਕ ਵਕਾਲਤ ਦੀ ਲਾਈਨ ਛੱਡ ਕੇ ਐਕਟਿੰਗ ਦੇ ਵਿੱਚ ਬੰਦਾ ਆ ਰਿਹਾ, ਉਹ ਆ ਵੀ ਗਿਆ, ਚਲੋ ਠੀਕ ਹੈ, 2-4 ਫਿਲਮਾਂ ਉਹਦੀਆਂ ਆ ਗਈਆਂ। ਉਸ ਤੋਂ ਬਾਅਦ ਕਰੋਨਾ ਵਾਇਰਸ ਆਉਂਦਾ ਜੀ, ਮੰਨ ਲਓ ਵੀ ਲੋਕਡਾਊਨ ਹੋ ਗਿਆ। ਲੋਕਡਾਊਨ ਨੇ ਦੀਪ ਸਿੱਧੂ ਨੂੰ ਇੰਨਾ ਮੁਹਤਾਜ ਕਰ ਦਿੱਤਾ ਕਿ 2 ਵਕਤ ਦੀ ਰੋਟੀ ਨਹੀਂ ਸੀਗੀ ਉਹਦੇ ਕੋਲ, ਜਿਹੜਾ ਉਹਨੇ ਪੰਜਾਬ ਨੂੰ ਬੇਵਕੂਫ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਤਾਂ ਕੋਈ ਤੱਥ ਨਹੀਂ ਹੋਏ, ਇਹ ਕੀ ਤੱਥ ਰਹਿਤ ਜਿਹੜੀਆਂ ਗੱਲਾਂ ਹੈਗੀਆਂ ਆਪਾਂ ਫੈਲਾਉਂਦੇ ਆ। ਜਦੋਂ ਸਾਡੀ ਕੋਈ ਏਦਾਂ ਹੁੰਦਾ ਵੀ ਆਪਾਂ ਜਿਹੜੀ ਸੋਚ ਬਣਾ ਕੇ ਬੈਠੇ ਹੁੰਦੇ ਆ ਨਾ, ਆਪਾਂ ਉਹਨੂੰ ਸਹੀ ਸਾਬਤ ਕਰਨ ਦੇ ਲਈ ਬੜੇ ਸਾਰੇ ਐਸੇ ਤੱਥ ਵੀ ਹੋਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਿਆ ਕੇ ਪੇਸ਼ ਕਰਦੇ ਆ ਕਿ ਹਾਂ ਭਾਈ ਏਦਾਂ ਹੋ ਗਿਆ ਹੋਣਾ। ਇੱਕ ਬੰਦਾ ਹੁਣ ਪੰਜਾਬ ਆ, ਸਾਰਾ ਮੰਨ ਲਓ ਪੰਜਾਬ ਆ, ਉਹਦੇ ਵਿੱਚ ਲੋਕਡਾਊਨ ਲੱਗਾ ਸੀਗਾ। ਹੁਣ ਇੰਗਲੈਂਡ ਆ, ਇੰਗਲੈਂਡ 'ਚ ਵੀ ਲੋਕਡਾਊਨ ਲੱਗਾ। ਹੁਣ ਐਡਾ ਬੰਦਾ ਮੁਹਤਾਜ ਹੋ ਜਾਊਗਾ ਵੀ ਪੰਜਾਬ ਆਪਣੀ ਸਟੇਟ ਦੇ ਨਾਲ, ਆਪਣੇ ਦੇਸ਼ ਨਾਲ ਗੱਦਾਰੀ ਕਰਨ ਲੱਗ ਹੋ ਗਿਆ। ਪੰਜਾਬ 'ਚ ਤਾਂ ਲੰਗਰ ਹੀ ਬਥੇਰੇ ਚੱਲਦੇ। ਮੰਨ ਲਓ ਵੀ ਦੀਪ ਸਿੱਧੂ ਦੇ ਸ਼ਾਮ ਨੂੰ ਆਪਣੇ ਜਿਹੜਾ ਹੈਗਾ ਉਹ ਡਰਮੀ ਦੇ ਵਿੱਚ ਆਟਾ ਖਤਮ ਹੋ ਗਿਆ, ਮੰਨ ਲਓ ਵੀ ਉਹ ਸ਼ਾਮ ਨੂੰ ਉਹਦੇ ਪਰਿਵਾਰ ਦੇ ਕੋਲ ਰੋਟੀ ਪਾਣੀ ਨਹੀਂ ਸੀਗਾ। ਹਾਲਾਂਕਿ ਸਾਰਾ ਟੱਬਰ ਜਿਹੜਾ ਐਡਵੋਕੇਟਸ, ਵਕੀਲਾਂ ਦਾ ਆ, ਉਹਨਾਂ ਕੋਲ ਵਧੀਆ ਸਾਰੀ ਇਨਕਮ ਹੈਗੀ, ਸਾਰਾ ਪੈਸਾ ਹੈਗਾ, ਪਰ ਫਿਰ ਵੀ ਜੇ ਉਹਨਾਂ ਦੇ ਆਧਾਰ ਤੇ ਚੱਲੀਏ, ਜਿਹੜੇ ਲੋਕ ਏਦਾਂ ਕਹਿੰਦੇ ਵੀ ਉਹਦੇ ਕੋਲ ਜੀ ਉਹਦਾ ਹੱਥ ਤੰਗ ਹੋ ਗਿਆ ਸੀ, ਉਹ ਆ ਗਿਆ, ਫਿਰ ਇੱਥੇ ਆ ਗਿਆ, ਉਹਨਾਂ ਦੀ ਵੀ ਮੰਨ ਲਈਏ। ਪੰਜਾਬ 'ਚ ਤਾਂ ਲੰਗਰ ਗੁਰਦੁਆਰਿਆਂ ਦੇ ਵਿੱਚ 24 ਆਵਰ ਚੱਲਦਾ। ਬਿਲਕੁਲ, ਉਹ ਤਾਂ ਆਪਣਾ ਇੰਤਜ਼ਾਮ ਕਿਤੇ ਵੀ ਕਰ ਸਕਦਾ ਸੀ। ਪਰ ਜਦੋਂ ਦੂਜੀ ਗੱਲ ਇੱਕ ਹੋਰ ਕਰ ਲਈਏ ਵੀ ਜਿਹੜੀ ਇੱਕ ਪਰਸਨੈਲਿਟੀ ਹੁੰਦੀ ਹੈ, ਭਾਵੇਂ ਕੋਈ ਐਕਟਰ ਆ, ਕੋਈ ਗਾਇਕ ਆ, ਜਾਂ ਜਿੱਦਾਂ ਵੀ ਹੈ, ਸਾਡੇ ਪੰਜਾਬ ਦੇ ਲੋਕ ਤਾਂ ਉਹਨਾਂ ਨੂੰ ਪਲਕਾਂ ਤੇ ਬਿਠਾਈ ਫਿਰਦੇ ਨੇ। ਬਿਲਕੁਲ, ਇਹਨਾਂ ਨੇ ਬੱਬੂ ਮਾਨ ਦੇ ਨਾਲ ਫੋਟੋਆਂ ਖਿਚਾਣ ਕਰਕੇ ਚਪੇੜਾਂ ਤੱਕ ਖਾ ਲਈਆਂ। ਸਾਡੇ ਲੋਕ ਤਾਂ ਇੰਨੇ ਉਹਨਾਂ ਦੇ ਥੱਲੇ ਵਿਛਦੇ ਫਿਰਦੇ ਨੇ। ਤਾਂ ਫਿਰ ਦੀਪ ਸਿੱਧੂ ਨੂੰ ਕੀ ਲੋੜ ਪੈ ਗਈ ਵੀ ਆਪਾਂ ਭਾਈ ਆਹ ਕੰਮ ਕਰਕੇ, ਪੰਜਾਬ ਨਾਲ ਗੱਦਾਰੀ ਕਰਕੇ ਫੇਰ ਹੀ ਸਾਰਾ ਕੁਝ ਕਰਨਾ ਹੈ?
ਉਹਦਾ ਕੀ ਖੱਟ ਲਿਆ ਜਿੱਥੇ ਹਾਂਜੀ ਹੁਣ ਇੱਥੇ ਮੈਂ ਤੁਹਾਡੀ ਗੱਲ ਤੇ ਆਉਣਾ ਥੋੜੀ ਜਿਹੀ, ਮੈਂ ਆਪਣੀ ਪਰਸਨਲ ਲਾਈਫ ਨਾਲ ਵੀ ਸ਼ੇਅਰ ਕਰਾਂਗਾ ਤੁਹਾਨੂੰ ਇੱਥੇ। ਹੁਣ ਇੱਥੇ ਵੇਖੋ, ਕੱਲਾ ਇਹ ਹੀ ਤਾਂ ਨਹੀਂ ਹੈ ਜਿਹੜਾ ਫਿਲਮ ਇੰਡਸਟਰੀ ਨਾਲ ਜੁੜਿਆ, ਠੀਕ ਆ ਜੀ। ਹੁਣ ਇਹਨੂੰ ਕੀ ਲੋੜ ਪਈ ਕਿ ਮੈਂ ਆਪਣਾ 3 ਮਹੀਨੇ ਤੋਂ ਡੇਲੀ ਟਾਈਮ ਦੇਣਾ ਕਿਸਾਨੀ ਨੂੰ। ਹੋਰ ਵੀ ਫਿਲਮ ਇੰਡਸਟਰੀ ਦੇ ਬੰਦੇ ਆ, ਆਪਣੇ ਪੰਜਾਬੀ ਸਿੰਗਰ ਹੈਗੇ, ਠੀਕ ਆ ਜੀ, ਉਹ ਕਿੰਨਾ ਟਾਈਮ ਦੇ ਰਹੇ ਆ? ਇਹ ਡੇਲੀ ਦਿਨ ਤੋਂ ਰਾਤ ਨਾਮ ਲੈ ਦਈਏ, ਆਪਾਂ ਨਾਮ ਲੈ ਦਈਏ ਪੰਜਾਬੀ ਫਿਲਮ ਇੰਡਸਟਰੀ ਦਾ, ਗਿੱਪੀ ਗਰੇਵਾਲ ਹੋ ਗਿਆ, ਹਾਂਜੀ, ਅਮਰਿੰਦਰ ਗਿੱਲ ਹੋ ਗਿਆ, ਜਾਂ ਇਹਦੇ ਨਾਲ ਦੇ ਹੋਰ ਜਿਹੜੇ ਬੰਦੇ ਨੇ। ਚਲੋ ਆਪਾਂ ਜ਼ਿਆਦਾ ਬੱਬੂ ਮਾਨ ਤੇ ਹੀ ਆ ਜਾਈਏ ਆਪਾਂ, ਜਿਹੜਾ ਆਪਣਾ ਜਿਹੜਾ ਮੇਨ ਜਿਹੜਾ ਬੰਦਾ ਆਪਾਂ ਉਹਨੂੰ ਸਾਰੇ ਮੰਨਦੇ ਆ, ਉਹ ਬੰਦੇ ਨੂੰ ਬੱਬੂ ਮਾਨ ਹੀ ਆ ਰਹੀ ਹੈ। ਉਹ ਕਰ ਰਿਹਾ ਇੱਥੇ ਕਿਸਾਨੀ ਸੰਘਰਸ਼ ਮੋਰਚੇ ਨੂੰ ਵੀ ਟਾਈਮ ਦੇ ਰਿਹਾ, ਨਾਲ ਆਪਣਾ ਕੰਮ ਵੀ ਕਰ ਰਿਹਾ, ਜਿਹੜਾ ਮੇਨ ਪੇਸ਼ਾ ਉਹਦਾ ਗਾਇਕੀ ਦਾ, ਜਿੱਥੋਂ ਮੇਨ ਇਨਕਮ ਹੈ। ਹੁਣ ਅੱਛਾ, ਇਹਨੇ ਜਿਹੜਾ ਦੀਪ ਸਿੱਧੂ ਆ, ਮੇਨ ਉਹਦਾ ਕੰਮ ਆ ਐਡਵੋਕੇਟ ਆ, ਠੀਕ ਆ ਜੀ। ਉਹਦਾ ਸ਼ੌਂਕ ਆ ਇੰਡਸਟਰੀ ਲਾਈਨ ਦੇ ਵਿੱਚ, ਠੀਕ ਆ ਜੀ। ਉਹ ਇੰਡਸਟਰੀ ਲਾਈਨ ਚ ਜਿਹੜਾ, ਜਿਵੇਂ ਮੰਨ ਲਓ ਕੋਈ ਬੰਦਾ ਹੁੰਦਾ ਕਿ ਮੇਰਾ ਆਹ ਸ਼ੌਂਕ ਆ, ਮੈਂ ਇਹ ਸ਼ੌਂਕ ਨੂੰ ਵੀ ਪੂਰਾ ਕਰਨਾ, ਬਟ ਮੇਰਾ ਮੇਨ ਜਿਹੜਾ ਕੰਮ ਆ ਮੈਂ ਉਧਰ ਜ਼ਿਆਦਾ ਧਿਆਨ ਦੇਣਾ। ਇਹ ਆਪਣੀ ਇਹ ਐਡਵੋਕੇਟ ਸੀ, ਠੀਕ ਹੈ ਜੀ। ਉਹ ਛੱਡ ਕੇ, ਸ਼ੌਂਕ ਨੂੰ ਛੱਡ ਕੇ, ਇੰਡਸਟਰੀ ਲਾਈਨ ਸ਼ੌਂਕ ਇਹਦਾ, ਉਹ ਸ਼ੌਂਕ ਛੱਡ ਕੇ ਕਿਸਾਨਾਂ ਦੇ ਨਾਲ ਬੈਠਾ ਸੀਗਾ 2-2.5 ਮਹੀਨੇ ਤੋਂ 3 ਮਹੀਨੇ ਤੋਂ ਸਿੰਘੂ ਬਾਰਡਰ ਮੋਰਚੇ ਤੇ ਐਵਰੀ ਡੇ ਉੱਥੇ ਉਹ ਬੈਠਾ ਸੀਗਾ, ਠੀਕ ਆ। ਜੇ ਉਹ ਚਾਹੁੰਦਾ ਨਹੀਂ ਬਈ ਮੇਰਾ ਐਡਵੋਕੇਟ ਦਾ ਕੰਮ ਹੈ ਜਾਂ ਮੇਰੀ ਫਿਲਮ ਇੰਡਸਟਰੀ ਮੇਰਾ ਸ਼ੌਂਕ ਆ, ਮੈਂ ਜੇ ਕੋਈ ਆਪਣਾ ਗਾਣਾ ਜਾਂ ਕੋਈ ਫਿਲਮ ਆ ਉਹ ਵਿੱਚ ਛੱਡ ਮੋਰਚਾ ਛੱਡ ਕੇ ਉਧਰ 2-3 ਦਿਨ ਉਧਰ ਲਾਉਣੇ ਆ, ਇਹ ਬੰਦੇ ਨੇ ਕੰਮ ਕੀਤਾ, ਏਦਾਂ ਦਾ ਕੋਈ ਕੰਮ ਨਹੀਂ ਕੀਤਾ। ਉਹ ਭਾਜੀ ਪੰਜਾਬ ਦਾ ਨਾ, ਪੰਜਾਬ ਮੀਡੀਆ ਇੱਕ ਦੋ ਮੀਡੀਆ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ ਤਾਂ ਇੱਥੋਂ ਇਹ ਕਹਿਤਾ ਬੰਬੇ ਭੱਜ ਗਿਆ, ਫਿਰ ਕਹਿੰਦੇ ਬਿਹਾਰ ਭੱਜ ਗਿਆ ਜੀ, ਉਹ ਫਲਾਨੀ ਜਗ੍ਹਾ ਭੱਜ ਗਿਆ ਜੀ, ਏਦਾਂ ਦੀ ਲਾਂਤੀ ਮੀਡੀਆ ਸਾਡਾ। ਇਹੋ ਗੱਲ ਆ ਕਿ 1-2 ਦਿਨ ਸ਼ੋਅ ਨਹੀਂ ਹੋਇਆ, ਇਹਦਾ ਲਾਈਵ ਨਹੀਂ ਆਇਆ ਦੀਪ ਸਿੱਧੂ, ਤੇ ਇਹ ਲੱਗਦਾ ਆਪਣੀ ਸ਼ੂਟਿੰਗ ਕਰਨ ਚਲੇ ਗਿਆ ਜਾਂ ਕਿਤੇ ਚਲੇ ਗਿਆ। ਹੁਣ ਆਪਾਂ ਕਹੀਏ ਜਥੇਬੰਦੀ ਆ, ਹੁਣ ਮੋਰਚਾ ਲੱਗਾ ਉੱਥੇ, ਆਪਣੇ ਰਾਜੇਵਾਲ ਸਾਹਿਬ ਹੁਣੀ ਤਾਮਿਲਨਾਡੂ ਗਏ ਆ, ਠੀਕ ਆ ਜੀ। ਉੱਥੇ ਜਿਹੜਾ ਲਾਈਵ ਕੀਤਾ ਹੋਇਆ 2-3 ਦਿਨ ਹੋ ਗਏ ਆ, ਨਹੀਂ ਸ਼ੋਅ ਹੋ ਰਹੇ, ਉਹਨਾਂ ਦਾ ਲਾਈਵ ਨਹੀਂ ਕਰ ਰਹੇ। ਇਟ ਮੀਨਸ ਉਹ ਕੀ ਯਾਸ਼ੀ ਕਰ ਰਹੇ ਉੱਥੇ ਜਾਂ ਆਪਣੇ ਨਜ਼ਾਰੇ ਲੈ ਰਹੇ? ਨਹੀਂ, ਉਹ ਕਿਸਾਨ ਜਥੇਬੰਦੀ ਵੱਲੋਂ ਗਏ। ਆਪਾਂ ਇਹੋ ਕਵਾਂਗੇ ਨਹੀਂ, ਉਹ ਕਿਸਾਨ ਜਥੇਬੰਦੀ ਵੱਲੋਂ ਗਏ ਆ ਤੇ ਆਪਣਾ ਕੁਛ ਕਰ ਰਹੇ ਨੇ। ਜੇ 2-3 ਦਿਨ ਤੋਂ ਨਹੀਂ ਆ ਰਹੇ ਲਾਈਵ ਜਾਂ ਕੁਛ, ਜਿੱਦਣ ਬੰਗਾਲ ਦੇ ਵਿੱਚ ਰੈਲੀ ਹੋਈ ਉਸ ਤੋਂ ਬਾਅਦ ਰਾਜੇਵਾਲ ਸਾਹਿਬ ਦਾ ਹਜੇ ਕੋਈ ਸ਼ੋਅ ਹੋਇਆ ਲਾਈਵ ਜਾਂ ਬਿਆਨ ਨਹੀਂ ਆਇਆ। ਰਾਜੇਵਾਲ ਸਾਹਿਬ ਦੇ ਫੇਸਬੁੱਕ ਤੇ ਵੀ ਜਾਂ ਕਿਸੇ ਹੋਰ ਜਥੇਬੰਦੀ ਦੇ ਬੰਦੇ ਵੱਲੋਂ ਕੋਈ ਬਿਆਨ ਨਹੀਂ। ਆਪਾਂ ਇਹ ਥੋੜਾ ਨਾ ਕਵਾਂਗੇ ਨਹੀਂ ਉਹ ਉੱਥੇ ਬੈਠੇ ਨਜ਼ਾਰੇ ਲੈ ਰਹੇ ਜਾਂ ਆਪਣਾ ਕੋਈ ਕੰਮ ਕਰ ਰਹੇ, ਨਹੀਂ। ਆਪਾਂ ਇਹ ਕਵਾਂਗੇ ਨਹੀਂ, ਉਹ ਕਿਸਾਨੀ ਮੋਰਚੇ ਦੀ ਗੱਲ ਕਰ ਰਹੇ ਨੇ, ਸ਼ਾਇਦ ਹੋ ਸਕਦਾ ਆਫ ਦਾ ਕੈਮਰਾ ਕਰ ਰਹੇ ਨੇ। ਆਪਾਂ ਇਹ ਥੋੜਾ ਨਾ ਕਵਾਂਗੇ ਨਹੀਂ ਅੱਜ ਯਾਰ ਰਾਜੇਵਾਲ ਸਾਹਿਬ ਇਹਨਾਂ ਦਾ ਕੋਈ ਲਾਈਵ ਨਹੀਂ ਆਇਆ, ਕੋਈ ਇਹਨਾਂ ਦਾ ਬਿਆਨ ਨਹੀਂ ਆਇਆ, ਪਤਾ ਨਹੀਂ ਉੱਥੇ ਬੈਠੇ ਨਜ਼ਾਰੇ ਕਰ ਰਹੇ ਨੇ ਜਾਂ ਕਿਤੇ ਬੈਠੇ। ਆਪਾਂ ਇਹ ਨਹੀਂ ਕਹਾਂਗੇ। ਹੁਣ ਜੇ ਉਹ ਗੱਲ ਹੈ ਦੀਪ ਸਿੱਧੂ 1 ਦਿਨ ਲਾਈਵ ਨਹੀਂ ਹੋਇਆ ਕਿਤੇ, ਤੇ ਨਹੀਂ ਇਹ ਤਾਂ ਗੱਦਾਰ ਹੋ ਗਿਆ ਜਾਂ ਇਹ ਤਾਂ ਪਤਾ ਨਹੀਂ ਕਿਤੇ ਬੈਠਾ ਹੋਣਾ ਆਪਣੇ ਘਰ ਯਾਰ ਪਰਸਨਲ। ਹੁਣ ਬੰਦਾ ਸੋਚੇ ਯਾਰ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 12-1 ਵਜੇ ਤੱਕ ਬੈਠਾ ਬੰਦਾ, 4-5 ਦਿਨ ਹੋ ਗਏ ਡੇਲੀ 20-22 ਘੰਟੇ ਕੰਮ ਕਰ ਰਿਹਾ। ਜੇ 1 ਦਿਨ ਉਹਨੂੰ ਰੈਸਟ ਕਰਨ ਲਈ ਮਿਲ ਗਿਆ, ਰੈਸਟ ਕਰਨਾ ਚਾਹੁੰਦਾ, ਤੇ ਕੀ ਉਹ ਰੈਸਟ ਵੀ ਨਹੀਂ ਕਰ ਸਕਦਾ? ਉਹਦੇ ਕਹਿਤਾ ਨਹੀਂ ਇਹਨੇ ਤੇ ਕਿਸਾਨੀ ਮੋਰਚੇ ਵਾਸਤੇ ਕੀ ਕੀਤਾ। ਬਿਲਕੁਲ ਠੀਕ ਹੈ ਨਾ। ਉੱਥੇ ਇਹ ਨਹੀਂ ਕਿ ਆਪਾਂ ਉਹ ਨਹੀਂ ਕਹਿ ਸਕਦੇ ਕਿ ਹਾਂ ਨਹੀਂ ਗਲਤ ਹੋ ਗਿਆ। ਬਾਕੀ ਆ ਜਿਹੜੀਆਂ ਕੁਛ ਅਫਵਾਹਾਂ ਫੈਲ ਰਹੀਆਂ ਨੇ ਕਿ ਹਾਂ ਵੀ ਏਦਾਂ ਦੀਪ ਸਿੱਧੂ ਨੇ ਉੱਥੇ ਮੰਨ ਲਿਆ ਕਿ ਹਾਂ ਵੀ ਮੇਰੇ ਕੋਲ ਕੰਮ ਹੈ ਨਹੀਂ ਸੀਗਾ ਤੇ ਮੈਂ ਇਹ ਕਹਿਣਾ, ਹੁਣ ਮੈਂ ਪਰਸਨਲ ਗੱਲ ਕਹਿਣਾ, ਮੈਂ ਵਕੀਲਾਂ ਦੇ ਤੌਰ ਵਕਾਲਤ ਦੇ ਤੌਰ ਤੇ ਮੈਂ ਕਹਿੰਦਾ ਵਕੀਲਾਂ ਕੋਲ ਚਾਹੇ ਲਾਕਡਾਊਨ ਹੈ ਚਾਹੇ ਲਾਕਡਾਊਨ ਨਹੀਂ ਹੈ, ਇਹਨਾਂ ਦਾ ਕੰਮ ਚੱਲ ਰਿਹਾ।
ਤੇ ਜੇ ਵਕਾਲਤ ਦਾ ਕੰਮ ਕਰ ਰਿਹਾ ਨਾ, ਇਹ ਕਿਸੇ ਹੋਰ ਦੇ ਲਾਈਨ ਦੇ ਵਿੱਚ ਜੋ ਮੇਰੇ ਨਾਲ ਹੋਈ ਆ, ਮੇਰੇ ਨਾਲ ਜੋ ਪਰਸਨਲ ਐਕਸਪੀਰੀਅੰਸ ਹੈ ਭਾਜੀ ਮੇਰਾ, ਇਹ ਮੈਨੂੰ ਪਤਾ ਕਿ ਵਕੀਲ ਐਵਰੀ ਮੰਥ ਜਦੋਂ ਜੇ ਮੇਰਾ ਕੋਈ ਕੇਸ ਚੱਲ ਰਿਹਾ ਨਾ, ਇਸ ਵਕੀਲ ਕੋ ਹੋਰ ਕਿਸੇ ਬੰਨੇ ਇਨਕਮ ਆ ਰਹੀ ਨਹੀਂ ਆ ਰਹੀ, ਉਹਨੇ ਫੋਨ ਕਰ ਦੇਣਾ ਕਿ ਕਲਾਇੰਟ ਨੂੰ, ਬਾਈ ਇੰਨੀ ਤਰੀਕ ਆ ਤੇਰੀ, ਇੰਨੀ ਤਰੀਕ ਨੂੰ ਤੈਨੂੰ ਪੇਸ਼ ਹੋਣਾ ਪੈਣਾ, ਪੇਸ਼ ਹੋ। ਜੇ ਉਹ ਬੰਦਾ ਆਉਣਾ ਵਾ, ਜੇ ਬੰਦਾ ਉਹ ਆ ਗਿਆ ਤਰੀਕ ਨੂੰ, ਘੱਟ ਤੋਂ ਘੱਟ ਵੀ ਉਹਨਾਂ ਦੇ ਕਲਾਇੰਟ 4 ਤੋਂ 5 ਹੁੰਦੇ ਆ, ਘੱਟ ਤੋਂ ਘੱਟ। ਮੈਂ ਘੱਟ ਤੋਂ ਘੱਟ ਕਹਿ ਰਿਹਾ, ਮੈਂ ਜਿਹੜਾ ਮੇਰਾ ਐਕਸਪੀਰੀਅੰਸ ਹੈ। ਤੇ ਉਹ ਠੀਕ ਹੈ 5000 ਤੋਂ 5000 ਰੁਪਏ ਇੰਡੀਆ ਦਾ, 10,000 ਰੁਪਏ ਉਹ ਨਹੀਂ ਛੱਡਦੇ। ਠੀਕ ਹੈ ਜੀ, ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਜੋ ਕਿ ਮੇਰੇ ਨਾਲ ਇਹ ਹੋ ਚੁੱਕੀ ਹੈ, ਇਹ ਮੈਂ ਕਹਿ ਰਿਹਾ ਤੁਹਾਨੂੰ। ਠੀਕ ਹੈ ਜੀ, ਤੇ ਇਹ ਜਿਹੜੀ ਹੈ ਸਰਾਸਰ ਗਲਤ ਨੇ। ਹਾਂ ਵੀ, ਤੇ ਜੋ ਇਹ ਅਫਵਾਹਾਂ ਫੈਲਾ ਰਹੇ ਨੇ ਇਹ ਗਲਤ ਨੇ। ਆਪਾਂ ਠੀਕ ਆ, ਪਹਿਲਾਂ ਵੀ ਹੱਕ ਸੀ ਦੀਪ ਸਿੱਧੂ ਦੇ, ਤੇ ਅੱਜ ਵੀ ਅਸੀਂ ਕਵਾਂਗੇ ਕਿ ਨਹੀਂ, ਜੋ ਅੱਜ ਵੀ ਹੈ। ਨਾਲ ਇਹਨਾਂ ਮੈਨੂੰ ਪਤਾ ਕਿ ਸਾਨੂੰ, ਮੈਨੂੰ ਨਹੀਂ, ਸਾਰੇ ਆਪਣੇ ਜੋ ਵੀ ਵੇਖ ਰਹੇ ਨੇ, ਜੋ ਨੌਜਵਾਨ ਨੇ ਜਿਹੜੀਆਂ ਰੈਲੀਆਂ ਕਰ ਰਹੇ ਨੇ, ਉਹਨਾਂ ਨੂੰ ਪਤਾ ਕਿ ਜੇ ਅੱਜ ਵੀ ਦੀਪ ਸਿੱਧੂ ਬਾਹਰ ਆਉਂਦਾ ਤੇ ਅੱਜ ਵੀ ਉਹ ਸਿੱਧਾ ਘਰ ਨਹੀਂ ਜਾਏਗਾ, ਦਿੱਲੀ ਦੇ ਵਿੱਚ ਆਏਗਾ, ਦਿੱਲੀ ਦੇ ਵਿੱਚ ਆਊਗਾ। ਠੀਕ ਹੈ, ਬਹੁਤ ਧੰਨਵਾਦ ਹੈ। ਮੈਂ ਇਸ ਕਰਕੇ ਤੁਹਾਡੇ ਨਾਲ ਫੇਰ ਆਇਆ ਕਿ ਮੈਂ ਕਿਹਾ ਦੀਪ ਸਿੱਧੂ ਦੀ ਗੱਲ ਹੋ ਰਹੀ, ਮੈਂ ਇਸ ਤੋਂ ਖੁੰਝ ਗਿਆ ਸੀ ਥੋੜਾ ਜਿਹਾ ਕਿ ਦੀਪ ਸਿੱਧੂ ਬਾਈ ਦੀ ਗੱਲ ਕਰਨ ਤੋਂ। ਨਹੀਂ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਭਾਜੀ, ਬਹੁਤ ਧੰਨਵਾਦ। ਥੈਂਕ ਯੂ ਜੀ। ਲਓ ਜੀ, ਆਪਾਂ ਗੱਲਬਾਤ ਕਰ ਰਹੀ ਹੈ, ਆਪਣੇ ਨਾਲ ਭਾਜੀ ਜੁੜੇ ਸੀ ਸੁਖਪ੍ਰੀਤ ਸਿੰਘ, ਤੇ ਉਹਨਾਂ ਨੇ ਵੀ ਸਾਰੀ ਗੱਲਬਾਤ ਜਿਹੜੀ ਆ ਦੱਸੀ ਦਿੱਤੀ ਤੁਹਾਨੂੰ, ਤੁਸੀਂ ਸੁਣ ਹੀ ਲਈ ਹੋਣੀ ਹੈ ਕਿ ਕਿਵੇਂ ਕੀ ਕਿਹਾ ਜਾ ਰਿਹਾ। ਵੀ ਭਾਈ ਖਰਚਾ ਪਾਣੀ ਮੁੱਕ ਗਿਆ ਸੀ, ਦਾਲ ਫੁਲਕਾ ਮੁੱਕ ਗਿਆ ਸੀ, ਤੇ ਫਿਰ ਉਹ ਬੰਦਾ ਏਦਾਂ ਆ ਗਿਆ, ਤੇ ਹੁਣ ਉਹਨੇ ਬੜਾ 5 ਸਟਾਰ ਹੋਟਲ ਦੇ ਵਿੱਚ ਉਹ ਬੈਠਾ ਹੋਇਆ, 7 ਸਟਾਰ ਹੋਟਲਾਂ ਦੇ ਵਿੱਚ ਉਹ ਨਾਈਟਾਂ ਆਪਣੀਆਂ ਰਾਤਾਂ ਗੁਜ਼ਾਰ ਰਿਹਾ। ਦੀਪ ਸਿੱਧੂ ਜਿਹੜਾ ਹੈਗਾ ਉਹ ਤੁਸੀਂ ਸਾਰੇ ਜਾਣਦੇ ਹੋ ਕਿੱਥੇ ਹੈਗਾ ਉਹ ਬੰਦਾ। ਸੋ ਇਹ ਗੱਲਾਂ ਬੜੀਆਂ ਤੱਥ ਵੀ ਹੋਣੀਆਂ ਹੁੰਦੀਆਂ ਜਦੋਂ ਆਪਾਂ ਕੋਈ ਸੋਚ ਬਣਾ ਕੇ, ਕੋਈ ਪੱਧਰ ਬਣਾ ਕੇ ਬੈਠੇ ਹੁੰਦੇ ਆ, ਤੇ ਫਿਰ ਆਪਾਂ ਆਹ ਗੱਲਾਂ ਕਰਦੇ ਹਾਂ ਜ਼ਰੂਰ। ਪਰ ਇਹਨਾਂ 'ਚ ਸੱਚਾਈ ਕਿ ਨਹੀਂ ਸਾਨੂੰ ਸਮਝਣਾ ਪੈਣਾ। ਬੜਾ ਵੱਡਾ ਪੋਲੀਟੀਕਲ ਏਜੰਡਾ ਜਿਹੜਾ ਚੱਲ ਰਿਹਾ, ਜਿਹੜਾ ਤੁਹਾਨੂੰ ਸੱਚ ਦੀ ਆਵਾਜ਼ ਜਿਹੜਾ ਸੁਣਾਊਗਾ, ਤੇ ਉਹਦੇ ਨਾਲ ਇਸ ਤਰ੍ਹਾਂ ਹੁੰਦਾ ਜੋ ਹੁਣ ਦੀਪ ਸਿੱਧੂ ਨਾਲ, ਲੱਖਾ ਸਿਧਾਣੇ ਦੇ ਨਾਲ ਹੋ ਰਿਹਾ, ਤੇ ਇਸ ਤਰ੍ਹਾਂ ਹੁੰਦਾ ਆਊਗਾ। ਉਹ ਲੋਕ ਜਿਹੜੇ ਤੁਹਾਡੀਆਂ ਜੜ੍ਹਾਂ 'ਚ ਬੈਠੇ ਹੋਏ ਨੇ, ਉਹ ਤੁਹਾਡੇ ਇਸੇ ਤਰ੍ਹਾਂ ਜੜ੍ਹਾਂ ਦੇ ਵਿੱਚ ਬਹਿਣ ਕਰਕੇ ਹੀ ਇਹੋ ਜਿਹੇ ਹਾਲਾਤ ਪੈਦਾ ਹੋਏ ਆ। ਅੱਜ ਵੀ ਉਹ ਲੋਕ ਰਾਜ ਕਰ ਰਹੇ ਆ, ਤੇ ਅਸਲ ਗੱਲ ਕਰਨ ਵਾਲੇ ਉਹ ਜੇਲ੍ਹਾਂ ਦੇ ਅੰਦਰ ਹੈ। ਇਸੇ ਤਰ੍ਹਾਂ ਦੇ ਇੱਕ ਕਾਮਰੇਡ ਜਿਹਨੇ ਨਾਅਰੇ ਲਵਾਏ ਸੀਗੇ, ਜਿਹਨੇ ਨਾਅਰੇ ਲਵਾਏ ਸੀ ਸਟੇਜ ਤੋਂ, ਦੀਪ ਸਿੱਧੂ ਮੁਰਦਾਬਾਦ ਤੇ ਲੱਖਾ ਸਿਧਾਣਾ ਮੁਰਦਾਬਾਦ, ਉਹਦੇ ਵੀ ਕਾਰਨਾਮੇ ਦਿਨੋਂ ਦਿਨ ਬਾਹਰ ਆਉਂਦੇ ਜਾਂਦੇ, ਕਿਵੇਂ ਉਹਨੇ ਨੌਜਵਾਨ ਨੂੰ ਪਟਵਾਇਆ। ਸੋ ਇਹ ਸਾਰਾ ਤਾਣਾ ਬਾਣਾ ਜਿਹੜਾ ਹੈਗਾ, ਕਿਵੇਂ ਤੁਹਾਡਾ ਮੋਰਚਾ ਹਾਈਜੈਕ ਕਰ ਲਿਆ ਜਾਂਦਾ ਹਰ ਵਾਰ, ਇਹ ਤੁਹਾਨੂੰ ਸਮਝਣਾ ਪੈਣਾ। ਖੈਰ, ਲੰਬੀ ਹੋ ਗਈ ਆਪਣੀ ਅੱਜ ਦੀ ਇਹ ਲਾਈਵ। ਬਹੁਤ ਸਾਰੇ ਸੱਜਣ ਜੁੜੇ, ਬਹੁਤ ਸਾਰੇ ਜਿਹੜੇ ਆ ਅੱਧ ਦੇ ਵਿੱਚੋਂ ਟੁੱਟ ਗਏ ਹੋਣਗੇ, ਬੜੇ ਸਾਰੇ ਐਸੇ ਹੋਣਗੇ ਜਿਨ੍ਹਾਂ ਨੇ ਪੂਰਾ ਲਾਈਵ ਸੁਣਿਆ ਹੋਊਗਾ। ਕਈ ਸੁਣਨਗੇ, ਕਈ ਅੱਧ ਵਿੱਚ ਛੱਡਣਗੇ। ਚਲੋ ਖੈਰ, ਲੰਬਾ ਹੋ ਜਾਂਦਾ ਜਦੋਂ, ਤੇ ਇਹਦੇ ਵਿੱਚ ਤੁਹਾਡੀ ਵੀ ਗਲਤੀ ਨਹੀਂ, ਕਿਉਂਕਿ 2 ਘੰਟੇ ਦਾ ਲਾਈਵ ਸੁਣਨਾ ਵੀ ਬੜੀ ਵੱਡੀ ਗੱਲ ਹੁੰਦੀ ਹੈ। ਪਰ ਫਿਰ ਵੀ ਮੈਂ ਬੇਨਤੀ ਕਰਦਾ ਵੀ ਗੱਲਬਾਤ ਕਰਿਆ ਕਰੋ, ਨਾਲ ਆਇਆ ਕਰੋ, ਕਮੈਂਟ ਕਰਿਆ ਕਰੋ, ਆਪਾਂ ਸਾਰੀ ਗੱਲਬਾਤ ਕਰਿਆ ਕਰਾਂਗੇ। ਤੇ ਬੜੇ ਦਿਨਾਂ ਪਿੱਛੋਂ ਅੱਜ ਮੈਂ ਲਾਈਵ ਹੋਇਆ ਸੀ, ਥੋੜਾ ਬਿਜ਼ੀ ਹੋਣ ਕਰਕੇ, ਪਰ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲਾਈਵ ਹੋਵਾਂਗੇ, ਗੱਲਬਾਤ ਵੀ ਕਰਾਂਗੇ, ਤੇ ਸਾਰੀ ਗੱਲਬਾਤ ਜਿਹੜੀ ਹੈ ਉਹ ਲੈ ਕੇ, ਤੇ ਫਿਰ ਆਪਾਂ ਜਿਹੜੀ ਹੈ ਅੱਗੋਂ ਗੱਲਬਾਤ ਜਿਹੜੀ ਹੋਰ ਤੋਰਾਂਗੇ। ਸੋ ਬੇਨਤੀ ਕਰਦਾ ਅਖੀਰ ਦੇ ਵਿੱਚ ਜਾਂਦੇ ਜਾਂਦੇ, ਦਰਸ਼ਕੋ ਜਿੰਨੇ ਵੀ ਮੇਰੇ ਦੋਸਤ ਜੁੜੇ ਹੋਏ ਆ, ਤੇ ਆਪਣਾ ਪ੍ਰਾਈਡ ਪੰਜਾਬ ਟੀਵੀ ਨੂੰ ਤੁਸੀਂ YouTube ਤੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤੇ ਆਪਣਾ ਫੇਸਬੁੱਕ ਦੇ ਉੱਤੇ ਅਸੀਂ ਨਵਾਂ ਪੇਜ ਜਿਹੜਾ ਹੈ ਲਾਂਚ ਕੀਤਾ, ਪ੍ਰਾਈਡ ਪੰਜਾਬ ਟੀਵੀ UK। ਇੱਕ ਤਾਂ ਸਾਡਾ ਪਹਿਲਾ ਸੀਗਾ ਪ੍ਰਾਈਡ ਪੰਜਾਬ ਟੀਵੀ ਦਾ ਪੇਜ ਜਿਹੜਾ ਸੀ, ਇੱਕ ਹੁਣ ਪ੍ਰਾਈਡ ਪੰਜਾਬ ਟੀਵੀ UK ਨਵਾਂ ਲਾਂਚ ਕੀਤਾ, ਤੇ ਉਹਨੂੰ ਜ਼ਰੂਰ ਤੁਸੀਂ ਜਿਹੜਾ ਹੈ ਜਾ ਕੇ ਲਾਈਕ ਕਰ ਦਿਓ, ਤੇ ਉਹ ਸਾਰਾ ਕੁਝ ਜਿਹੜਾ ਹੈ ਤੁਸੀਂ ਜ਼ਰੂਰ ਆਪਣੇ ਕਰ ਦਿਓ। ਤੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲਬਾਤ ਜਿਹੜੀ ਹੈ ਕਹੀ ਗਈ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆ। ਹਰ ਗੱਲ ਦੇ ਉੱਤੇ ਤੁਸੀਂ ਜ਼ਰੂਰ ਤੁਸੀਂ ਆਪਣੇ ਬ੍ਰੇਨ ਦੇ ਨਾਲ, ਆਪਣੇ ਦਿਮਾਗ ਦੇ ਨਾਲ, ਆਪਣੀ ਸੋਚ ਸ਼ਕਤੀ ਦੇ ਨਾਲ ਹਰ ਗੱਲ ਦੇ ਉੱਤੇ ਸੋਚ ਕੇ ਫਿਰ ਹੀ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ। ਅਦਰਵਾਈਜ਼ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਭੇਡਾਂ ਬਣ ਜਾਂਦੇ ਹਾਂ। ਅੱਜ ਇਸ ਲਾਈਵ ਨੂੰ ਸੁਣ ਕੇ ਤੁਸੀਂ ਜੇਕਰ ਆਪਣੇ ਵਿਚਾਰ ਬਣਾ ਲਓਗੇ
ਤਾਂ ਇਹਦਾ ਇਹ ਹੋ ਜਾਊਗਾ ਵੀ ਉਹ ਫਲਾਣੇ ਬੰਦੇ ਨੇ ਲਾਈਵ ਕੀਤਾ ਸੀ, ਉਹਨੇ ਆਹ ਕਿਹਾ ਸੀ ਤੇ ਆਪਾਂ ਇਹ ਗੱਲ ਮੰਨਦੇ ਹਾਂ। ਏਦਾਂ ਨਹੀਂ, ਆਪਣੀ ਸੋਚ ਦੇ ਮੁਤਾਬਕ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ। ਸੋਚ ਦਾ ਪੱਧਰ ਹੈ ਉਸ ਲੈਵਲ ਦੇ ਉੱਤੇ ਲੈ ਕੇ ਜਾਣਾ ਹੈ। ਅਸੀਂ ਸਿਰਫ ਮੋਦੀ ਦੇ ਉੱਤੇ, ਕੈਪਟਨ ਦੇ ਉੱਤੇ, ਬਾਦਲ ਦੇ ਉੱਤੇ ਨਹੀਂ ਰਹਿਣਾ। ਬਹੁਤ ਵੱਡੀਆਂ ਗੇਮਸ ਨੇ ਜਿਹੜੀਆਂ ਚੱਲ ਰਹੀਆਂ ਸਾਡੇ ਉੱਤੇ, ਉਹਨੂੰ ਕਿਵੇਂ ਸਮਝਣਾ ਹੈ, ਕਿਵੇਂ ਕਿਵੇਂ ਤੁਹਾਡੇ ਵਿੱਚ ਕਰੋਨਾ ਵਾਇਰਸ ਜਾਂ ਦੂਜੇ ਤੀਜੇ ਵਾਇਰਸ ਵਾੜ ਦਿੱਤੇ ਜਾਂਦੇ ਆ। ਇੰਨਾ ਹੀ ਸਮਝ ਲਈਏ ਆਪਾਂ, ਚਾਈਨਾ ਜਿਹੜਾ ਮਰ ਰਿਹਾ ਸੀਗਾ, ਜਿਹਦੀ ਜ਼ਮੀਨ ਦੇ ਉੱਤੇ ਲੋਕਾਂ ਦੇ ਡਿੱਗ ਕੇ ਮਰਨ ਦੀਆਂ ਵੀਡੀਓ ਸਾਡੇ ਸਾਹਮਣੇ ਆਉਂਦੀਆਂ ਰਹੀਆਂ। ਅੱਜ ਚਾਈਨਾ ਖੁਸ਼ਹਾਲ ਬੈਠਾ, ਕਿੱਥੇ ਗਿਆ ਸਕਿੰਟਾਂ ਦੇ ਵਿੱਚ ਕਰੋਨਾ ਵਾਇਰਸ, ਕਿੱਥੇ ਗਿਆ ਪਤਾ ਸਾਨੂੰ ਕੁਝ ਵੀ ਨਹੀਂ। ਆਪਾਂ ਸੋਚ ਰਹੇ ਨੇ ਉਹ ਜੀ ਏਦਾਂ ਹੋਇਆ ਜੀ, ਉੱਥੋਂ ਲੰਘਿਆ, ਫਿਰ ਉਹਨੇ ਤਾਰ ਟੱਪੀ, ਫਿਰ ਉਹ ਅਫਗਾਨਿਸਤਾਨ ਵੜ ਗਿਆ, ਅਫਗਾਨਿਸਤਾਨ ਤੋਂ ਉਹਨੇ ਫਿਰ ਅੱਗੋਂ ਬੱਸ ਦੇ ਵਿੱਚ ਸਫ਼ਰ ਕੀਤਾ, ਫਿਰ ਉਹ ਅੱਗੇ ਨਿਕਲ ਗਿਆ, ਫਿਰ ਉਹ ਇਟਲੀ ਪਹੁੰਚ ਗਿਆ। ਇਹ ਸਾਰਾ ਕੁਝ ਬੇਕਾਰ ਹੈਗਾ, ਬੇਕਾਰ ਹੈ। ਸੋਚੀਏ, ਬੜਾ ਵਧੀਆ ਆਪਣੇ ਕੋਲ ਮੌਕਾ ਹੈ। ਉਸ ਪ੍ਰਮਾਤਮਾ ਨੇ ਸਾਨੂੰ ਵੀ ਸਭ ਕੁਝ ਦਿੱਤਾ ਹੈ, ਅਸੀਂ ਵੀ ਸੋਚ ਸਕਦੇ ਹਾਂ। ਠੀਕ ਹੈ ਜੀ। ਅਗਲੀ ਗੱਲ, ਫਰਾਡ ਜਿਹੜੇ ਲੋਕ ਕਰਦੇ ਨੇ, ਬਹੁਤ ਸਾਰੇ ਲੋਕਾਂ ਦੇ ਨਾਲ ਵਾਹ ਜਿਹੜਾ ਪੈਂਦਾ ਹੈ, ਬਹੁਤ ਸਾਰੇ ਲੋਕਾਂ ਦੇ ਨਾਲ ਐਸਾ ਵਾਹ ਪਿਆ। ਤੇ ਅੱਜ ਇੱਕ ਹੋਰ ਬੜੀ ਵੱਡੀ ਗੱਲ ਜਿਹੜੀ ਹੈ ਉਹ ਮੇਰੇ ਤੱਕ ਪਹੁੰਚੀ ਹੈ। ਖੈਰ ਮੈਂ ਅੱਜ ਉਹਨੂੰ ਨਸ਼ਰ ਨਹੀਂ ਕਰੂੰਗਾ, ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਆਪਾਂ। ਇੱਕ ਫਰਾਡ, ਇੱਕ ਐਸਾ ਬੰਦਾ, ਇੱਕ ਐਸਾ ਸ਼ਖਸ ਜਿਹੜਾ ਸਿੱਖੀ ਸਰੂਪ ਦੇ ਵਿੱਚ ਵੀ ਹੈਗਾ, ਅੰਮ੍ਰਿਤਧਾਰੀ ਵੀ ਹੈਗਾ, ਦਮਾਲਾ ਵੀ ਬੰਨਦਾ ਹੈ, ਗੱਲਾਂ ਵੀ ਬੜੀਆਂ ਕਰਦਾ ਹੈ ਖਾਲਸਾ ਰਾਜ ਦੀਆਂ, ਤੇ ਉਹ ਸਾਰਾ ਕੁਝ ਕਰਦਾ ਹੈ। ਤੇ ਉਹਦੇ ਵੱਲੋਂ ਵੀ ਇੱਕ ਬੜਾ ਵੱਡਾ ਫਰਾਡ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹਦੇ ਬਾਰੇ ਵੀ ਗੱਲਬਾਤ ਜਿਹੜੀ ਹੈ ਕਰਨੀ ਹੈ। ਰਣਜੀਤ ਸਿੰਘ ਹੋਰੀ ਰਿਹਾ ਹੋ ਗਏ ਅੱਜ, ਤੇ ਉਹ ਬੜੀ ਵੱਡੀ ਗੱਲ ਹੈਗੀ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਲਾਂ ਬਾਤਾਂ ਆਪਾਂ ਜਿਹੜੀਆਂ ਕਰਾਂਗੇ। ਚੜ੍ਹਦੀ ਕਲਾ ਚ ਰਹੋ, ਮਿਲਾਂਗੇ ਫਿਰ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਈ, ਟਾਈਮ ਬਹੁਤ ਹੋ ਗਿਆ ਤੇ ਹੁਣ ਆਪਾਂ ਲਾਈਵ ਜਿਹੜਾ ਆਪਾਂ ਬੰਦ ਕਰਦੇ ਹਾਂ ਅੱਜ ਦਾ, ਕਰਾਂਗੇ ਗੱਲਬਾਤ ਫਿਰ। ਟੇਕ ਕੇਅਰ, ਬਾਏ ਬਾਏ, ਸਤਿ ਸ਼੍ਰੀ ਅਕਾਲ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।